आमिर भाई मैंने उस बंदे ने जड़ा ना ब्लॉक कर दिता। हालांकि मैं ਉਹਨੂੰ ਵਾਰਨਿੰਗ ਦਿੱਤੀ ਹੈ 2-3 ਵਾਰੀ। ਮੈਂ ਆਖਿਆ ਮੈਂ ਇਹਨੂੰ ਮੋੜ ਲਿਆ, ਮੈਂ ਸ਼ੁਰੂ ਹੋਇਆ ਤੇ ਫਿਰ ਮੈਨੂੰ ਥੱਲੇ ਨਾ ਲਾਈ। ਫਿਰ ਮੈਂ ਤਾਂ ਰੱਖ ਕੇ ਨਾ ਸ਼ੇਅਰ ਕਰੋ ਨਾ ਪਹਿਲੇ। ਮੇਰੇ ਕੋਲ ਨਹੀਂ ਹੈ, ਮੇਰੇ ਨਾਲ ਐਡ ਨਹੀਂ ਹੈ ਐਸ ਆਈਡੀ ਤੋਂ। ਉਹ ਬਾਕੀਆਂ ਨਾਲ ਤੇ ਹੈ ਨਾ, ਬਾਕੀ ਤੇ ਸੁਣਦੇ ਪਏ ਨੇ ਨਾ, ਬਾਕੀ ਜਿਹਦੇ ਤੇ ਕੋਲ ਐਡ ਕਰੋ ਯਾਰ ਸ਼ੇਅਰ ਕਿ ਮੈਂ ਵੀ ਹੁਣੀ ਬਲੌਕ ਹੋ ਕੇ ਆਇਆ। ਸਮੀਰ ਨੇ ਬਲੌਕ ਕੀਤਾ? ਨਹੀਂ, ਉਹ ਤੇ ਕਿਸੇ ਮੋਡਰੇਟਰ ਨੇ ਕੀਤਾ ਉਹਨੇ। ਅੱਛਾ, ਬਲੌਕ ਕਰਕੇ ਆਦਮੀ ਨਸ ਗਿਆ। ਮੈਂ ਪਾ ਲਾਨਤ ਉੱਥੇ ਲਾਨਤ ਆਪਣੇ ਆਪ ਤੋਂ ਪਾਉਂਦਾ ਹੀ ਨਹੀਂ ਸੀ ਪਿਆ। ਇਹਨਾਂ ਦੀ ਐਸੀ ਦੀ ਤੈਸੀ। ਉਮੇ ਤਾਹਰ ਨੂੰ ਤੇ ਮੈਂ ਸਹੀ ਪੁਣਿਆ ਜੀ ਅਮਰ ਭਾਈ। ਉਮੇ ਤਾਹਰ ਸਮਝ ਨਹੀਂ ਆ ਰਹੀ ਗੱਲ ਕੀ ਹੋਈ ਹੈ, ਕੀ ਮਸਲਾ ਕੀ ਸਮਝ ਨਹੀਂ ਆ ਰਹੀ ਕੁਛ ਯਾਰ ਜੀ। ਯੂਸਫੀ ਭਾਈ ਉਹਦੀ ਬਰਾਡ ਦੇ ਉੱਤੇ ਗੱਲ ਹੋ ਰਹੀ ਸੀ, ਅਮਰ ਭਾਈ ਨੇ ਹਵਾਲਾ ਰੱਖਿਆ ਸੀ ਮਿਰਜ਼ੇ ਕਾਦੀਆਨੀ ਦਾ ਹਕੀਕਤੁਲ ਵਹੀ ਦਾ ਨਾ, ਠੀਕ ਹੈ। ਪਹਿਲਾਂ ਉਹਦੇ ਉੱਤੇ ਚੰਗੀ ਭਲੀ ਗੁਫ਼ਤਗੂ ਹੋ ਰਹੀ ਹੈ। ਉੱਥੇ ਇੱਕ ਦੋ ਮਰਜ਼ਈ ਬੈਠੇ ਸਨ, ਇੱਕ ਵਾਟਰ ਸੀ ਤੇ ਇੱਕ ਅਦਨਾ ਹਾਦਮ ਸੀ। ਹਕੀਕਤੁਲ ਵਹੀ ਦਾ ਸਵਾਲ ਨੰਬਰ 6 ਮੇਰੇ ਸਵਾਲ ਨੰਬਰ 6 ਨਹੀਂ ਸੀ। ਉਹਦੇ ਸੀ ਕਿ ਮਿਰਜ਼ਾ ਕਾਦੀਆਨੀ ਨੇ ਨਾ ਉਹ ਤਫਸੀਰ, ਉਹ ਜਿਹੜਾ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਨੂੰ 17 ਦੇ ਰੰਗ 'ਚ ਖੁਦਾ ਕਿਹਾ ਗਿਆ, ਉਸ ਦੇ ਉੱਤੇ ਗੱਲ ਹੋ ਰਹੀ ਸੀ ਔਰ ਬੜੀ ਤਫਸੀਲੀ ਗੁਫ਼ਤਗੂ, ਉੱਥੇ ਚੰਗੀ ਭਲੀ ਗੁਫ਼ਤਗੂ ਹੋ ਰਹੀ ਸੀ। ਉਸ ਤੋਂ ਬਾਅਦ ਮੈਨੂੰ ਨਾ ਸਡਨਲੀ ਕੰਮ ਆ ਗਿਆ ਤੇ ਮੈਂ ਚਲਾ ਗਿਆ। ਆਮਰ ਭਾਈ ਮੈਨੂੰ, ਮੈਂ ਨਿਕਲ ਗਿਆ ਤੇ ਮੈਂ ਵੇਖਿਆ ਮੈਸੇਜ ਆਮਰ ਭਾਈ ਦੀ ਕਾਲ ਵੀ ਆਈ ਤੇ ਮੈਂ ਉੱਥੇ ਵਾਪਸ ਗਿਆ। ਉਹ ਜਿਹੜਾ ਪਿੱਛੇ ਜੋ ਕੁਝ ਹੋਇਆ ਨਾ, ਮੈਨੂੰ ਇਹੀ ਲੱਗਦਾ ਕਿ ਇਹਨਾਂ ਬਲੌਕ ਕਰਕੇ ਨਾ ਤੇ ਪਿੱਛੇ ਲਲਕਰੇ ਮਾਰਦੇ ਨੇ, ਨਸ ਗਿਆ। ਹੁਣ ਵੀ ਇਹੀ ਕਰਨ ਲੱਗੇ ਇਸ। ਬਹੁਤ ਅੱਛੀ ਗੱਲ ਦੱਸੀ ਤੁਸੀਂ, ਮਾਸ਼ਾਅੱਲਾ ਸਾਰੀ ਗੱਲ ਸਮਝ ਆ ਗਈ ਮੈਨੂੰ। ਨਹੀਂ, ਮੈਂ ਥੋੜਾ ਜਿਹਾ ਨਾ ਮੈਂ ਵਿੱਚ ਮਿਸ ਹੋ ਗਿਆ। ਅੱਗੋਂ ਆਮਰ ਭਾਈ ਦੱਸਣ ਦੇ ਵਾਕਈ ਮੈਂ ਬੜੀ ਅੱਛੀ ਗੱਲ ਦੱਸੀ ਹੈ, ਲੇਕਿਨ ਮੈਨੂੰ ਸਮਝ ਲੱਗ ਗਈ ਇਹ ਗੱਲ ਕਿ ਕੀ ਉੱਥੇ ਮਾਮਲਾ ਆਇਆ ਹੋਣਾ। ਠੀਕ ਹੋ ਗਿਆ। ਆਮਰ ਭਾਈ ਨੂੰ ਥੱਲੇ ਸੱਟ ਗਏ ਨਾ ਜਦੋਂ ਗੁਫ਼ਤਗੂ ਕਰ ਰਹੇ ਸਨ। ਪਿੱਛੇ ਜੋ ਮੋੜ ਜਿਹੜੇ ਆਏ ਨਾ ਮਰਜ਼ਈ, CCD ਪੁਲਿਸ ਹੋ ਗਿਆ, ਜੂਨੀਅਰ ਮਸਰੂਰ ਹੋ ਗਿਆ, ਫਿਰ ਅब्बास ਹੋ ਗਿਆ, ਇੱਕ ਹੋਰ ਸੀ ਵਜ਼ੀਰ ਆਜ਼ਮ ਦੇ ਨਾਂ ਦੀ ID ਸੀ, ਉਹ ਹੋ ਗਿਆ। ਆ ਸਾਰੇ ਉਹਦੇ ਇਹਨਾਂ ਦੇ ਕੋਲ ਹੀ ਨੇ। ਆਰਮੀ ਚੀਫ ਦਾ ਵੀ ਉਹਦਾ ਇਹਨਾਂ ਦੇ ਕੋਲ ਹੀ। ਤੇ ਘਰ ਭਾਵੇਂ ਦੂਜੀ ਵਾਰੀ ਸਾਲਣ ਨਾ ਲੱਭਦਾ ਹੋਵੇ, ਉਹ ਲੈਦਾ ਗੱਲ ਹੈ। ਉਹ ਤੇ ਆਰਮੀ ਚੀਫ ਨੂੰ ਵੀ ਨਹੀਂ ਲੱਭਦਾ। ਕਰੋ ਸ਼ੇਰ ਸਾਰੇ, बुलाओ समीर साहब ने ਇੱਥੇ। अमर भाई को नहीं बुलाना, बायकॉट करो भाई, इसको नहीं बुलाना अपनी ब्रॉड पे ना, इसकी ब्रॉड पे जाना है यार। डिक्टेट ना करो यार, तस्वीर हटा दियो प्लीज, तस्वीर हटा दियो। कोई बात वो भी लगाते नहीं ना तस्वीर यार, कल उन्होंने लगाई दी थी तस्वीर। नहीं जो ਤੁਹਾਡਾ ਹੁਕਮ ਹੈ ਮਲਕ ਸਾਹਿਬ, ਜਿਵੇਂ ਤੁਸੀਂ ਆਖੋ। ਉਹ ਲਾਉਂਦੇ ਨਹੀਂ ਤਸਵੀਰ। अच्छा देखो, अस्सलाम वालेकुम अमर भाई। देखो, अच्छे काम की निस्बत जी ना हमेशा अल्लाह की तरफ ही की जाती है, ते यानी कि कंकरियां वो आपने नहीं, अल्लाह ने फेंकी। इसी तरह वो तख्त लेके आया गया तो फजल रब्बी। तो जो भी अच्छे काम है ना उनकी निस्बत अल्लाह की तरफ ही की जाती है। मोमिनीन को भी यही हुक्म है। तो इससे ये नहीं है कि मोमिन मुसलमान जो अच्छे काम की निस्बत अल्लाह की तरफ करता है तो वो अल्लाह बन गया, या नबी सल्लल्लाहु माज़ अल्लाह बन गया। तो ये ऐसी लहादियत है जो मिर्ज़ा कादियानी ने फैलाई। अब वो अमर भाई खुद ही देखें, वो उसमें कहता है कि खुदावंद एक बहादुर है और बहादुर की मानद निकलेगा। खुदावंद से मुराद हज़रत सल्लल्लाहु अलैहि वसल्लम हैं। सीधा सीधा की कर रहे हैं, सीधा जड़ा ना इलाहादियत कर रहे हैं। ते किताब केड़ी है? सुरमा चश्मारी है जड़ी। आज तक किसी तफसीर वाले ने क्या हुए कि कंकड़ियां वो आपने नहीं, अल्लाह ने फेंकी, इससे मुराद नबी सल्लल्लाहु अल्लाह है नहीं है। ਜਿਹੜੀ ਹਕੀਕਤ ਲਵਈ ਵਾਲਾ ਜਿਹੜੀ ਇਬਾਰਤ ਹੈ ਨਾ, ਇਹਦੇ ਤੇ ਬਿਲਕੁਲ ਵਾਸ਼ਗਾਬ ਲਫ਼ਜ਼ਾਂ ਦੇ ਵਿੱਚ ਨਾ, ਜਾਂ ਤੇ ਤੌਰਾਤ ਜ਼ਬੂਰ ਇੰਜੀਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪੇਸ਼ਗੋਈ ਹੋਏਗੀ, ਜਾਂ ਕੁਰਾਨ ਪਾਕ ਦੇ ਵਿੱਚ। अगर कुरान पाक दे विच इस तरह दी पेशगोई है वे कि नबी पाक अलैहिस्सलातु वस्सलाम ने 17 दे रंग च खुदा किया गया है, तो वो केड़ी आयत है? वमा रमैता इज़ रमैता वलाकिन अल्लाह रमा दे विच ते नहीं ना। मैं पहले गल कीती सी नासर साहब ਨੂੰ, ਇੱਕ ਵਾਰੀ नासर अहमद साहब ਨਾਲ सवाल ਰੱਖਿਆ ਸੀ, ਉਹਨਾਂ ਨੇ ਇਹ ਇਬਾਰਤ ਪੇਸ਼ ਕੀਤੀ ਸੀ, ਸੌਰੀ ਆਇਤ ਮੁਬਾਰਕਾ ਕਿ ਵਮਾ ਰਮੈਤਾ ਇਜ਼ ਰਮੈਤਾ ਵਲਾਕਿਨ ਅੱਲਾਹ रमा। ਇਹਦੇ ਤੋਂ 17 ਦੇ ਰੰਗ ਦੇ ਵਿੱਚ ਇਹੀ ਅੱਲਾਹ ਰਬੁਲ ਇਜ਼ਤ ਫਰਮਾ ਰਿਹਾ ਕਿ ਜਿਹੜੀ ਤੁਸੀਂ ਸੁੱਟੀਆਂ ਮੈਂ ਨਹੀਂ, ਅਸੀਂ ਸੁੱਟੀਆਂ ਨੇ, ਤੁਸੀਂ ਨਹੀਂ ਸੁੱਟੀਆਂ ਕੰਕਰੀਆਂ। ਤੇ ਇਹਦੇ ਚ 17 ਦਾ ਰੰਗ ਯੂਜ਼ ਕੀਤਾ ਗਿਆ।
ਤੇ ਅੱਲਾਹ ਤਾਲਾ ਨੇ ਨਬੀ ਪਾਕ अलैहिस्सलातु वस्सलाम ਦੇ ਹੱਥ ਨੂੰ ਆਪਣਾ ਹੱਥ ਕਿਹਾ। ਮੈਂ ਕਿਹਾ ਗੱਲ ਸਵਾਲ ਤੇ ਇਹ ਵੇ ਕਿ ਇਸਤਾਰਾ ਦੇ ਰੰਗ ਦੇ ਵਿੱਚ ਖੁਦਾ ਕਿੱਥੇ ਕਿਹਾ ਹੈ ਕਿ ਉਹ ਖੁਦਾ ਮੰਨਦੇ ਸਨ। ਇਸ ਤਰ੍ਹਾਂ ਦੀ ਕੋਈ ਇਬਾਰਤ ਹੈ ਵੇ, ਕੋਈ ਗੱਲ ਹੈ ਵੇ ਤਾਂ ਉਹ ਪੇਸ਼ ਕਰੋ। लेकिन वो यही पेश करते हैं कि ऐ वे याओ यदुल्लाहि फौका ऐदीहिम याओ लक़द रदियल्लाहु अनिल मुमिनीना इज़ युबायिऊनका तहत अश-शजरा, ਇਹ वाली आयत पेश करके ਇਹਨੂੰ ਇਸਤਾਰਾ ਦੇ ਤੌਰ ਤੇ ਪੇਸ਼ ਕਰਦੇ ਨੇ। कुरान दी उन्होंने दो आयतां पेश करके ना सूरह ज़ुमर वाली तो दूसरी यदुल्लाहि फौका ऐदीहिम वाली पेश करके ਇਹਨਾਂ ਨੂੰ ਦਲੀਲ ਬਣਾ ਕੇ ਉਹਨੇ ਇਹ ਆਖਿਆ ਕਿ ਇਹ ਉਹ ਆਇਤਾਂ ਨੇ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਅੱਲਾਹ ਤਾਲਾ ਨੇ ਨਬੀ ਪਾਕ ਨੂੰ ਖੁਦਾ ਕਹਿ ਕੇ ਪੁਕਾਰਿਆ। ਇਹਨਾਂ ਨੇ ਦਲੀਲ ਬਣਾ ਕੇ ਤੇ ਇਹ ਤਫਸੀਰ ਕੀਤੀ ਹੈ ਕਿ ਇਸ ਤਰ੍ਹਾਂ ਨਬੀ ਪਾਕ ਜ਼ਿੱਲੀ ਤੌਰ ਤੇ ਬਰੂਜ਼ੀ ਜਾਂ ਇਸ਼ਤਿਹਾਰੇ ਦੇ ਤੌਰ ਤੇ ਖੁਦਾ ਬਣ ਗਿਆ। ये हुई वो जहालत और गुमराही और शिरक है कि जिदा कोई मिर्जाई ਤੁਹਾਡੇ ਸਾਹਮਣੇ ਉੱਠਾ ਤੇ ਜੀਭ ਫੇਰਦੇ ਨੇ, ਉਹ ਨਹੀਂ ਕਰਦੇ ਉਹਨੂੰ। ਆਂਦੇ ਨੇ ਜੋ ਲਿਖਿਆ ਠੀਕ ਲਿਖਿਆ, ਜੇ ਆਖੀਏ ਵੀ ਜੇ ਠੀਕ ਲਿਖਿਆ ਤੇ ਫਿਰ ਆਖੋ ਤੁਹਾਡੇ ਖੁਦਾ ਨੇ ਇਸ਼ਤਿਹਾਰੇ ਦੇ ਰੰਗ ਚ ਨਬੀ ਪਾਕ ਨੂੰ ਤੁਸੀਂ ਖੁਦਾ ਮੰਨਦੇ। ਆਂਦਾ ਫਿਰ ਇਸ਼ਤਿਹਾਰੇ ਦੇ ਰੰਗ ਉੱਤੇ ਈਮਾਨ ਰੱਖਣਾ ਕੋਈ ਜ਼ਰੂਰੀ ਤੇ ਨਹੀਂ ਹੁੰਦਾ। ਇਸ਼ਤਿਹਾਰੇ ਮੈਂ ਕਿਹਾ ਮਿਰਦੇ ਨੂੰ ਇਸ਼ਤਿਹਾਰੇ ਦੇ ਚ ਨਬੀ ਨਹੀਂ ਮੰਨਦੇ, ਉਹਦੇ ਤੇ ਈਮਾਨ ਰੱਖਿਆ ਜੇ। ਉਹਨੂੰ ਦੇਖੀ ਕੀ ਨਬੀ ਬਣਾ ਕੇ ਬੈਠੇ ਹੋ, ਕਹਿੰਦਾ ਸੀ ਮੈਨੂੰ ਇਸ਼ਤਿਹਾਰੇ ਦੇ ਰੰਗ ਚ ਨਬੀ ਆਖਿਆ, ਇਸ਼ਤਿਹਾਰੇ ਦੇ ਰੰਗ ਚ ਰਸੂਲ ਆਖਿਆ। ਤੇ ਇਸਤਾਰਾ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਵੀ ਤੇ ਉਹਨੇ ਕਿਹਾ ਮੈਂ ਖੁਦਾ ਦਾ ਬੇਟਾ ਹਾਂ। ਹਾਂ ਤਾਂ ਮਿੰਨੀ ਬੇਮੰਜ਼ਲਾ ਤੋਂ ਵਲਦੀ ਨੂੰ ਵੀ ਆਖਿਆ ਸੀ ਕਿ ਇਸ਼ਤਿਹਾਰੇ ਦੇ ਰੰਗ ਚ ਖੁਦਾ ਨੇ ਮੈਨੂੰ ਬੇਟਾ ਆਖਿਆ। ਤੇ ਜੀ ਉੱਥੇ ਜੁੱਤੀਆਂ ਖਾਂਦੇ ਨੇ, ਇਤਨੀ ਜੁੱਤੀਆਂ ਖਾਂਦੇ ਨੇ, ਹਰ 10 ਮਿੰਟ ਬਾਅਦ ਖਾਂਦੇ ਨੇ, ਫਿਰ ਬਾਜ਼ ਨਹੀਂ ਆ ਰਹੀ। ਉਹਨਾਂ ਦੀ ਖੁਰਾਕ ਹੈ, ਹਰ ਮਿਰਜ਼ਾਈ ਦੀ ਖੁਰਾਕ ਹੈ, ਸ਼ਾਮ ਤੱਕ ਉਹਨੂੰ ਲਿਮਟ ਜਿਹੜੀ ਹੈ ਉਹ ਆਪਣੀ ਪੂਰੀ ਕਰਕੇ ਜਾਣੀ ਹੁੰਦੀ ਹੈ, ਵਰਨਾ ਇਹਨਾਂ ਨੂੰ ਰਾਤ ਨੀਂਦਰ ਨਹੀਂ ਆਉਂਦੀ। ਐਸੀ ਢੀਠ ਕੌਮ ਹੈ ਨਾ, ਰਾਤ ਇਹਨਾਂ ਨੂੰ ਸਕੂਨ ਨਹੀਂ ਆਉਂਦਾ ਜਦ ਤੱਕ ਉਹਨੇ। ਅੱਛਾ, ਇੱਕ ਬੜੀ ਭੈੜੀ ਗੱਲ ਹੈ ਕਿ ਜਦੋਂ ਇਹਨਾਂ ਦੇ ਇਬਾਰਤ ਪੇਸ਼ ਕਰੋ ਨਾ ਤੇ ਇੱਕ ਬੜਾ ਜੁਮਲਾ ਇਹਨਾਂ ਨੇ ਯਾਦ ਕੀਤਾ ਕਿ ਯਾਰ ਸਾਨੂੰ ਤੇ ਇਹ ਇਬਾਰਤ ਸਮਝ ਆ ਰਹੀ ਹੈ, ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਆਉਂਦੀ। ਤੇ ਜੋ ਕਹੋ ਨਾ ਯਾਰ ਅੱਛਾ ਠੀਕ ਹੈ ਹੁਣ ਸਾਨੂੰ ਵੀ ਸਮਝਾ ਦਿਓ, ਉਹ ਨਹੀਂ ਸਾਨੂੰ ਆਉਂਦਾ, ਤੁਹਾਨੂੰ ਅਸੀਂ ਸਮਝਾ ਨਹੀਂ ਸਕਦੇ ਕਿਉਂਕਿ ਤੁਹਾਡੇ ਦਿਲ ਦੇ ਵਿੱਚ ਈਮਾਨ ਨਹੀਂ ਹੈ। ਜਿਹੜੀਆਂ ਮਿਰਜ਼ਾ ਸਾਹਿਬ ਦੀ ਬਾਤਾਂ ਇਹਨਾਂ ਨੂੰ ਸਮਝ ਆਉਂਦੀ ਹੈ, ਕਿਸੇ ਨੂੰ ਕਿਉਂ ਨਹੀਂ ਸਮਝਾ ਸਕਦੇ। ਤੇ ਮਿਰਜ਼ਾ ਇਹਨਾਂ ਨੂੰ ਇਹ ਤਹਿਰੀਰ ਕਰਕੇ ਤੇ ਆਪਣੇ ਦਿਲੋਂ ਕੁਰਾਨ ਦੀ ਤਸ਼ਰੀਹ ਕਰਕੇ ਗਿਆ, ਅੱਗੋਂ ਤਸ਼ਰੀਹ ਦੀ ਤਸ਼ਰੀਹ ਵੀ ਕਰਨੀ ਪੈਂਦੀ ਹੈ। ਉਹਨੇ ਆਖਿਆ ਨਾ, ਹਾਰੂਨ ਰਸ਼ੀਦ ਨੇ ਆਖਿਆ ਨਿਗਰਾਨੋਂ ਕੀ ਨਿਗਰਾਨੀ ਕੌਣ ਕਰੇਗਾ। ਇਸ ਤਫਸੀਰ ਦੀ ਤਫਸੀਰ ਕੌਣ ਕਰੇਗਾ। ਹੈ ਫਨ ਬੜਾ ਪਿਆ ਵੈਸੇ ਉੱਥੇ, ਮੂੰਹ ਤੇ ਜੀਬਾਂ ਥੱਲੇ ਦੇਤੀ ਸਨ ਨੇ, ਸੌਰੀ ਦੰਦਾਂ ਥੱਲੇ ਜੀਭ ਦੇਤੀ ਸਨ, ਬੋਲਣ ਨਹੀਂ ਸੀ ਪਿਆ ਹੁੰਦਾ ਦਵਾਂ ਕੋਲ। ਉਹ ਅਦਨਾ ਹਾਦਮ ਤੇ ਕੋਸ਼ਿਸ਼ ਉਹ ਇਹੀ ਕਰ ਰਿਹਾ ਸੀ ਕਿ ਮੈਂ ਨਾ ਇਹਨਾਂ ਨੂੰ ਪ੍ਰਵੋਕ ਕਰਾਂ, ਪਰ ਪ੍ਰਵੋਕ ਕਰਦਿਆਂ ਨਾਲ ਹੀ ਇਹ ਸ਼ੁਰੂ ਹੋ ਜਾਏ। ਹੁਣ ਸੁਹੇਲ ਮਿਸ਼ਰਾ ਵੀ ਤੇ ਮੰਨਦਾ ਹੈ ਨਾ ਮਿਰਜ਼ੇ ਨੂੰ ਖੁਦਾ, ਪੂਜਾ ਕਰਦਾ ਉਹਦੀ ਸ਼ਿਵਲਿੰਗ ਦੀ। ਇਹਨਾਂ ਦੇ ਇਹ ਸਰਬਰਾਹ ਨੇ, ਇਹ ਅਕਾਬਰ ਨੇ ਇਹਨੂੰ ਨਬੀ ਬਣਾਇਆ, ਜਿਹੜਾ ਇਹਨਾਂ ਨੂੰ ਸ਼ਿਰਕ ਦੀ ਤਾਲੀਮ ਦੇ ਕੇ ਗਿਆ, ਕੁਫਰ ਦੀ ਤਾਲੀਮ ਦੇ ਕੇ ਗਿਆ ਕਿ ਨਬੀ ਪਾਕ ਖੁਦਾ ਬਣ ਗਏ ਨੇ ਮਾਜ਼ਅल्लाह। ਵਾਲੇकुम सलाम। आमिर भाई, आज सुबह मैं एक रेफरेंस है मिर्जा ਦਾ ਸੁਣਿਆ ਕਿ ਇਹਨੇ ਇੱਕ ਤੇ ਇਹਨੇ ਮੁਰਦਾ ਵੀ ਜ਼ਿੰਦਾ ਕੀਤਾ ਸੀ ਔਰ ਦੂਸਰਾ ਮੁਰਦੇ ਨਾਲ ਕੁਸ਼ਤੀ ਵੀ ਕੀਤੀ ਹੈ। ਇਹ ਕਿੱਥੋਂ ਤੱਕ ਗੱਲ ਸਹੀ ਹੈ? ਕੁਸ਼ਤੀ ਕੀਤੀ? ਹਾਂਜੀ, ਇੱਕ ਤੇ ਹੋਸ਼ਿਆਰਪੁਰ ਦੇ, नहीं मैं बिलीव करूं नहीं, मैं अपने कोल नहीं लगाई। एक ने कहा जी कि हुशियारपुर जो इन्हें चिल्ला खिंचिया सी, उस तो बाद वीरान कोई मस्जिद लभी इन्हें
ਤੇ ਰਸਤੇ ਦੇ ਵਿੱਚ ਕੋਈ ਕਬਰ ਆਈ ਤੇ ਉਹ ਕਹਿੰਦਾ ਮੁਰਦੇ ਨੇ ਉੱਠ ਕੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਦੂਸਰਾ ਇੱਕ ਭਾਈ ਬੋਲਦਾ ਪਿਆ ਸੀ ਔਰ ਨਾਮ ਮੇਰੇ ਜ਼ਹਿਨ ਚੋਂ ਨਿਕਲ ਗਿਆ। ਉਹਨੇ ਕਿਹਾ ਜੀ ਇੱਕ ਰੈਫਰੈਂਸ ਇਹ ਸੀ ਕਿ ਉਹਦੇ ਚ ਮੁਰਦੇ ਨਾਲ ਇਹਨੇ ਕੁਸ਼ਤੀ ਵੀ ਕੀਤੀ ਹੈ। ਕੁਸ਼ਤੀ ਉਹਨੇ ਆਪ ਕਰਾਈ ਹੈ। ਮਿਰਜ਼ਾ ਸਾਹਿਬ ਨੂੰ ਮੁਰਦੇ ਨੇ ਚੁੱਕ ਕੇ ਮਾਰਿਆ, ਚੁੱਕ ਕੇ ਚੰਗੀ ਤਰ੍ਹਾਂ ਮਾਰ ਕੇ ਮਿਰਜ਼ਾ ਸਾਹਿਬ ਜਦੋਂ ਉੱਠ ਕੇ ਕੱਪੜੇ ਛਪੜੇ ਝਾੜ ਕੇ ਆਦੇ ਨੇ ਬਸ ਇੰਨਾ ਕੁਝ ਸੀ ਕਈਆਂ ਦਾ ਹਿਸਾਬ। ਫਿਰ ਮਿਰਜ਼ਾ ਸਾਹਿਬ ਰੋਂਦੇ ਰੋਂਦੇ ਆਦੇ ਮਾਰ ਲਿਆ ਸੀ ਯਤੀਮ ਵੀ ਹੋਏ। ਬਾਕੀ ਆਮਰ ਭਾਈ ਬਹੁਤ ਸਖਤ ਹੈ ਇਹਨਾਂ ਦੀ ਮੌਤ ਪਤਾ ਨਹੀਂ ਲੈ ਕੇ ਕਿੱਥੋਂ ਆਉਂਦੇ ਨੇ। ਮੈਂ ਤਾਂ ਇਹ ਗੱਲ ਤੋਂ ਹੈਰਾਨ ਹਾਂ। ਹਰ ਰੋਜ਼ ਇਹਨਾਂ ਨੇ ਡੇਕੇ ਲਾਇਆ ਹੁੰਦਾ ਇਹਨਾਂ ਨੂੰ ਕਿਸੇ ਨਾ ਕਿਸੇ ਗੱਲ ਤੇ। ਸਾਹਿਬ ਅੱਜ ਤੁਸੀਂ ਵੀ ਫਨ ਸਹੀ ਪਾਇਆ, ਅੱਜ ਤੁਸੀਂ ਬੜਾ ਵਧੀਆ ਫਨ ਪਾਇਆ ਕਸਮੇ। ਮੈਂ ਤੇ ਉਸਦੇ ਇੰਤਜ਼ਾਰ ਹੀ ਸਾਂ ਕਿ ਕਿਸੇ ਨੂੰ ਮੇਰੇ ਟਾਏ ਚੜੇ। ਇੱਥੇ ਇੱਕ ਅਬਾਸ ਨਾਂ ਦਾ ਮਰਜ਼ਈ ਹੈ, ਜਿਤਨਾ ਕੁ ਮੈਨੂੰ ਉਹ ਪੈੜਾ ਲੱਗਦਾ ਨਾ ਖੁਦਾ ਜਾਣਦਾ ਕਿ ਤੁਸੀਂ ਸੋਚ ਨਹੀਂ ਸਕਦੇ। ਲੇਕਿਨ ਸਿਆਲਕੋਟ ਗੁਜਰਾਂਵਾਲੇ ਵਾਲਾ ਪਤਾ ਨਹੀਂ ਕਿੱਥੇ ਦਾ ਪਰ ਬਹੁਤ ਹੀ ਪੈੜਾ ਮਰਜ਼ਈ ਹੈ। मैं उत्ते गया तो मैनू कहता है कि आप अपना इमाम मेहंदी के मुतलिक अपना कीदा बताए। मैं क्या इमाम मेहंदी के मुतलिक मेरा कीदा है कि किसी इमाम मेहंदी ने नहीं आना, कोई दिक्कत नहीं इमाम मेहंदी का। कहता अच्छा। मैं क्या हाँ। कहता तो इस्तगफार नाल ही उसने पढ़ी हदीस नबी पाक सल्लल्लाहु अलैहि वसल्लम दी, हाकमन आदलन इमामन महदीन। मैं क्या इनू मनना है? मैं क्या पुत्र हूं मैं मान लेता हूं, तू नहीं मुकरना इस हदीस। कहंदा नहीं 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 वो वाले मोहम्मद दी नहीं, वो वाले हज़रत ईसा। मैं वो नहीं। हुण तू कह दे, हुण तू मान गया कि हज़रत ईसा अलैहिस्सलाम ने आना है हदीस नबी पाक दी बयान करके, ठीक हो गया। हुण इस तू मुकरना नहीं है पुत्र, चल वो तो इससे अपना कीदा पक्का कर। नहीं 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 वो तो फोत हो गए। मैं फोत कितने हो गए ने? हुण तू हदीस पढ़ रहे हज़रत ईसा अलैहिस्सलाम आएंगे, वो तुमने आकम बदल होंगे, इमाम मेहदीन होंगे। तो तुम करता पे इन्नी देर च उन्हें ब्लॉक ही कराता। इन्होंने 2 मिनट का इन्हों का काम है। यकीन करो कोई बंदा इन्हों के अगे जिसको थोड़ा जा भी पता है ना उन्हें इन्होंने क्लिक लेना। इन्होंने पल्ले आई कुछ नहीं। जगह जगह वो कुरान शरीफ तो बचते ने तो हदीस ही फसते ने, हदीस तो बचते ने ਤੇ ਜਨਾਬ ਸਾਹਬਾ ਇਕਰਾਮ ਦੇ ਅਕਵਾਲ ਤੋਂ ਫਸਦੇ ਨੇ। ਇੱਕੋ ਗੱਲ ਉਹਨਾਂ ਰੱਟੀ ਹੈ, ਥੱਲੇ ਤੇ ਲਿਖਦਾ ਹੈ ਕੋਈ ਅਸਮਾਨ ਸੇ ਨਹੀਂ ਆਏਗਾ, ਤੇ ਜੇ ਨਾ ਆਇਆ ਤੇ ਸਾਡਾ ਕੀ ਗੁੰਮ ਜਾਏਗਾ? ਸਾਡੇ ਕੋਲੇ ਅਤਮਮ ਤੋਂ ਅਲੈਕੁਮ ਨਿਅਮਤੀ ਹੈ। ਸਾਡਾ ਕੀ ਸਵਾਲ ਨਾ ਆ ਕੇ ਉਹਨੇ ਅਸਮਾਨ ਵਾਲੇ ਨੇ ਸਾਡਾ ਕੀ ਪਿਆ ਗੁੰਮਦਾ ਉਹਦੇ ਬਗੈਰ? ਸਾਡਾ ਤੇ ਅੱਲਾਹ ਤਾਲਾ ਦਾ ਦਿੱਤੇ ਦੀਨ ਸਾਡੇ ਵਾਸਤੇ ਕਾਮਲ ਔਰ ਅਕਮਲ ਹੈ। जिन्हें आसमान तो नाजल होना है उन्होंने किताब एक बार फाड़ के हजरत उमर ने पढ़ने की कोशिश की थी। हजरत अबू बकर सदीक ने नबी पाक दे चेहरे वाल वेख के आख्या, उमर ओ तन्नू तेरी मां रोवे, वेख ते सही नबी पाक सल्लल्लाहु अलैहि वसल्लम दा चेहरा गुस्से नाल सुरख होने लग्या, तू क्यों इहदा तौरात दा वर्का फड़ लिया? तू की कढना इहदे च, की पढ़ना ही? हजरत उमर रजी अल्लाह तआला ने वेख्या नबी पाक सल्लल्लाहु अलैहि वसल्लम दा चेहरा गुस्से नाल सुरख होया सी, ते जो लफज उन्होंने कहे वही लफज असीं पे कहने हैं कि या अल्लाह असीं राजी हां तेरे इस दिते दीन ते, इस दिती नेमत ते, इस शरीयत ते असीं मुतमिन हां, सानू जरूरत ही नहीं। और ईसा अलैहिस्सलाम ने आके साडा की सवारना है? साडे दीन दा ते कख नहीं सवारना। हाँ उन्होंने उन्होंने सलीब तोड़नी है, जिन्होंने हुण मरदाइयां ने उंगलियां ते पा लिया दऊं तराउन ना हजरत नून ते कोई दूजा पता नहीं की समावल की ओहदा नाम सी, वो मरदाइयां दी झोली च बैठ के ना ते सानू गालां कड्ढन लगे ने साडे इस बेवकूफ मुसलमानां दी वजह तो, जिन्हां नूं मैं 2-3 वारी आख्या इन्हां नूं ना छेड़ो, इन्हां नूं ना छेड़ो। एक ते दूजा है कि असीं ईसा अलैहिस्सलाम दी गुस्ताखी कर ही नहीं सकदे। ਤੁਹਾਨੂੰ ਇਹਨਾਂ ਨਾਲ ਕੋਈ ਜ਼ਰੂਰਤ ਹੀ ਨਹੀਂ ਹੈ ਕੋਈ ਐਸੀ ਗੱਲ ਨਜਾਇਜ਼ ਕਰਨ ਦੀ। ਹੁਣ ਉਹ ਮਰਜ਼ਈਆਂ ਦੀ ਝੋਲੀ 'ਚ ਬਹਿ ਕੇ ਨਾ ਤੇ ਉਹ 2-3
ਗਾਲਾਂ ਕੱਢਣ ਲੱਗੇ ਨੇ ਮੁਜਾਹਿਦਾਂ ਨੂੰ, ਉਹ ਖਤਮੇ ਨਬੂਵਤ ਦੇ ਮੁਜਾਹਿਦੋ ਇੱਧਰ ਆਓ ਸਾਹਮਣੇ, ਅਸੀਂ ਤੁਹਾਡੇ ਨਾਲ ਫਲਾਣੀ ਗੱਲ ਕਰਨੀ। ਭਾਈ ਜੇ ਤੁਸੀਂ ਮੁਜਾਹਿਦਾਂ ਨਾਲ ਗੱਲ ਕਰਨੀ ਹੈ ਤੇ ਤੁਸੀਂ ਆਪਣੀ ਬਰਾੜ ਲਾ ਕੇ ਕਰੋ। ਜਿਨ੍ਹਾਂ ਦੀ ਝੋਲੀ 'ਚ ਬਹਿ ਕੇ ਤੁਸੀਂ ਮੁਜਾਹਿਦਾਂ ਨੂੰ ਆਵਾਜ਼ਾਂ ਮਾਰਨ ਲੱਗੇ ਹੋ, ਇਹ ਉਹ ਨੇ ਜਿਨ੍ਹਾਂ ਦੇ ਗੁਰੂ ਨੇ, ਜਿਨ੍ਹਾਂ ਦੇ ਮੂੰਹ ਬੋਲੇ ਨਬੀ ਨੇ ਈਸਾ अलैहिस्सलाम ਦੀ, ਯਸੂਲ ਮਸੀਹ ਦੀ ਉਹ ਤੋਹੀਨ ਕੀਤੀ ਏ। ਕੋਈ ਸਿਆਲ, ਕੋਈ ਮਿਆਲ, ਕੋਈ ਰੋੜਾ, ਕੋਈ ਵੱਟ ਪਾਦਰੇ ਦਾ ਕੋਈ ਕਰ ਹੀ ਨਹੀਂ ਸਕਦਾ। ਉਹ ਜੀ ਉਹ ਗੁਸਤਾਖੀ ਕਰ ਹੀ ਨਹੀਂ ਸਕਦਾ ਜਿਹੜੀ ਮਿਰਜ਼ਾ ਕਾਦੀਆਨੀ ਕਜ਼ਾਬ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਮਸੀਹ ਇਬਨ ਮਰੀਮ ਦੀਆਂ ਗੁਸਤਾਖੀਆਂ ਕੀਤੀਆਂ ਨੇ, ਯਸੂਲ ਮਸੀਹ ਦੀਆਂ ਕੀਤੀਆਂ ਨੇ, ਸਈਦਾ ਮਰੀਮ ਸਦੀਕਾ ਦੀਆਂ ਕੀਤੀਆਂ। ਉਹ ਗੁਸਤਾਖੀ ਕੋਈ ਮੁਸਲਮਾਨ ਤਸੱਵਰ ਵੀ ਨਹੀਂ ਕਰ ਸਕਦਾ। ਮੈਂ ਤੇ ਉਹਨਾਂ ਲਫ਼ਜ਼ਾਂ ਤੋਂ ਵੀ ਇਹਨਾਂ ਨੂੰ ਦਵਾਂ ਤਰਵਾਂ ਨੂੰ ਸਖਤੀ ਨਾਲ ਮਨਾ ਕੀਤਾ, ਭਾਵੇਂ ਉਹ ਅਬਾਬੀਲ ਹੋਰੀ ਨੇ, ਭਾਵੇਂ ਦੂਜੇ ਨੇ, ਭਾਵੇਂ ਤੀਜੇ ਨੇ। ਮੈਂ ਇਹਨਾਂ ਨੂੰ ਕਿਹਾ ਕਿਉਂ ਤੁਸੀਂ ਯਸੂਲ ਮਸੀਹ ਦਾ ਨਾਮ ਲੈ ਲੈ ਕੇ ਤੇ ਇਹੋ ਜਿਹੇ ਨਜਾਇਜ਼ ਲਫ਼ਜ਼ ਬੋਲਦੇ ਹੋ? ਤੁਸੀਂ ਡਰ ਰੱਬ ਨੂੰ ਜਾਨ ਨਹੀਂ ਦੇਣੀ ਹੈ? ਤੁਹਾਨੂੰ ਪਤਾ ਨਹੀਂ ਉਹ ਹਸਤੀ ਤੇ ਪਾ ਕੇ ਉਹ ਮਾਸੂਮ ਨਬੀ ਨੇ ਅੱਲਾ ਦੇ। ਇਹਨਾਂ ਨੇ ਅਗਰ ਉਹਨਾਂ ਦਾ ਕਰੈਕਟਰ ਖਰਾਬ ਆਪਣੀਆਂ ਕਿਤਾਬਾਂ 'ਚ ਲਿਖਿਆ ਤੇ ਉਹਦਾ ਇਹ ਮਤਲਬ ਤੇ ਨਹੀਂ ਕਿ ਅਸੀਂ ਉਹਨਾਂ ਦਾ ਨਾਂ ਦੂਜਾ ਰੱਖ ਕੇ ਤੇ ਉਹਨਾਂ ਨੂੰ ਕੋਈ ਨਜਾਇਜ਼ ਲਫ਼ਜ਼ ਬੋਲੀ। ਬਾਰ ਕੈਫ ਉਹ ਹੁਣ ਕ੍ਰਿਸਚਨ ਉੱਥੇ ਬਹਿ ਕੇ 2-3 ਆਦੀ ਦੀ ਬਰਾੜ ਤੇ ਲੱਗੇ ਨੇ, ਤੁਹਾਨੂੰ ਗਾਲਾਂ ਕੱਢਣ ਲੱਗੇ ਨੇ ਤੇ ਕੱਢਦੇ ਨੇ ਤੇ ਇਹਨਾਂ ਬੇਵਕੂਫਾਂ ਦੀ ਵਜ੍ਹਾ ਤੋਂ। ਇਹ ਜਿਹੜੇ ਨੇ ਨਾ ਸਿਆਲ ਹੋ ਗਿਆ, ਇੱਕ ਦੋ ਹੋਰ ਹੋ ਗਿਆ, ਕੋਈ ਰੋਲਾ ਹੈ, ਕੋਈ ਸਿਆਲ ਹੈ, ਕੋਈ ਰੋੜਾ ਹੈ, ਕੋਈ ਪਾਦਰੇ में, ਕੋਈ ਸਾਵਣ ਹੈ, ਪਤਾ ਨਹੀਂ ਹਰੇ ਵਾਟੇ, ਕੋਈ ਬਹਾਰ ਦਾ ਮੌਸਮ ਹੈ। ਤੇ ਕੀ ਜ਼ਰੂਰਤ ਹੈ ਤੁਹਾਨੂੰ ਉਹਨਾਂ ਕੋਲੋਂ ਨਜਾਇਜ਼ ਲਫ਼ਜ਼ ਖਵਾਉਣ ਦੀ? ਜਿਹੜੇ ਮਰਜ਼ਈ ਨੇ ਨਾ ਉਹ ਤੇ ਦੁਨੀਆ ਦੀ ਇੱਕ ਗੰਦੀ ਤਰੀਨ ਕੌਮ ਹੈ। ਉਹ ਤੇ ਕ੍ਰਿਸ਼ਨਾ ਨੂੰ ਝੋਲੀ 'ਚ ਬਹਾ ਲੈਣਗੇ, ਹਿੰਦੂਆਂ ਨੂੰ ਝੋਲੀ 'ਚ ਬਹਾ ਲੈਣਗੇ। ਮੁਲਹਿਦੀਨ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਨੇ, ਜਿਹੜੇ ਕਿਸੇ ਮਜ਼ਹਬ ਨੂੰ, ਕ੍ਰਿਸਚਨ ਤੇ ਫਿਰ ਵੀ ਕਿਸੇ ਮਜ਼ਹਬ ਨੂੰ ਮੰਨਦੇ ਨੇ ਨਾ, ਉਹਨਾਂ ਦੀ ਕੋਈ ਪਹਿਚਾਣ ਹੈ, ਉਹਨਾਂ ਦਾ ਕੋਈ ਮਜ਼ਹਬ ਹੈ। ਚਲੋ ਉਸ ਮਜ਼ਹਬ ਨੂੰ ਅਸੀਂ ਗਲਤ ਸਮਝਦੇ ਹਾਂ ਜਾਂ ਅਲੱਗ ਗੱਲ ਹੈ, ਲੇਕਿਨ ਉਹ ਕਿਸੇ ਮਜ਼ਹਬ ਦੇ ਮੁਲਹਿਦੀਨ ਤੇ ਕਿਸੇ ਮਜ਼ਹਬ ਨੂੰ ਨਹੀਂ ਮੰਨਦੇ, ਤੇ ਸਾਰਿਆਂ ਨੂੰ ਗਾਲਾਂ ਕੱਢਦੇ ਨੇ। ਤੇ ਮਰਜ਼ਾਈ ਤੇ ਉਹਨਾਂ ਨੂੰ ਝੋਲੀਆਂ 'ਚ ਪਾ ਕੇ ਤੇ ਆਂਦੇ ਨੇ ਵੀ ਆ ਕੱਢੋ ਗਾਲਾਂ ਇਹਨਾਂ ਨੂੰ, ਮੁਸਲਮਾਨਾਂ ਨੂੰ। ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ। ਫਿਰ ਉਹ ਬੜਾ ਖੁਸ਼ ਹੁੰਦੇ ਨੇ ਮੁਲਹਿਦੀਨ ਤਰ੍ਹਾਂ ਮਿਰਜ਼ਾਈ ਜਿਹੜਾ ਨਾ, ਕਿਉਂਕਿ ਇਹ ਵੀ ਮੁਲਹਿਦੀਨ ਦਾ ਚਰਬਾ ਹੀ ਹੈ ਨਾ ਅਸਲ 'ਚ ਮਿਰਜ਼ਾਈਅਤ। ਥੱਲੇ ਵਾਟਰ ਆਇਆ ਔਰ ਵਾਟਰ ਨੂੰ ਕਾਲ ਤੇ ਚੁੱਕੋ ਮਾਦਰਤ ਦੇ ਨਾਲ ਰਹਿਣ ਦਿਓ, ਰੱਬ ਦਫਾਉਣ ਤੇ ਜਾਣਾ ਹੋਏਗਾ ਆ ਜਾਏਗਾ। ਵਾਟਰ ਦੀ ਪ੍ਰਾਈਵੇਟ ਆਈਡੀ ਹੈ। ਮੈਂ ਕਹਿੰਦਾ ਮੈਂ ਕਿ ਮੁਲਹਿਦੀਨ ਦੀ ਤਰ੍ਹਾਂ ਇਹ ਖੁਸ਼ ਹੁੰਦੇ ਨੇ ਬੜਾ, ਔਰ ਇਹਨਾਂ ਨੂੰ ਬੜਾ ਅੱਛਾ ਲੱਗਦਾ ਹੈ। ਜਿਸ ਤਰ੍ਹਾਂ ਉਹ ਫਤਿਹ ਇਸਲਾਮ ਕਹਿ ਰਹੇ ਸੀ ਨਾ, ਅਬ ਨਾਮ ਦੇਖੋ ਫਤਿਹ ਇਸਲਾਮ ਰੱਖੇ ਹੈ, ਨਾਮ ਵੀ ਇਹੋ ਜਿਹਾ ਰੱਖਿਆ ਕਿ ਫਤਿਹ ਇਸਲਾਮ। ਜੇ ਕਿਸੇ ਨੇ ਗਾਲ ਕੱਢਣੀ ਹੈ, ਕਿਸੇ ਨੇ ਬੁਰਾ ਭਲਾ ਕਹਿਣਾ ਤੇ ਇਸਲਾਮ ਨੂੰ ਕਵੇ। ਤੇ ਇਸ ਤਰ੍ਹਾਂ ਦੇ ਨਾਮ ਰੱਖ ਕੇ ਸਿਰਫ ਔਰ ਸਿਰਫ ਇਸਲਾਮ ਦੇ ਖਿਲਾਫ ਦੁਸ਼ਮਣੀ ਦਾ ਆਪਣਾ ਜਿਹੜਾ ਦਿਲ ਦੇ ਵਿੱਚ ਗਰਜ ਨਾ ਉਹ ਸ਼ੋ ਕਰਨਾ ਹੈ। ਫਿਰ ਉੱਥੇ ਆ ਕੇ ਕੋਈ ਸਿੱਖ, ਹਿੰਦੂ, ਈਸਾਈ ਜਾਂ ਕੋਈ ਕ੍ਰਿਸਚਨ ਕੋਈ ਅਗਰ ਗਾਲ ਕੱਢੇਗਾ ਤੇ ਉਹ ਕਿਹਨੂੰ ਕੱਢੇਗਾ? ਉਹ ਨਬੀ ਪਾਕ अलैहिस्सलातु वस्सलाम ਦੀ ਜ਼ਾਤੇ ਪਾਕ ਤੋਂ ਲੈ ਕੇ ਮੁਸਲਮਾਨਾਂ ਦੇ ਜਿਤਨੇ ਵੀ ਅਕਾਬਿਰ ਨੇ ਉਹਨਾਂ ਨੂੰ ਬੁਰਾ ਭਲਾ ਕਹੇਗਾ। ਫਿਰ ਇਹ ਖੁਸ਼ ਹੁੰਦੇ ਨੇ, ਅੱਗੋਂ ਦੀ ਇਹ ਨਹੀਂ। ਫਿਰ ਇਹ ਕਹਿਣਗੇ ਆਓ ਮੁਸਲਮਾਨੋ ਹੁਣ ਜਵਾਬ ਦਿਓ। ਯੂਸਫੀ ਭਾਈ ਇਹ ਪਿੱਛੇ ਕੁਝ ਦਿਨ ਹੋਏ ਨੇ ਕਿਸੇ ਨੇ ਮਰਜ਼ਈ ਨੇ ਬਲੋਡ ਲਗਾਈ ਸੀ ਹਾਜੀ ਦੇ ਨਾਮ ਤੋਂ। ਮੈਂ ਕਿਹਾ ਤੁਸੀਂ ਕਿੱਥੋਂ ਹਾਜੀ ਬਣ ਗਏ ਹੋ? ਇਹ ਸਾਹਿਬ ਜਿਹੜੇ ਨੇ ਇਹ ਗਾਇਬ ਰਹਿੰਦੇ ਨੇ ਅੱਜ ਕੱਲ੍ਹ। ਰਾਜਾ ਸਾਹਿਬ ਦੇ ਮਾਮਲਾਤ ਬਹੁਤ ਡਾਢੇ ਨੇ। ਰਾਜਾ ਸਾਹਿਬ ਪਾਏ ਗਏ ਨੇ ਵਕੀਲ। ਅੱਛਾ ਅਮਰ ਭਾਈ ਕੋਈ ਆਸਾਨ ਸੇ ਨਹੀਂ ਹੈਗਾ ਜਿਹੜਾ ਮਿਰਜ਼ਾ ਸਾਹਿਬ ਜਿਹੜੇ ਦੁਬਰ ਚੋਂ ਨਿਕਲੇ ਨੇ, ਮਤਲਬ ਉਹਨਾਂ ਦੀ ਓਵਰੀ 17 ਟਨ ਕਿੰਨੇ? ਨਹੀਂ, ਇਹਦਾ ਜਵਾਬ ਇਹ ਵੇ ਜਿਸਮਾਨ ਚ, ਇਹਦਾ ਜਵਾਬ ਸਹੀ ਹੈ ਵੇ ਕਿ ਜਿਸਮਾਨ ਤੋਂ ਕੋਈ ਨਹੀਂ ਨਾ ਆਏਗਾ ਤੇ 10 ਮਹੀਨੇ ਦੇ ਅਮਲ ਨਾਲ ਵੀ ਕੋਈ ਨਹੀਂ ਹਿੱਸਾ ਬਣੇਗਾ। ਇਹ ਸਾਨੂੰ ਕਨਫਰਮ ਹੈ ਕਿ ਜੇ ਬੰਦੇ ਨੂੰ 10 ਮਹੀਨੇ ਦਾ ਅਮਲ ਹੋ ਜਾਏ, ਪਹਿਲਾਂ ਤਾਂ ਹੁੰਦਾ ਹੀ ਨਹੀਂ, ਤੇ ਜੇ ਹੋ ਵੀ ਜਾਏ ਤੇ ਉਹਦੇ ਨਾਲ ਬੰਦਾ ਈਸਾ ਇਬਨ ਮਰੀਮ ਨਹੀਂ ਬਣ ਜਾਂਦਾ, ਬਲਕਿ ਉਹ ਕਜ਼ਾਬ ਦਜਾਲ ਹੀ ਬਣਦਾ ਹੈ। 10 ਮਹੀਨੇ ਦਾ ਅਮਲ ਖੋਤੀ ਨੂੰ ਹੁੰਦਾ ਹੈ। ਹੁਣ ਮੇਰਾ ਸਿੰਪਲ ਜਿਹਾ ਸਵਾਲ ਹੈ ਵੇ ਕਿ ਮਿਰਜ਼ਾ ਸਾਹਿਬ ਦੀ ਓਵਰੀ 'ਚ ਮਤਲਬ ਮਿਰਜ਼ਾ ਸਾਹਿਬ ਆਪਣੇ ਆਪ ਨੂੰ ਤਾਂ ਕਹਿੰਦੇ ਤੇ ਮਰਦ ਹੀ ਸਨ। ਅਮਰ ਭਾਈ ਇਹ ਸਾਹਿਬ ਆਏ ਨੇ ਇਹਦਾ ਪੁੱਛੋ ਹੀ ਤੁਹਾਨੂੰ ਦੱਸੋ ਕਿੰਨੇ ਮਹੀਨੇ ਦਾ। ਮੇਰਾ ਸਵਾਲ ਸਿੰਪਲ ਜਿਹਾ ਹੈ ਕਿ ਮਿਰਜ਼ਾ ਸਾਹਿਬ ਦੀ ਓਵਰੀ 'ਚ ਸਪਰਮ ਕਿਨੇ ਰੱਖਿਆ?
अस्सलाम वालेकुम रहमतुल्लाहि व बरकातहू। ਉਹ ਇਹਨੇ ਦੱਸਿਆ ਨਾ, ਕਾਜ਼ੀ ਯਾਰ ਨੇ ਕਹਿੰਦਾ ਬਈ इस्लामी कुर्बानी किताब च कहता है कि हजरत मिर्जा साहब ने एक दफा अपनी ये हालत बयान की थी कि गोया कि वो औरत है और खुदा उनसे रजूलियत का इजहार फरमा रहा था। है पता है नजीर साहब को? क्यों नजीर साहब काजी यार ਨੂੰ ਜਾਣਦੇ ਹੋ? जी दसो जी किथे लगाओ की केड़ा तबसरा हो रहा है, केड़ी गल ते हो रहा है जी? काजी यार नहीं है, मिर्जा साहब दा मुरीद जी। ਉਹਨੇ ਕਿਤਾਬ ਲਿਖੀ इस्लामी कुर्बानी। अच्छा। ਉਹਦੇ ਚ ਉਹਨੇ ਲਿਖਿਆ ਹੈ कि एक दफा हजरत साहब ने बयान किया कि अपनी ये हालत जाहिर की कि गोया वो एक औरत है और खुदा उनसे रजूलियत का इजहार फरमा रहा है। ये पता है तुहानू गल दा? नहीं मैं कोई नहीं पढ़िया जी। अच्छा अज तुहानू हाई है फिर बिखा दसो जी, पढ़ाओ जी की गल है जी। लो जो हाद न जनाब की याद करोगे। लो हमने तुम्हें दिल दिया क्या याद करोगे। ਮਤਲਬ ਸਪਰਮ ਜਾਂ ਲਾਸ਼ ਦਾ ਉਹ ਖਲੋ ਜੋ ਨਾ ਸਪਰਮ ਵੀ ਵੇਖ ਲੈਣੇ ਨਾ ਜਦੋਂ ਮਿਰਜ਼ਾ ਸਾਹਿਬ ਕਹਿੰਦੇ ਨੇ ਇਹ ਲੋ ਜੀ ਮੈਂ ਇੱਥੇ ਲੈਣਾ ਰਜੂਲੀਅਤ ਦਾ ਮਾਨੀ ਵੀ ਅਲਫਾਜ਼ ਮਾਨੀ ਦੱਸੋ ਨਾ। ਹਾਂ ਮੈਂ ਦੱਸ ਉਹ ਰਜੂਲੀਅਤ ਜਦੋਂ ਇੱਕ ਔਰਤ ਨਾਲ ਰਜੂਲੀਅਤ ਦਾ ਇਜ਼ਹਾਰ ਕੀਤਾ ਜਾਂਦਾ ਤਾਂ ਉਹਦਾ ਕੀ ਮਤਲਬ ਹੁੰਦਾ ਹੈ? ਨਹੀਂ ਆਮ ਬੰਦਿਆਂ ਨੂੰ ਤੇ ਨਹੀਂ ਪਤਾ ਨਾ ਰਜੂਲੀਅਤ ਕਿੰਨੀ। ਰਜੂਲੀਅਤ ਰਜੂ ਕਰਨੇ ਤੋਂ ਕੁਝ ਬੰਦੇ ਸਮਝਦੇ ਹੋਣਗੇ। ਰਜੂਲੀਅਤ ਦਾ ਮਾਨੀ ਕੀ ਮੁਬਾਸ਼ਰਤ ਕਰਨਾ, ਹਮ ਬਿਸਤਰੀ ਕਰਨਾ, सोहबत करना, मियाँ बीवी वाले तलकात। ਦੱਸਣਾ ਰਜੂਲੀਅਤ ਜਿਹੜੀ ਹੈ ਨਾ ਅਗਰ ਕਿਸੇ ਨਾਲ ਕੀਤੀ ਜਾਏ ਨਾ ਸ਼ਾਦੀशुदा ਤੇ ਉਹਨੂੰ ਕਹਿੰਦੇ ਨੇ ਕਿ ਹਮ ਬਿਸਤਰੀ, ਅਗਰ ਬਗੈਰ ਸ਼ਾਦੀ ਤੋਂ ਕਰੇ ਕੀਤੀ ਜਾਏ ਉਹਨੂੰ ਜ਼ਨਾ ਕਹਿੰਦੇ। ਹਾਂ ਤੇ ਮਿਰਜ਼ਾ ਸਾਹਿਬ ਨੇ ਕਿਹੜੀ ਰਜੂਲੀਅਤ ਕੀਤੀ ਸੀ? ਬਹੁਤ ਅੱਲਾ। ਹੈਲੋ ਜੀ ਕਰ ਰਹੇ ਨੇ। ਹੈਲੋ ਜੀ ਨਜ਼ੀਰ ਸਾਹਿਬ ਹੈ ਇਸਲਾਮੀ ਕੁਰਬਾਨੀ ਕਿਤਾਬ ਹੈ, ਨੈਟ ਤੇ ਪਈ ਹੈ, ਗੂਗਲ ਤੇ ਜਾਓਗੇ ਤੇ ਇਹ ਕਿਤਾਬ ਜਿਹੜੀ ਕਾਜ਼ੀ ਯਾਰ ਸਾਹਿਬ ਨੇ ਲਿਖੀ ਹੈ ਨਾ ਜਨਵਰੀ 1920 ਵਿੱਚ ਇਹ ਤੁਹਾਨੂੰ ਮਿਲ ਜੇਗੀ ਗੂਗਲ ਦੇ ਉੱਤੇ, ਇਸਲਾਮੀ ਕੁਰਬਾਨੀ। ਕਾਜ਼ੀ ਯਾਰ ਮੁਹੰਮਦ ਸਾਹਿਬ BOL ਪਲੀਡਰ ਨੂਰਪੁਰ ਜ਼ਿਲ੍ਹਾ ਕਾਂਗੜਾ। अच्छा ਜਿਹੜਾ ਕਾਜ਼ੀ ਸਾਹਿਬ ਨੇ ਲਿਖਿਆ ਹੈ ਆਮਿਰ ਸਾਹਿਬ, ਤੇ ਇਹਦਾ ਜ਼ਿਕਰ ਮਿਰਜ਼ਾ ਸਾਹਿਬ ਨੇ ਵੀ ਆਪਣੀ ਕਿਤਾਬ ਵਿੱਚ ਕਿਧਰੇ ਕੀਤਾ ਹੈ ਇਸ ਗੱਲ ਦਾ? ਇਹ ਸੇਮ ਹੈ, ਲਫ਼ਜ਼ ਨਹੀਂ ਇਹਦੇ ਨਾਲ ਮਿਲਦੀ ਜੁਲਦੀ ਗੱਲ ਉਹਨਾਂ ਬਿਆਨ ਕੀਤੀ, ਉਹ ਮੈਂ ਦੱਸਣਾ ਵਾ, ਪਹਿਲਾਂ ਇਹ ਪੜ੍ਹ ਲਈਏ। ਨਹੀਂ ਇਹਦਾ ਪੜਨ ਦਾ ਫਾਇਦਾ नहीं है ना, ਤੁਸੀਂ ਮਿਰਜ਼ਾ ਸਾਹਿਬ ਦੀ ਜਿਹੜੀ ਮਿਲਦੀ ਜੁਲਦੀ ਗੱਲ ਹੈ ਨਾ ਤੁਸੀਂ ਉਹ ਤੋਂ ਕੱਢੋ। मैं बयान कर एक मिनट जरा मैं पढ़ लें। जैसा कि हजरत मसीह मऊद ने एक मौका पर अपनी हालत ये जाहिर फरमाई है कि कशफ की हालत आप पर इस तरह तारी हुई कि गोया आप औरत हैं और खुदा या लाश ने रजूलियत की ताकत का इजहार फरमाया था। आगे साथ ये भी लिखा हुआ है समझने वाले के लिए इशारा काफी है। ट्रू मुस्लिम होता समझने वाले के लिए इशारा नहीं, इशारा तो उधर ही है, लेकिन ऐ हो सकता है ना मिर्जा साहब ਦੇ ਨਾਲ ਰਜੂਲੀਅਤ ਹੋਈ ਹੋਣੀ ਹੈ। ਹੁਣ ਇਹ ਲਾਸ਼ ਕੀ ਪਤਾ ਕਿਸ ਬਲਾ ਨੂੰ ਕਹਿੰਦੇ ਨੇ। ਇਹ ਲਾਸ਼ ਕਰ ਸਕਦਾ ਹੈ, ਹੋ ਸਕਦਾ ਹੈ ਕੋਈ ਇਹ ਲਾਸ਼ ਜਿਹੜਾ ਹੈ ਉਹ ਕੋਈ ਲਵਾਤਤ ਦਾ ਸ਼ੌਕ ਰੱਖਦਾ ਹੋਏ, ਕੋਈ ਇਸ ਤਰ੍ਹਾਂ ਦਾ ਲਵਾਤਤ ਜ਼ਿਆਦਾ। ਇਹ ਲਾਸ਼ ਦਾ ਮਾਨੀ ਵੀ ਦੱਸੋ, ਇਹ ਲਾਸ਼ ਕੌਣ ਸੀ? ਮਿਰਜ਼ਾ ਸਾਹਿਬ ਦੇ ਨਜ਼ਦੀਕ ਇਹ ਲਾਸ਼ ਕੌਣ ਸਨ? ਕੌਣ ਸਨ ਮਿਰਜ਼ਾ ਸਾਹਿਬ ਦੇ? ਕੋਈ ਖਾਦਮ ਸਨ, ਉਹਨਾਂ ਦੇ ਕੋਈ ਦੁਸ਼ਮਣ ਸਨ, ਉਹਨਾਂ ਦੇ ਦੋਸਤ ਸਨ? ਅਸਲ ਚ ਮਿਰਜ਼ਾ ਸਾਹਿਬ ਨੇ ਸਮਝਿਆ ਸੀ ਕਿ ਇਹ ਜਿਹੜਾ ਇਹ ਲਾਸ਼ ਹੈ ਨਾ, ਮਿਰਜ਼ਾ ਸਾਹਿਬ ਨੇ ਉਹਨੂੰ ਖੁਦਾ ਸਮਝਿਆ ਸੀ ਤੇ ਦੱਸਦੇ ਸੀ ਕਿ ਇਹ ਖੁਦਾ ਦਾ ਨਾਂ ਹੈ, ਲੇਕਿਨ ਇਹ ਲਾਸ਼ ਸਾਡੇ ਮੁਹੰਮਦ ਅਰਬੀ ਸੱਲੱਲਾਹੁ ਅਲੈहि ਵਸੱਲਮ ਦੇ ਖੁਦਾ ਦਾ ਨਾਂ ਇਹ ਲਾਸ਼ ਨਹੀਂ ਹੈ, ਬਲਕਿ ਮਿਰਜ਼ਾ ਸਾਹਿਬ ਦੇ ਖੁਦਾ ਦਾ ਨਾਮ ਵੀ ਤੇ ਇਹ ਲਾਸ਼ ਨਹੀਂ ਹੈ ਨਾ ਕਿਸੇ ਦੇ। ਜੋ ਮੁਹੰਮਦ ਰਸੂਲullah ਦਾ ਖੁਦਾ ਹੈ ਉਹ ਸਾਡਾ ਤੁਹਾਡਾ ਖੁਦਾ ਹੈ ਜੀ। ਸਾਡੇ ਖੁਦਾ ਦਾ ਨਾਂ ਇਹ ਲਾਸ਼ ਨਹੀਂ ਹੈ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਖੁਦਾ ਦਾ ਨਾਂ ਹੈ ਕਿ ਇਹ ਲਾਸ਼। ਉਹ ਇਹ ਲਾਸ਼ ਮੇਰਾ ਖਿਆਲ ਹੈ ਮਿਰਜ਼ਾ ਸਾਹਿਬ ਨੇ ਉਹਨੂੰ ਕਿਤੇ ਪੁੱਛਿਆ ਵੀ ਤੇਰਾ ਕੀ ਨਾਂ ਹੈ ਤੇ ਉਹਨੇ ਦੱਸਿਆ ਮੇਰਾ ਨਾਂ ਇਹ ਲਾਸ਼। ਉਹ ਪਤਾ ਕੌਣ ਸੀ? ਬੁਨਿਆਦੀ ਤੌਰ ਤੇ ਮਿਰਜ਼ਾ ਸਾਹਿਬ ਦਸੰਬਰ 1885 ਚ ਗਏ ਸਨ ਹੁਸ਼ਿਆਰਪੁਰ ਚਿੱਲਾ ਕੱਟਣ, ਤੇ ਉੱਥੇ ਜਨਵਰੀ ਦੇ ਮਹੀਨੇ ਚ ਇਹਨਾਂ ਨੇ ਚਿੱਲਾ ਕੱਟਿਆ 40 ਦਿਨ। ਰਈਸ ਉਹਦਾ ਨਾਂ ਹੈ ਮੇਰ ਅਲੀ।
ਮੇਰ ਅਲੀ ਰਈਸ ਉਹਦਾ ਤਵੇਲਾ ਸੀ ਜਿੱਥੇ ਘੋੜੇ ਮੱਝਾਂ ਜਾਨਵਰ ਵਗੈਰਾ ਨਹੀਂ, ਹਵੇਲੀ ਕਹਿ ਲੋ ਡੰਗਰਾਂ ਵਾਲੀ, ਪੰਜਾਬੀ ਜਿਹਨੂੰ ਤਪਲਾ ਕੇ ਕੀ ਕਹਿੰਦੇ ਨੇ, तबेला ये लाश का लफ्ज तो भारत में नहीं चौहान साहब अस्सी में पढ़ते हैं भारत च तां ये लाश का लफ्ज इस्तेमाल किया है कि अल्लाह ताला वो हस्ती है, वो पाक जात है कि ਉਹਦੇ ਬਾਰੇ ਇਹ ਲਫ਼ਜ਼ ਅਸੀਂ ਇਸਤੇਮਾਲ ਕਰਕੇ ਪੜ੍ਹ ਕੇ ਸੁਣਾ ਨਹੀਂ ਸਕਦੇ, ਮਜਬੂਰਨ ਪੜਿਆ, ਮਾਜ਼ਰਤ ਕਬੂਲ ਕਰ ਲਓ, क्योंकि मिर्जा साहब ਨੂੰ ਤੇ ਇਹੀ ਪਤਾ ਹੈ ਤੇ ਕਾਜ਼ੀ ਯਾਰ ਨੂੰ ਤੇ ਇਹੀ ਪਤਾ ਨੇ ਕਿ ਇਹ ਅੱਲਾਹ ਤਾਲਾ ਹੈ, लेकिन ਅੱਲਾਹ ਤਾਲਾ नहीं है। ਅੱਛਾ ਚੌਹਾਨ ਸਾਹਿਬ ਨੂੰ ਉੱਤੇ ਲਓ ਜੀ, ਚੌਹਾਨ ਸਾਹਿਬ ਥੱਲੇ ਕਿਉਂ ਨੇ, ਉਹਨਾਂ ਨੂੰ ਜਗ੍ਹਾ ਦਿਓ। ਚੌਹਾਨ ਸਾਹਿਬ ਨੂੰ ਉੱਤੇ ਕਰਨੇ ਆ ਤੇ ਉਹਨਾਂ ਦੀ ਧੌਣ ਵੱਢਣੇ ਆ, ਤੁਸੀਂ ਆਪਣਾ ਬਚਾ ਲਓ ਢਿੱਡ ਜਿਹੜਾ ਨਾ ਤੇ ਉਹ ਬਚਾ ਲਓ। ਮੈਨੂੰ ਇੱਕ ਮਿੰਟ ਟਰੂ ਮੁਸਲਿਮ ਮੈਨੂੰ ਗੱਲ ਸਮਝਾ ਲੈਣ ਦਿਓ। ਉਹ ਮਿਰਜ਼ਾ ਸਾਹਿਬ ਆਹੋ ਉਹਨਾਂ ਨੂੰ ਹੀ ਅੱਗੇ ਕਰੋ, ਮੈਂ ਪਹਿਨਾ ਉਹਨਾਂ ਨੂੰ ਲੈ ਆਵੋ, ਜਾਂ ਕ੍ਰਿਸਚਨ ਉੱਥੇ ਪੇ ਗਾਲਾਂ ਕੱਢਦੇ ਉਹਨਾਂ ਨੂੰ ਲੈ ਆਵੋ ਸਾਡੇ ਵੱਲ। ਨਜ਼ੀਰ ਸਾਹਿਬ ਤੁਸੀਂ ਨਹੀਂ ਡਿਫੈਂਡ ਕਰ ਸਕਦੇ ਮਿਰਜ਼ਾ ਸਾਹਿਬ ਨੂੰ, ਚੌਹਾਨ ਸਾਹਿਬ ਨੂੰ ਉੱਤੇ ਬੁਲਾ ਰਹੇ ਹੋ। ਨਹੀਂ ਮੈਂ ਤੇ ਡਿਫੈਂਡ ਦਾ ਕੀ ਮਤਲਬ ਹੈ, ਡਿਫੈਂਡ ਜਿਹੜਾ ਵਜੂਦ ਅੱਲਾ ਦੀ ਤਰਫੋਂ ਹੈ ਉਹਨੂੰ ਅਸੀਂ ਡਿਫੈਂਡ ਕਰ ਮਤਲਬ ਅਸੀਂ ਡਿਫੈਂਡ ਜੋ ਕਿ ਉਹ ਹੈ ਨੇ ਬਈ ਡਿਫੈਂਡ ਮਤਲਬ ਮਿਰਜ਼ਾ ਸਾਹਿਬ ਨੇ ਜਿਹੜੇ ਆ ਕਿਤੇ ਹੋਏ ਨੇ ਦਾਅਵੇ, ਇਹਨਾਂ ਨੂੰ ਤੁਸੀਂ ਡਿਫੈਂਡ ਨਹੀਂ ਕਰ ਸਕਦੇ ਨਾ। ਇੱਥੇ ਗੱਲ ਤੁਹਾਨੂੰ ਇਹ ਕੀ ਲਿਖਿਆ ਦਾ, ਇਹਦੇ ਚ ਕੀ ਲਿਖਿਆ ਹੈ, ਇਹ ਹੈ ਰੋਇਆ ख्वाब ਇਲਹਾਮ ਹੈ, ਕੀ ਹੈ, ਕੀ ਲਿਖਿਆ ਕੋਈ ਸਮਝ ਆਈ? ਕਸ਼ਫ ਦੀ ਹਾਲਤ ਚ ਕਸ਼ਫ ਵਿੱਚ ਤੇ ਰੋਇਆ ਵਿੱਚ ਤੇ ख्वाब ਵਿੱਚ ਤੇ ਬੰਦਾ ਕੀ ਦੇਖਦਾ ਹੈ। ਨਹੀਂ ਉਹ ਤੇ ਮੈਨੂੰ ਪਤਾ ਹੈ, ਰੋਇਆ ਵਿੱਚ ਤੇ ਮਿਰਜ਼ਾ ਸਾਹਿਬ ਇੱਕ ਵਾਰੀ ਟ੍ਰੇਨ ਚ ਜਾਂਦੇ ਸਨ ਤੇ ਟ੍ਰੇਨ ਚ ਇਹਨਾਂ ਨੂੰ ਤਲਾਮ ਵੀ ਹੋ ਗਿਆ ਸੀ ਨਾ। ਰੋਇਆ ਚ ਤੇ ਮਿਰਜ਼ਾ ਸਾਹਿਬ ਨੂੰ ਸਾਰਾ ਕੋਈ ਹੁੰਦਾ, ਕਸ਼ਫ ਹੈ, ਇਹ ਰੋਇਆ ਨਹੀਂ ਹੈ। ਕਸ਼ਫ ਚ ਮਿਰਜ਼ਾ ਸਾਹਿਬ ਕਹਿੰਦੇ ਨੇ ਬੇਦਾਰੀ ਤੋਂ ਵੀ ਜ਼ਿਆਦਾ ਵੱਧ ਕੇ ਆਲਮ ਹੁੰਦਾ। ਪਤਾ ਕਸ਼ਫ ਕੀ ਹੁੰਦਾ? ਬੇਦਾਰੀ ਕਹਿ ਰਿਹਾ ਉਸ ਟਾਈਮ ਇਨਸਾਨ ਦੇ ਇਖਤਿਆਰ ਵਿੱਚ ਨਹੀਂ ਹੁੰਦਾ, ਉਸ ਟਾਈਮ ਇਨਸਾਨ ਆਪਣੇ ਇਖਤਿਆਰ ਵਿੱਚ। ਮੈਂ ਕਦੋਂ ਕਹਿਣਾ ਮਿਰਜ਼ਾ ਸਾਹਿਬ ਦੇ ਇਖਤਿਆਰ ਸੀ? ਤੇ ਇਹ ਗੱਲਾਂ ਸਾਰੀਆਂ ਖੁਦਾ ਦੱਸਦਾ ਹੈ, ਇਹ ਜਿਹੜੀ ਗੱਲ ਦੱਸੀ ਹੈ ਖੁਦਾ ਨੇ ਦੱਸੀ ਹੈ, ਤੇ ਤੁਸੀਂ ਅਗਰ ਮਤਲਬ ਹੈ ਕਿ ਉਹ ਦੱਸੀ ਨਹੀਂ ਕੀਤੀ ਹੈ, ਦੱਸੀ ਨਹੀਂ ਕੀਤੀ ਹੈ, ਤੁਹਾਡੇ ਖੁਦਾ ਨੇ ਕੀਤੀ ਹੈ ਨਾ। ਜਿਸ ਤਰ੍ਹਾਂ ਕੁਰਾਨ ਕਰੀਮ ਵਿੱਚ ਸਿਫਤ ਮਰੀਮ ਦੀ ਮੋਮਨ ਦੀ ਸਿਫਤ, ਉਹ ਭਾਈ ਕੁਰਾਨ ਕਰੀਮ ਮੰਨ ਜਾ ਯਾਰ, ਉਸੇ ਗੱਲ ਹੈਲੋ ਨਜ਼ੀਰ ਭਾਈ ਯਾਰ ਪਲੀਜ਼, ਅੱਲਾਹ ਦਾ ਤੋਂ ਤੁਸੀਂ ਤੁਹਾਨੂੰ ਕੀ ਹੋ ਗਿਆ ਕੁਰਾਨ ਕਰੀਮ ਨੂੰ ਨਾ ਗਾਲਾਂ ਕੱਢ, ਤੇਰੀ ਮਿਹਰਬਾਨੀ ਤੂੰ ਇੱਥੇ ਜਿੰਨੀ ਗੱਲ ਤੇ ਕਰਦਾ ਨਹੀਂ ਕਰ ਲੈ। ਅਸੀਂ ਕੋਈ ਨਜਾਇਜ਼ ਲਫ਼ਜ਼, ਮੇਰੀ ਗੱਲ ਸੁਣ, ਅਸੀਂ ਆਪਣੇ ਕੋਲੋਂ ਕੋਈ ਲਫ਼ਜ਼ ਇਸਤੇਮਾਲ ਨਹੀਂ ਪੇ ਕਰਦੇ। ਤੂੰ ਕੁਰਾਨ ਕਰੀਮ ਦਾ ਹਵਾਲਾ ਤੇ ਤਾਂ ਦੇਣਾ ਜੇ ਅਸੀਂ ਕੋਈ ਨਜਾਇਜ਼ ਤੋਹੀਨ ਪੇ ਕਰਨੇ, ਅਸੀਂ ਉਹੀ ਪੇ ਗੱਲ ਕਰਨੇ ਜੋ ਲਿਖਿਆ ਹੈ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਤੋਹੀਨ ਨਹੀਂ, ਤੁਹਾਨੂੰ ਸਮਝ ਨਹੀਂ ਲੱਗ ਰਹੀ। ਅੱਛਾ ਜੇ ਨਹੀਂ ਸਮਝ ਆ ਰਹੀ ਮੇਰੀ ਗੱਲ ਸੁਣ ਲੈ ਨਾ, ਜੇ ਨਹੀਂ ਸਾਨੂੰ ਸਮਝ ਆ ਰਹੀ ਅਸੀਂ ਕੁੰਦ ਦੇਣ ਤੇ ਸਾਨੂੰ ਇੱਥੋਂ ਪੜ੍ਹ ਕੇ ਸਮਝਾ ਨਾ, ਕੁਰਾਨ ਕਰੀਮ ਵਾਲ ਤੇ ਨਾ ਜਾ। ਨਹੀਂ ਇੱਥੋਂ ਪੜ੍ਹ ਕੇ ਕੀ ਸਮਝਾਉਣਾ ਤੁਸੀਂ, ਕੀ ਅੱਲਾਹ ਤਾਲਾ ਦੇ ਕੰਮ ਨੇ, ਉਹ ਸਮਝਾਉਣਾ ਚਾਹੁੰਦਾ ਬੰਦੇ। ਸੁਣੋ ਮੈਂ ਦੱਸਣਾ ਕੀ ਸਮਝਣਾ, ਮੈਂ ਦੱਸਣਾ ਕੀ ਸਮਝਣਾ ਚਾਹੁੰਦਾ। रूहानी गल्लां ने रूहानी तौर पे वो कहते हैं कि जैसा कि हजरत मसीह मऊद ने एक मौका पर अपनी हालत ये जाहिर फरमाई है, हाँ बिल्कुल कशफ देखिया ना, कशफ क्या हो ओए आहो कशफ बदारी तो ਵੱਧ ਹੁੰਦਾ, कशफ की हालत अंबिया ਨੂੰ कशफ इल्हाम रोया सारी हेलो कशफ ਹੁੰਦਾ ਕਿ ਬੇਦਾਰੀ ਤੋਂ ਵੱਧ ਕੇ ਆਲਮ ਹੁੰਦਾ। ਜਿਸ ਤਰ੍ਹਾਂ ਤੁਸੀਂ ਗੱਲ ਪੇ ਕਰਦੇ ਹੋ ਨਾ ਬੇਦਾਰੀ ਦੀ ਹਾਲਤ ਸਾਡੇ ਨਾਲ, ਇਹਦੇ ਤੋਂ ਵੀ ਜ਼ਿਆਦਾ ਜਿਸ ਤਰ੍ਹਾਂ ਕਾਫੀ ਪੀਤੀ ਹੁੰਦੀ ਏ। ਮੈਂ ਆਮ ਤੌਰ ਤੇ ਬੇਦਾਰ ਹਾਂ, ਤੇ ਸੋਫੇ ਤੇ ਡਿੱਗਿਆ ਨਾ, ਤੇ ਬੇਦਾਰੀ ਤੋਂ ਵੱਧ ਕੇ ਆਲਮ ਇਹ ਹੁੰਦਾ ਕਿ ਜਿਸ ਬੰਦੇ ਨੇ ਸਵੇਰੇ ਕਾਫੀ ਸ਼ਾਫੀ ਪੀਤੀ ਹੁੰਦੀ ਤੇ ਬੰਦੇ ਦਾ ਤੇਜ਼ ਹੋ ਜਾਂਦਾ ਖੂਨ ਦਾ ਦੌਰਾ, ਤੇ ਬੰਦੇ ਨੂੰ ਇੰਜ ਲੱਗਦਾ ਦਿਲ ਕਰਦਾ ਦੌੜੇ ਉੱਠ ਕੇ ਇੰਜ। मिर्जा साहब बेदारी तो वध के आलम विच सन ते ऐसी हालत तारी होगी कि गोया आप औरत हैं, यानी मिर्जा साहब औरत हैं, और ये लाश ने रुजूलियत की ताकत का इजहार फरमाया था। मिर्जा साहब औरत बन गए ना, औरत बन के तो बिस्तर ते लेट गए होने ने, ते वो आया या लाश आया तो उन्हें आगे रुजूलियत दी ताकत का इजहार फरमाया, ਤੇ ਸਮਝਣੇ ਵਾਲੇ ਕੇ लिए ਇਸ਼ਾਰਾ ਕਾਫੀ ਹੈ। ਐਗੂ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਸਮਝਣ ਵਾਲਾ ਨਾ ਉਹਨੂੰ ਜ਼ਰੂਰਤ ਨਹੀਂ ਹੈ ਕਿ ਉਹਨੂੰ ਅਮਰ ਇਸ਼ਾਰਾ ਹੀ ਕਰਕੇ ਦਿਓ, ਇਸ਼ਾਰਾ ਹੀ ਸਮਝ ਜਾਏ। ਇਸ਼ਾਰਾ ਸਮਝ ਗਏ ਤੁਸੀਂ? ਇਸ਼ਾਰਾ ਤਾਂ ਇਹ ਨਿਕਲਦਾ ਹੈ ਕਿ ਆ ਕੇ ਇਹ ਲਾਸ਼ ਨੇ ਆ ਕੇ ਨਾ ਮਿਰਜ਼ਾ ਸਾਹਿਬ ਦੇ ਝੁਰਲੂ ਫੇਰ ਦਿੱਤਾ, ਹੋਰ ਕੀ ਹੈ ਯਾਰ ਆਪਣੇ ਕੋਲ ਕੋਈ ਲਫ਼ਜ਼ ਨਹੀਂ ਇਸਤੇਮਾਲ ਕਰਨਾ ਯਾਰ। ਅੱਛਾ आमिर साहब ਹੁਣ ਜਿਹੜੇ ਮਿਰਜ਼ਾ ਸਾਹਿਬ ਨੇ ਅਗਰ ਜਿੱਥੇ ਜ਼ਿਕਰ ਕੀਤਾ ਉਹ ਜ਼ਰਾ ਕੱਢੋ, ਉਹ ਪੜ੍ਹੀ ਉੱਥੇ ਕੀ ਲਿਖਿਆ। ਹਾਂ ਮੈਂ ਕੱਢਣਾ ਲੋ ਜੀ, ਮਿਰਜ਼ਾ ਸਾਹਿਬ ਦਾ ਆਪਣਾ ਜ਼ਿਕਰ ਕੱਢਿਆ ਜੀ। ਅਸੀਂ ਕੋਈ ਗੱਲ ਆਪਣੇ ਕੋਲੋਂ ਨਹੀਂ ਕਰਨੀ, ਕਿਉਂਕਿ ਨਹੀਂ ਸਮਝਣੇ ਦਾ ਮਤਲਬ ਉਹਨਾਂ ਨੇ ਖੁਦ ਲਿਖਿਆ, ਸਮਝਣੇ ਵਾਲੇ ਸਮਝ ਗਏ ਨੇ, ਸਮਝ ਤਾਂ ਇਹ ਆਉਂਦੀ ਹੈ ਇਸ ਬੰਦਿਆਂ ਨੂੰ। ਯਾਰੇ ਭਾਈਓ
प्यारे भाइयों अगर तुसी कुरान समझदे ना तो तुहानू सारी गल्लां समझ आ जांदियां। ਲੈ ਓਏ ਆਪਣੀ ਪਾਕ ਬਾਨਾ ਤੂੰ ਮੁਸਲਮ ਹੋ ओए होए होए कुरान का नाम लेना भाई क्या नाइम साहब कुरान का नाम नहीं बड़े लेना। अरसे बाद आए ने नाइम साहब ने 2 मिनट दो पहले अच्छा बाले जे कि तुसा तक्या सी क्या शुगली खबरां चलियां जिथे एदा जिक्र होवे ना तो आने ऐन ने पकड़ कर शीन को खेतों में ऐन गहन कर दिया। हाँ जी बस इतनी मिसाल है जी ये। अच्छा मतलब उदा मिर्जा साहब जो कहने समझने वाले समझ गए ने तो इदा मतलब है ये समझना ये कि यलाश साहब ने मिर्जा साहब ने ऐन गहन कर देता ऐन गहन कर देते हैं। चलो यही सही मतलब मानी तो सेम ही है ना। इशारा काफी हाँ इशारा समझ गया सी बाकी वाज़िया तौर पे मिर्जा साहब ने समझा कोई गल रखो इशारा काफी ते गल रखो प्लीज प्यारे गुमराह मुसलमानों ये लाश साहब ने मिर्जा साहब दा तत्कार कर दिता। तो चुप करो यार कोई बंदा मैं जो तू मना पिया करना कि असी कोई लफज कोलों ना बोलिया जे नहीं तो मेरे ते पर्चा हो जाना है रिकॉर्डिंग कर लेंदे ने ते जाके सैनी साहब अगे मेरियां शिकायतां लांदे ने मिर्जाई कोलों कोई लफज ना बोलो। तो मिर्जा साहब कह रहे ने समझ वाले समझ गए ने तो असं अपनी समझ का इजहार तो करना है सानू है समझ आ रही है ਤੁਹਾਨੂੰ समझ आ गई ते नज़ीर बिलाल नु भी समझ आ गई ना। अच्छा प्यारे भाइयों जदों मिर्जा साहब दे कड्डो ना हवाला तो ਤੁਹਾਨੂੰ सही समझ आएगा सरकार वो समझा देंगे। ए सुन लो ए सुन लो ए बराइनियम दे हिस्सा 5 में रूहानी खजाइन जिल्द 21 ते सफा नंबर 81 जिदे तो मिर्जा साहब लिखते ने कि या इलाही अपने दिलों में कहा मेरे हालत को कुछ अपने कैद के बरखिलाफ आकर अपने दिलों में कहा कि या इलाही क्या तो ऐसे इंसान को अपना खलीफा बनाएगा कि जो एक मुफसद आदमी है जो नाहक कौम में फूट डालता है और उलमा के मुसल्लमात से बाहर जाता है। तब खुदा ने जवाब दिया कि मुझे मालूम है वो तुम्हें मालूम नहीं। ये खुदा का कलाम है कि जो मुझ पर नाजिल हुआ और दर हकीकत है सुनियो गौर नाल दर हकीकत मेरे और मेरे खुदा के दरमियान किधर दरमियान है नजीर साहब बोलो और माइक खोलो जरा मेरे और जी मेरे खुदा के दरमियान मेरे और मेरे खुदा के दरमियान यानी मेरे और ये लाश के दरमियान ऐसे बारीक राज हैं जिनको दुनिया नहीं जानती और मुझे खुदा से यानी ये लाश से एक निहानी ताल्लुक है। निहानी ताल्लुक समझते हो सुन लो एक निहानी ताल्लुक है जो काबिले बयान नहीं। ट्रू मुस्लिम है मिर्जा साहब कहते ने कि मेरा खुदा नाल ऐसा एक निहानी ताल्लुक है जिहड़ा बयान करने दे काबिल नहीं। मिर्जा साहब ने इहनूं बयान नहीं किया ये उन्हां दे मुरीद ने बयान किया जिहड़ा सामने तुहाडे लग्या। मिर्जा साहब कहते ने बयान करने दे काबिल ही नहीं मैं तुहानूं की बयान करा जो कोई मेरे नाल हुंदा है। मतलब इतना शर्मनाक है वो के बयान नहीं कर सकते बस फिर उन्हें नजायज ताल्लुक है जो भी कह लो वो कहते ने कि ऐसा निहानी ताल्लुक है कि वो मैं बयान ही नहीं कर सकता। ते दूसरी जगह भी मिर्जा साहब ने एक गल की है मैं वो भी तुहाडे अगे रखना वा जिहदे चो कहते ने कि अगर ਜਿਹੜੀਆਂ ਉਹ ਗੱਲਾਂ ਮੇਰੇ ਨਾਲ ਕਰਦਾ ਹੈ ਨਾ ਮੇਰਾ ਖੁਦਾ ਜੇ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਦਵਾਂ ਤੇ ਇਹ ਜਿੰਨੇ ਮੇਰੇ ਮੁਰੀਦ ਇੱਥੇ ਤੁਹਾਨੂੰ ਨਜ਼ਰ ਪੇ ਆਉਂਦੇ ਨੇ ਇਹ ਆ ਗਿਆ। ਇਹ ਵੇ ਸੀਰਤੁਲ ਮਹਿਦੀ ਦਾ ਹਵਾਲਾ ਹੈ ਸਫਾ ਨੰਬਰ 65 ਹੈ ਪਹਿਲੀ ਜਿਲਦ ਦਾ ਤੇ ਸੀਰਤੁਲ ਮਹਿਦੀ ਦੀ ਜਿਹੜੀ ਗੱਪ ਨੰਬਰ ਹੈ ਨਾ 88 ਹੈ 88 ਨੋਟ ਕਰ ਲਓ ਨੋਟ ਕਰ ਲਿਆ ਕਰੋ। हजूर ने फरमाया यानी मिर्जा साहब ने मुझे खुदा इस तरह मुखातब करता है और मुझसे इस तरह की बातें करता है मुझे इस तरह मुखातब करता है और मुझसे इस तरह की बातें करता है कि अगर मैं इनमें से कुछ थोड़ा सा भी जाहिर कर दूं थोड़ा सा पता क्या होगा जितने मौत के दिन नजर आते हैं सब फिर जाएं। ए जिन्ने मेरे मरीज ने सब ए जिन्ने मरीज ने सब तो दौड़ जाएंगे भैया वाह 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 आमिर भैया ये ना तीसरा वाला भी मत करे यार कोई तुसी अपने मुंह च लफ्ज बोलिया तो मैं ਤੁਹਾਨੂੰ ना सजा देंगा। सुभान अल्लाह भी नहीं कह सकते साडे सुभान अल्लाह ਇਹ ਨਜ਼ੀਰ ਬਲਾਲ ਸਾਹਿਬ ਨੂੰ ਪੁੱਛ ਲਓ ਵੀ ਨਜ਼ੀਰ ਬਲਾਲ ਸਾਹਿਬ
ਕਿ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਮੇਰੇ ਨਾਲ ਉਹ ਇਸ ਤਰ੍ਹਾਂ ਮੁਖਾਤਬ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਕਿ ਜੇ ਮੈਂ ਉਹਨਾਂ 'ਚ ਥੋੜਾ ਜਿਹਾ ਵੀ ਜ਼ਾਹਿਰ ਕਰ ਦੇਵਾਂ ਨਾ, ਇਹ ਜਿੰਨੇ ਹਨ ਨਾ ਹਕੀਮ ਨੂਰਦੀਨ, ਮੁਨਸ਼ੀ ਅਬਦੁਲ ਕਰੀਮ ਸਿਆਲਕੋਟੀ, ਖਾਜਾ ਕਮਾਲਦੀਨ, ਮੌਲਵੀ ਮੁਹੰਮਦ ਅਲੀ ਲਾਹੌਰੀ, ਡਾਕਟਰ ਬਿਸ਼ਾਰਤ, ਇਹ ਸਭ ਇੱਥੇ ਜੁੱਤੀਆਂ ਕੱਪੜੇ ਛੱਡ ਕੇ ਨਾ ਦੌੜ ਜਾਣਾ ਤੂੰ। ਤੇ ਵਿੱਚ ਆਮਿਰ ਭਾਈ ਸਿਸਟਮ ਕੀ ਸੀ? ਸਿਸਟਮ सिस्टम खुद समझो ने जो काजी यार ने आख्या समझने वाले की इशारा काफी है। मेरी सोच नहीं है आमिर भाई, सिस्टम बता दो सिस्टम। भाई जे तो समझने वाले के लिए तुसी समझण वाले हो कि ना समझो तुसी? नहीं साडे वास्ते इशारा काफी है। हां जेड़ा समझण वाला जेड़ा बात समझे ना ਉਹਦੇ ਵਾਸਤੇ ਤੇ ਇਸ਼ਾਰਾ ਕਾਫੀ ਹੈ, ਜਿਹੜਾ ਨਾ ਸਮਝੇ ਉਹਨੂੰ ਫਿਰ ਮੈਨੂੰ ਖੋਲ ਕੇ ਬਿਆਨ ਕਰਨਾ ਪਵੇਗਾ ਤੇ ਉਹ ਨਹੀਂ। ਲੇਕਿਨ ਆਮਰ ਭਾਈ ਤੁਸੀਂ ਇੱਕ ਚੀਜ਼ ਵੇਖੋ ਨਾ, ਕਾਜ਼ੀ ਯਾਰ ਨੇ ਕੁਛ ਹੱਦ ਤੱਕ ਬਿਆਨ ਕਰ ਦਿੱਤਾ ਹੈ ਖੋਲ ਕੇ। आमिर भाई सिस्टम जेड़ा सिस्टम खोल के बयान करो। मैं छोटे दिमाग दा बंदा, तो ना आप नु पता कि मेरी सोच बिल्कुल छोटी जी है। ते इस सिस्टम जेड़ा ना खोल के बयान करो। खोल के बयान कीता ना तू नस जाना मलका। मिर्जा साहब ने आख्या खोल के बयान कीता तू नस जाना है। नस जाना ਉਹ ਮਰੀਦ ਸਾਰੇ ਨਸ ਜਾਣੇ ਸਨ, ਮਲਕ ਨੇ ਤੇ ਇੱਕ ਮਿੰਟ ਨਹੀਂ ਕੱਢਣਾ, ਇਹ ਤੇ ਵੁਜ਼ਤ ਹੀ ਮਾਰਦੀਆਂ ਹੈ। ਅੱਛਾ ਉਹ ਮਰੀਦ ਨਸ ਜਾਣੇ ਸਨ ਤੇ ਨਜ਼ੀਰ ਸਾਹਿਬ ਤੁਸੀਂ ਵੀ ਮਤ ਕਰੋ, ਨਸ ਜਾਓ ਹਾਂ ਅੱਜ ਮਿਰਜ਼ਾ ਸਾਹਿਬ ਕੋਲ, ਇਹ ਛੋੜ ਦਿਓ ਹਾਂ। चुरलू फेर देता जी। अच्छा वो प्यारे भाई, जैसे वो कहा ना कि मुझे खुदा से एक निहानी ताल्लुक है जो काबिल बयान नहीं, और इस जमाने के लोग इससे बेखबर हैं। बस यही मैंने है इस वही इलाही के काला इन्नी आलम माला तालमून। फिर बकिया तर्जमा यह है कि खुदा ताला फरमाता है कि ये शख्स मुझसे नजदीक हुआ, मेरा कुर्ब कामिल उसने पाया, और फिर बाद इसके हमदर्दी खलाइक के लिए उसकी तरफ मुतवज्जो हुआ, और मुझ में और मखलूक में एक वास्ता हो गया जैसा कि दो कौसों में वितर हो। इसलिए वो इस दरमियानी मकाम पर है और दीन को असर नौ जिंदा करेगा और शरीयत को कायम कर देगा। यानी बात गलतियां जो मुसलमानों में राइज हो गई हैं और ना हक हजरत सल्लल्लाहु अलैहि वसल्लम की तरफ इन गलतियों को मंसूब किया जाता है, उन सब गलतियों को एक हकम के मनसब पर दूर कर देगा और शरीयत को जैसा कि इब्तिदा में सीधी थी सीधी करके दिखला देगा। ਇਹਦਾ ਮਤਲਬ ਦੇਖਿਆ ਸੀ ਅੱਗੇ ਤੁਸੀਂ ਨਹੀਂ ਪੜਿਆ ਨਾ, ਛੱਡ ਗਏ ਹੋ ਨਾ ਨਿਆਣੀ ਤਾਲੁਕ ਕੀ ਹੈ ਉਹ ਜਿਹੜਾ ਤੁਸੀਂ ਉਹਦੇ ਚ ਇਬਰਾਹਿਮ ਅਹਿਮਦੀ ਮਿਰਜ਼ਾ ਸਾਹਿਬ ਵਜ਼ੀਰ ਸਾਹਿਬ ਉਹ ਕਹਿ ਰਹੇ ਨੇ ਕਿ ਇੱਥੇ ਬਿਆਨ ਨਹੀਂ ਕਰ ਸਕਦਾ ਮੈਂ। ਤੁਸੀਂ ਕਹਿ ਰਹੇ ਤੁਸੀਂ ਸਾਰਾ ਬਿਆਨ ਕਰਦੇ ਪਏ। ਅੱਗੇ ਉਹਨਾਂ ਨੇ ਬਿਆਨ ਕਰ ਦਿੱਤਾ ਨਾ, आकर के बयान नहीं कर सकता, बयान करो तो बंदे नसदे। ਉਹ ਕਹਿੰਦੇ ਅੱਗੇ ਲਫ਼ਜ਼ ਕਹਿੰਦੇ ਉਹ ਇਸ ਜ਼ਮਾਨੇ के लोग इससे बेखबर हैं। कुछ ये रूहानी गल्लां ने मकाम ने बलियां नबियां मुजद्ददां दे ते गौसां पाकां दे ਉਹ ਜਿਹੜੀਆਂ ਗੱਲਾਂ ਹੁੰਦੀਆਂ ਆਮ ਬੰਦਿਆਂ ਦੇ ਉੱਤੇ ਗੁਜ਼ਰ ਜਾਂਦੀਆਂ। ਭਲੇ ਮਾਨਸਾ ਉਹ ਕਹਿੰਦੇ ਨੇ ਕਿ ਇਹ ਜਿਹੜਾ ਨਾ ਤਲਕ ਮੇਰਾ ਨਿਹਾਨੀ ਤਲਕ ਇਹ ਬਿਆਨ ਕਰਨ ਦੇ ਕਾਬਿਲ ਨਹੀਂ। ऐसे बरीक मुराद है ਹੁੰਦਾ ਨਾ ਕੁਝ ਗੱਲਾਂ ਸਮਝਣ ਵਾਲੀਆਂ ਜਿਹੜੀਆਂ ਆਮ ਬੰਦੇ ਦੀ ਸਮਝ ਨਹੀਂ ਆਉਂਦੀਆਂ ਨਾ, ਉਹ ਇੱਕੋ ਜਿਹੜਾ ਮਕਾਮ ਅੱਲਾਹ ਨਬੀ ਨੂੰ ਦਿੰਦਾ ਹੈ। ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ? ਇਹਦਾ ਮਤਲਬ ਹੈ ਕਿ ਐਸਾ ਸ਼ਰਮਨਾਕ ਨਤੀਜਾ ਨਿਕਲਦਾ ਕਿ ਉਹ ਮਰੀਜ਼ ਸੁਣ ਕੇ ਕਹਾਂਗੇ ਹੈ ਕਿ ਬੇਹਯਾਈ ਹੈ, ਤੁਹਾਨੂੰ ਨਹੀਂ ਮੰਨਦੇ। ਜਿਸ ਤਰ੍ਹਾਂ ਤੁਸੀਂ ਹੁਣ ਸੁਣ ਕੇ ਸਮਝ ਰਹੇ ਹੋ ਨਾ, ਜਿਸ ਤਰ੍ਹਾਂ ਤੁਹਾਡੇ ਜ਼ਹਿਨ ਨੇ, ਤੁਸੀਂ ਇਸ ਤਰ੍ਹਾਂ ਆਪਣੇ ਜ਼ਹਿਨਾਂ 'ਚ ਗੱਲਾਂ ਪਾ ਰਹੇ ਹੋ ਨਾ, ਜਿਸ ਤਰ੍ਹਾਂ ਇਹ ਵੀ ਹੁੰਦਾ ਨਾ, ਇਹ ਗੱਲ ਉਹਨਾਂ ਨੇ ਹੁਣ ਜਿਸ ਤਰ੍ਹਾਂ ਤੁਸੀਂ ਠੱਠਾ ਮਜ਼ਾਕ ਵਜ਼ੀਰ ਸਾਹਿਬ ਅਸੀਂ ਨਹੀਂ ਕਹਿ ਰਹੇ ਕਾਜ਼ੀ ਵੀ ਹੈ ਨਾ, ਉਹਨਾਂ ਦਾ ਹਿਜ਼ਾਰ ਕਰਨਾ ਇਹਦੇ 'ਚ ਨਸਣ ਵਾਲੀ ਕਿਹੜੀ ਗੱਲ ਹੈ? ਉੱਥੇ ਹੁਣ ਅਗਲੀ ਜਿਹੜੀ ਗੱਲ ਜਿਹੜੀ ਤੁਹਾਨੂੰ ਪਤਾ ਜਿਹੜੀ ਸਬਕ ਸਿੱਖਦੇ ਨੇ ਉਹਨਾਂ ਦਾ ਇਮਾਨ ਮੇਰੇ ਪਿਆਰ ਪੁਖਤਾ ਹੁੰਦਾ ਹੈ। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਇਹ ਪਤਾ ਨਹੀਂ ਤੁਹਾਨੂੰ ਸਮਝ ਆਈ ਕਿ ਇਸੇ ਸਾਰਾ ਜਵਾਬ ਸੀ ਉਹਦਾ। ਅਸੀਂ ਸਵਾਲ ਤੇ ਕੀਤਾ ਹੀ ਕੋਈ ਨਹੀਂ ਜਿਹਦਾ ਜਵਾਬ ਸਾਨੂੰ ਚਾਹੀਦਾ। ਅਸੀਂ ਤੇ ਮਿਰਜ਼ਾ ਸਾਹਿਬ ਦੀ ਇਬਾਰਤ ਪੜ੍ਹੀ ਹੈ ਜਿਹਦੇ ਚੋਂ ਫਰਮਾਉਂਦੇ ਨੇ ਹਾਂ ਨਹੀਂ ਠੀਕ ਹੈ ਤੁਸੀਂ ਸਹੀ ਪੜ੍ਹੀ ਹੈ। ਐਸੇ ਬਰੀਕ ਰਾਜ਼ ਨੇ ਐਸਾ ਨਿਹਾਨੀ ਤਲਕ ਹੈ ਇਹ ਵਾਲੇ ਇਹ ਜਿਹੜਾ ਬਿਆਨ ਕਰਨ ਦੇ ਕਾਬਿਲ ਨਹੀਂ। ਜੇ ਮੈਂ ਬਿਆਨ ਕਰਾਂ ਨਾ, ਜਿੰਨੇ ਇੱਥੇ ਬੈਠੇ ਨੇ ਨਾ ਮੇਰੀ ਚੰਗੇਰ ਤੇ, ਇਹਨਾਂ ਇੱਥੇ ਰੋਟੀ ਛੱਡ ਕੇ ਜੁੱਤੀਆਂ ਕੱਪੜਿਆਂ ਤੇ ਛੱਡ ਕੇ ਦੌੜ ਜਾਣਾ। ਹਾਂ ਅਸਲ ਚ ਦੇਖੋ ਕੀ ਨਾ ਤੁਹਾਡਾ ਨਜ਼ੀਰ ਸਾਹਿਬ ਸਾਰੇ ਬੈਠੇ ਹੋ, इंसान ख्वाब देखता है ना, और ऐसे ऐसे ख्वाब देखता है जो किसी ਨੂੰ ਦੱਸ ਵੀ ਨਹੀਂ ਸਕਦਾ। ਬੰਦਾ ਦੇਖਦਾ ਕਿ ਨਹੀਂ ਦੇਖਦਾ?
ਹਾਂ ਬੰਦਿਆਂ ਨੂੰ ਬੜੇ ਬੜੇ ਗੰਦੇ ਵੀ ਖਾਬ ਆਉਂਦੇ ਨੇ, ਡਰਾਵਣੇ ਖਾਬ ਵੀ ਆਉਂਦੇ ਨੇ। ਸਹੀ ਗੱਲ ਹੈ। ਨਹੀਂ ਗੰਦੇ ਨਹੀਂ, ਗੰਦੇ ਤੋਂ ਮੁਰਾਦ ਨਹੀਂ ਹੁੰਦੀ। ਗੰਦੇ ਚੀਜ਼ਾਂ ਜਿਹੜੀਆਂ ਦਸੀਆਂ ਜਾਂਦੀਆਂ ਨੇ ਉਹਦੇ ਅੱਗੇ ਤਾਬੀਰਾਂ ਆਉਂਦੀਆਂ ਨੇ। ਮੈਂ ਪਿਆਨਾ ਕਿ ਸ੍ਰੀ ਗੰਦੇ ਖਾਬ ਵੀ ਨੌਜਵਾਨਾਂ ਨੂੰ ਐਸੇ ਆਉਂਦੇ ਨੇ ਕਿ ਉਹ ਆਪਣੇ ਮਾਂ-ਬਾਪ ਅੱਗੇ ਜਾਂ ਐਸੀ ਸੀਨੀਅਰ ਸੰਜੀਦਾ ਨਹੀਂ ਅਮਰ ਭਾਈ ਇੱਕ ਮਿੰਟ ਠਹਿਰ ਜਿਓ। ਮੁਸਤਫਾ ਭਾਈ ਨੂੰ ਹੁਆਬ ਆਇਆ ਸੀ, ਉਹਨਾਂ ਦੇ ਨਾ ਹੁਆਬ ਦੇ ਵਿੱਚ ਮਿਰਜ਼ਾ ਮਸਰੂਰ ਸਾਹਿਬ ਆਇਆ, ਤੁਹਾਨੂੰ ਸ਼ਾਇਦ ਯਾਦ ਹੋਵੇ। ਨਹੀਂ ਇੱਕ ਮਿੰਟ ਠਹਿਰ ਜਾ, ਤੁਹਾਨੂੰ ਮੈਂ ਖਾਬ ਸੁਣਾਉਂਦਾ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਬਈ। ਨਹੀਂ ਉਹ ਗੱਲ ਤੁਸੀਂ ਮੇਰੀ ਸੁਣੀ ਨਹੀਂ। ਮੇਰਾ ਜਦੋਂ ਇਹਦੇ ਤੇ ਇਖਤਲਾਫ ਹੀ ਕੋਈ ਨਹੀਂ ਕਿ ਖਾਬ ਐਸੇ ਗੰਦੇ ਵੀ ਲੋਕਾਂ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ, ਯੰਗ ਮੁੰਡਿਆਂ ਨੂੰ, ਕੁੜੀਆਂ ਨੂੰ ਆਉਂਦੇ ਨੇ ਜਿਹੜੇ ਉਹ ਆਪਣੇ ਮਾਂ-ਬਾਪ ਕੇ ਆਪਣੇ ਸਾਥ ਜਾ ਕੇ ਨਹੀਂ ਬਿਆਨ ਕਰ ਸਕਦੇ। ਇਹ ਠੀਕ ਹੈ ਗੱਲ ਕਿ ਗਲਤ ਹੈ? ਹਾਂ ਬਿਲਕੁਲ ਠੀਕ ਹੈ। ਬਸ ਮਿਰਜ਼ਾ ਸਾਹਿਬ ਨੇ ਵੀ ਨਹੀਂ ਸਾਹਿਬ ਦਾ ਖਾਬ ਦਾ ਮਸਲਾ ਹੀ ਨਹੀਂ ਹੈ। ਖਾਬ ਨਾਲ ਤੇ ਸਾਡਾ ਲੈਣ ਦੇਣ ਹੀ ਕੋਈ ਨਹੀਂ ਹੈ ਨਾ। ਨਹੀਂ ਖਾਬ ਰੋਇਆ ਔਰ ਕਸ਼ਫ ਜਿਹੜੇ ਹੁੰਦੇ ਨੇ ਨਾ, ਦੇਖੋ ਨਾ ਇਹੀ ਤੇ ਤੁਹਾਨੂੰ ਸਮਝ ਨਹੀਂ ਲੱਗ ਰਹੀ। ਮਿਰਜ਼ਾ ਸਾਹਿਬ ਤੇ ਭਾਈ ਮੇਰੀ ਗੱਲ ਨਹੀਂ ਉਹਨਾਂ ਨੇ ਸੁਣਾ, ਨਜ਼ੀਰ ਸਾਹਿਬ ਇਕਰਾਰ ਕੀਤਾ ਜੀ। ਮਿਰਜ਼ਾ ਸਾਹਿਬ ਤੇ ਕਸ਼ਫ ਦੀ ਗੱਲ ਪੇ ਕਰਦੇ ਨੇ ਤੇ ਕਸ਼ਫ ਦੇ ਬਾਰੇ ਉਹ ਕਹਿੰਦੇ ਨੇ ਕਿ ਕਸ਼ਫ ਬੇਦਾਰੀ ਨਾਲੋਂ ਵੱਧ ਕੇ ਹੁੰਦਾ ਹੈ। ਯਾਨੀ ਜਿੰਨਾ ਕਿ ਨਾਰਮਲ ਬੰਦਾ ਜਾਗਦਾ ਹੁੰਦਾ ਨਾ, ਇਹ ਕਸ਼ਫ ਬਿਲਕੁਲ ਸਹੀ। ਜਿੰਨਾ ਕਿ ਉਹ ਦੇਖੋ ਨਾ ਇਬਨ ਸੀਰੀਨ ਦੀ ਜਿਹੜੀ ਕਿਤਾਬ ਹੈ ਨਾ ਤਾਬੀਰ ਰੋਇਆ, ਉਹਦੇ ਜੋ ਲਿਖਦੇ ਨੇ ਰੋਇਆ ਦੀ ਤੇ ਗੱਲ ਹੀ ਨਹੀਂ ਸੀ ਕਰ ਰਹੇ, ਕਸ਼ਫ ਦੀ ਗੱਲ। ਮਤਲਬ ਖਾਬ ਰੋਇਆ ਜਿਹੜੀਆਂ ਕਸ਼ਫ ਖਾਬ ਹੋ ਰਹੇ, ਰੋਇਆ ਹੋ ਰਿਹਾ। ਦੇਖ ਲਿਓ ਨਾ ਭਾਈ ਹੁਣ ਦੇਖੋ ਆਪਣਾ ਯਾਰ ਆਬੂ ਸਾਹਿਬ ਇਹ ਖਾਬ ਦੇਖੋ, ਉਹਨਾਂ ਨੇ ਇੱਕ ਲਿਖਿਆ ਇਬਨ ਸੀਰੀਨ ਰਹਿਮਤੁल्लाह ਨੇ ਫਰਮਾਇਆ। ਉਹ ਭਾਈ ਅਸੀਂ ਖਾਬ ਦੀ ਗੱਲ ਹੀ ਨਹੀਂ ਕਰ ਰਹੇ ਹੈ, ਉਹਦੇ ਤੁਹਾਨੂੰ ਦੱਸਦੇ ਆ ਨਾ ਕਿ ਕੈਸੀ ਗੱਲਾਂ ਖਾਬ ਦੀ ਗੱਲ ਕਰ ਰਹੇ ਆ। ਮੇਰੀ ਗੱਲ ਸੁਣ ਯਾਰ, ਅੱਲਾਹ ਦੀ ਤਾਬੀਰ ਹੈ ਨਾ ਉਹ ਭਾਈ ਤਬੀਰ ਕਸ਼ਫ ਦੀ ਨਹੀਂ ਹੁੰਦੀ, ਉਹ ਕਸ਼ਫ ਦੀ ਤਬੀਰ ਨਹੀਂ ਹੁੰਦੀ। ਕਸ਼ਫ ਜਿਹੜਾ ਬੇਦਾਰੀ ਦੇ ਆਲਮ ਚ ਵਾਕਿਆ ਹੁੰਦਾ ਹੈ। ਤੁਸੀਂ ਜਾਣਦੇ ਹੋ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ। ਤੁਸੀਂ ਇਹ ਟਿਕਟਾਕ ਤੇ ਜਿਹੜੀ ਗੱਲ ਪੇ ਕਰਦੇ ਹੋ ਇਹਦੀ ਤਬੀਰ ਹੈ ਕੋਈ? ਨਹੀਂ ਇਹਦੀ ਤਾਂ ਕੋਈ ਤਾਬੀਰ ਨਹੀਂ ਹੈ। ਬਸ ਐਸੇ ਤਰ੍ਹਾਂ ਜਿਹੜਾ ਕਸ਼ਫ ਹੈ ਨਾ, ਇਹਦੇ ਨਾਲੋਂ ਵੀ ਜ਼ਿਆਦਾ ਤੁਸੀਂ ਜਾਗ ਰਹੇ ਹੋ, ਇਹਦੇ ਤੋਂ ਵੀ ਜ਼ਿਆਦਾ ਬੇਦਾਰੀ ਦਾ ਆਲਮ ਹੁੰਦਾ। ਨਹੀਂ ਉਸੇ ਜਗਰ ਕਸ਼ਫ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੀ ਤਾਬੀਰ ਤਲਬ ਹੋਏ ਕਿ ਨਹੀਂ ਹੁੰਦੀ? ਕੋਈ ਮਸਲਾ ਕੋਈ ਉਹਦੇ ਚ ਕੋਈ ਬੁਝਾਰਤ ਦਸੀ ਜਾਂਦੀ ਤੁਹਾਨੂੰ? ਯਾਰ ਸਿਰ ਨਾ ਦਿਖਾ, ਟਰੂ ਮੁਸਲਮ ਯਾਰ ਤੂੰ ਗੱਲ ਕਰ ਲੈ। ਮੈਂ ਵੇਖ ਕੇ ਆਇਆ ਉਹਦੇ ਚ ਆਦੇ ਨੇ 6 ਸੈਂਸ ਜਿਹੜੇ ਨਾ 6 ਦੇ 6 ਸੈਂਸ ਇਨਸਾਨ ਦੇ ਦਿਮਾਗ ਦੇ ਉੱਥੇ ਕੰਮ ਕਰ ਰਹੇ ਹੁੰਦੇ ਨੇ। 6ਵੇਂ ਸੈਂਸ ਜੇ ਉਹਦੀ ਕੀ ਤਬੀਰ ਹੋਣੀ ਹੈ? ਕਸ਼ਫ ਦੀ ਉਹ ਖਾਬ ਦੀ ਤਬੀਰ ਹੁੰਦੀ, ਮੈਨੂੰ ਵੀ ਪਤਾ ਖਾਬਾਂ ਦੀ ਤਬੀਰ ਹੁੰਦੀ ਹੈ। ਕਸ਼ਫ ਹੁੰਦਾ ਨਾ ਕਿ ਤੁਹਾਡਾ ਜਿਹੜਾ ਹੈ ਕਿ ਨਾ ਤੁਸੀਂ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਹੋ, ਹੂ ਬਹੂ ਉਸੇ ਤਰ੍ਹਾਂ ਵਕੂ ਪਜ਼ੀਰ ਹੁੰਦਾ ਹੈ। ਕਸ਼ਫ ਦਾ ਮਤਲਬ ਹੁੰਦਾ ਇੱਕ ਮੰਜ਼ਰ ਤੁਸੀਂ ਦੇਖ ਰਹੇ ਹੋ, ਜੋ ਦੇਖ ਰਹੇ ਹੋ ਸੋ ਉਹੀ ਹੈ, ਉਹਦੀ ਤਬੀਰ ਹੋ ਸਕਦੀ ਹੈ। ਅੱਛਾ ਪਿਆਰੇ ਭਾਈਓ ਗੱਲ ਸੁਣੋ, ਇਹ ਤੁਸੀਂ ਅਸਲ ਵਿੱਚ ਜਿਹੜੀਆਂ ਹੈ ਨਾ ਗੱਲਾਂ ਨੂੰ ਮਜ਼ਾਕ ਬਣਾਉਂਦੇ ਹੋ। ਮੈਂ ਕਹਿ ਰਿਹਾ ਕਿ ਖੁਦਾ ਤਾਲਾ ਜਦੋਂ ਦਿਖਾਉਂਦਾ ਹੈ ਨਾ ਕੋਈ ਚੀਜ਼, ਹੁਣ ਇੱਥੇ ਦੇਖੋ ਕਿ ख्वाब खुदा ने की दिखाया है। अगर ख्वाब ਦੀ ਗੱਲ ਨਹੀਂ, ਉਹ ਵਾਸਤਾ ਹੀ ਉਹ ਤੈਨੂੰ ख्वाब ਦੀ ਗੱਲਾਂ ਨਾ ਕਰ। नहीं वो भाई रोया ख्वाब इल्हाम सारी गल्लां नहीं मिलदियां। ओ रोया और चीज है, ख्वाब होगी कि नहीं? ओ भाई मेरी गल सुन ले, तन्नू अल्लाह दा नाम है, तन्नू मिर्जा साहब दा नाम है। ਅਸੀਂ ਰੋਇਆ ਦੀ ਗੱਲ ਨਹੀਂ ਪੇ ਕਰਦੇ ਹੋ ਭਾਈ, ਅਸੀਂ ਰੋਇਆ ਦੀ ਗੱਲ, ਅਸੀਂ ਖਾਬ ਦੀ ਗੱਲ ਨਹੀਂ ਪੇ ਕਰਦੇ, ਅਸੀਂ ਕਸ਼ਫ ਦੀ ਗੱਲ ਪੇ ਕਰਦੇ। ਕਸ਼ਫ ਦੀ ਗੱਲ ਮੈਂ ਉਹੀ ਕਹਿ, ਕਸ਼ਫ ਜਿਹੜੀ ਗੱਲ ਕੀਤੀ ਗਈ ਉਹ ਤਾਬੀਰ ਤਲਬ ਹੈ ਨਾ ਭਾਈ। ਅੱਗੇ ਤਲੇ ਮੇਰੇ ਸਾਹਮਣੇ ਕੀ ਲਿਖਿਆ ਤੁਹਾਨੂੰ ਮੈਂ ਕੋਈ ਗੱਲ, ਮੇਰੀ ਗੱਲ ਸੁਣਨਾ, ਜੇ ਤੇ ਕਸ਼ਫ ਦੀ ਗੱਲ ਤਬੀਰ ਤਲਬ ਹੈ ਨਾ ਤੇ ਫਿਰ ਇਹ ਟਿਕਟਾਕ ਦੀ ਜਿਹੜੀ ਗੱਲ ਪੇ ਕਰਨੇ ਇਹਦੀ ਵੀ ਕੋਈ ਤਬੀਰ ਹੋਣੀ ਹੈ। ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਨਾ, ਤੁਸੀਂ ਫਿਰ ਹੁਣ ਮੈਂ ਤੁਹਾਨੂੰ ਘੱਟ ਹੁੰਦਾ ਕਸ਼ਫ ਵਿੱਚ ਬੰਦਾ ਇਹਦੇ ਨਾਲੋਂ ਘੱਟ ਜਾਗ ਰਿਹਾ ਹੁੰਦਾ, ਕਸ਼ਫ ਚ ਇਹਦੇ ਨਾਲੋਂ ਵੱਧ ਕੇ ਜਾਗ ਰਿਹਾ ਹੁੰਦਾ। ਇੱਥੇ ਘੱਟ ਜਾਗ ਰਿਹਾ, ਮੈਂ ਇਹੀ ਤੇ ਗੱਲ ਕਰ ਰਿਹਾ ਕਿ ਤੁਹਾਨੂੰ ਮੈਂ ਇੱਕ ख्वाब ਸੁਣਾਉਂਦਾ, ਤੁਸੀਂ ਫਿਰ ਉਹ ਕਰ ਲਓ ਨਾ। ਉਹ ਯਾਰ ਵਾਸਤਾ ਹੀ ਵਾਟਰ ਆਪਣਾ ਟਰੂ ਮੁਸਲਮ ਹੈ ਯਾਰ, ਰੋਕ ਕੇ ਰੱਖ। ख्वाब ਸੁਣਾਉਂਦਾ, ਅਸੀਂ ख्वाब ਦੀ ਕੋਈ ਗੱਲ ਕੀਤੀ ਇੱਥੇ? ਨਹੀਂ ख्वाब ਤਲਕ ਹੀ ਕੋਈ ਨਹੀਂ ਇਸ ਗੱਲ ਨਾਲ। ਨਹੀਂ ਗੱਲ ਸੁਣੋ, ਤੁਹਾਨੂੰ ਗੱਲਾਂ ਦੀ ਸਮਝ, ਤੁਸੀਂ ਉਹਨੂੰ ਜ਼ਾਹਿਰ ਤੇ ਲੈ ਰਹੇ ਹੋ ਨਾ, ਹਰ ਚੀਜ਼ ਨੂੰ ਜ਼ਾਹਿਰ ਤੇ ਲੈ ਰਹੇ ਹੋ। ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਖੁਦਾ ਦਾ ਕਲਾਮ ਹੈ ਜ਼ਾਹਿਰ ਨਹੀਂ ਲੈਂਦੇ ਤਾਂ ਬਾਤਨ ਲੈ ਲੈ। ਨਹੀਂ ਹਾਂ ਰਹਿਮ ਕਰਦੇ, ਐਨੀ ਮਿਹਰਬਾਨੀ ਕਰਦੇ ਕਿ ਕਸ਼ਫ ਨੂੰ ਕਸ਼ਫ ਰਹਿਣ ਦੇ ਤੇ ਰੋਇਆ ਨੂੰ ਰੋਇਆ ਰਹਿਣ ਦੇ, ਇਕੱਠਾ ਨਾ ਨਹੀਂ। ਹਾਂ ਇਹ ਗੱਲ ਦੇਖੋ, ਚਲੋ ਇਹ ਵੀ ਗੱਲ ਤੁਹਾਨੂੰ ਸਮਝ ਆ ਗਈ। ਮਤਲਬ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਜਿਸਮਾਨੀ ਤੇ ਨਹੀਂ ਹੈ ਨਾ, ਤੇ ਤੁਸੀਂ ਜਿਹੜੇ ਚਸਕੇ ਲੈ ਰਹੇ ਹੋ, ਤੁਸੀਂ ਜਿਸਮਾਨੀ ਚਸਕੇ ਲੈ ਰਹੇ ਹੋ। ਅੱਲਾਹ ਤਾਲਾ ਦੀ ਤੇ ਅਸੀਂ ਗੱਲ ਹੀ ਨਹੀਂ ਪੇ ਕਰਦੇ, ਅਸੀਂ ਤਾਂ ਯਲਾਸ਼ ਦੀ ਗੱਲ ਪੇ ਕਰਦੇ ਹਾਂ। ਜਿਹੜਾ ਯਲਾਸ਼ ਉੱਥੇ ਲਿਖਿਆ ਦਾ ਹੈ, ਯਲਾਸ਼ ਇੱਥੇ ਲਿਖਿਆ ਦਾ ਹੈ।
ਜਿਹੜਾ ਮਿਰਜ਼ਾ ਸਾਹਿਬ ਦਾ ਖੁਦਾ, ਜਿਹਨੂੰ ਮਿਰਜ਼ਾ ਸਾਹਿਬ ਨੇ ਖੁਦਾ ਸਮਝਿਆ ਸੀ, ਉਹਨੂੰ ਮਿਰਜ਼ਾ ਸਾਹਿਬ ਦੱਸਦੇ ਨੇ ਕਿ ਉਹਦਾ ਨਾਮ ਯਲਾਸ਼, ਠੀਕ ਹੈ। खुदा नहीं खुदा दे नामा च एक इजाफा होया, अल्लाह ने अपना नाम पहले कितने 99 नाम सन, अल्लाह ने एक और नाम अपना दस दिया। हेलो मेरी गल सुन ले, मेरी गल सुन ले, ਤੁਸੀਂ ਗਲਤ ਗੱਲ ਹੈ ਕੋਈ। ਉਹ ਭਾਈ ਮੇਰੀ ਗੱਲ ਸੁਣ ਲੈ, ਤੈਨੂੰ ਅੱਲਾ ਦਾ ਨਾਮ ਹੈ। ਹਾਂ ਸੁਣਾਓ ਜੀ। ਹਿੰਦੂ ਜਿਹੜੇ ਖੁਦਾ ਨੂੰ ਮੰਨਦੇ ਨੇ ਉਹਦਾ ਨਾਮ ਪਰਮੇਸ਼ਵਰ ਦੱਸਦੇ ਨੇ। ਉਹ ਖੁਦਾ ਹੈ ਜਿਹਦਾ ਮੈਂ ਮੰਨਦਾ ਵਾਂ? ਨਹੀਂ, ਮੇਰਾ ਖੁਦਾ ਹੋਰ ਹੈ। ਉਹ ਜਿਹਨੂੰ ਮੰਨਦਾ ਪਿਆ ਪਰਮੇਸ਼ਵਰ ਨੂੰ, ਉਹ ਖੁਦਾ ਨਹੀਂ ਹੈ ਮੇਰਾ। ਮਿਰਜ਼ਾ ਸਾਹਿਬ ਜਿਹੜੇ ਖੁਦਾ ਨੂੰ ਮੰਨਦੇ ਨੇ ਉਹਦਾ ਨਾਮ ਯਲਾਸ਼ ਦੱਸਦੇ ਨੇ। ਉਹ ਸਾਡੇ ਵਾਲਾ ਨਹੀਂ ਹੈ। ਅਸੀਂ ਤੇ ਉਸ ਖੁਦਾ ਨੂੰ ਮੰਨਦੇ ਆ ਜਿਹੜਾ ਕਿਸੇ ਨਾਲ ਰਜੂਲੀਅਤ ਦਾ ਇਜ਼ਹਾਰ ਨਹੀਂ ਕਰ ਸਕਦਾ। ਇਹ ਬਿਲਕੁਲ ਝੂਠ ਹੈ, ਗੱਪ ਹੈ। ਨਾ ਉਹਦੀ ਕੋਈ ਗੱਲ ਐਸੀ ਹੁੰਦੀ ਹੈ ਕਿ ਬਿਆਨ ਕਰਦਿਆਂ ਸ਼ਰਮ ਆਵੇ ਜਾਂ ਮੁਰੀਦ ਸੁਣ ਕੇ ਦੌੜ ਜਾਣ, ਬਲਕਿ ਮੁਰੀਦਾਂ ਦੇ ਇਲਮ ਚ ਇਜ਼ਾਫਾ ਹੁੰਦਾ ਹੈ। ਸਾਡਾ ਖੁਦਾ ਅਗਰ ਕਿੱਥੇ ਲਿਖਿਆ ਹੈ ਕਿ ਉਹ ਰਜੂਲੀਅਤ ਨਹੀਂ ਕਰਦਾ, ਉਹਨੂੰ ਇਨਸਾਨੀ ਅੱਖ ਵੇਖ ਵੀ ਨਹੀਂ ਸਕਦੀ। ਇਹ ਵੀ ਹਾਂ, ਤੇ ਫਿਰ ਰਜੂਲੀਅਤ ਕਿਸ ਤਰ੍ਹਾਂ ਹੋਏਗੀ ਬਈ? ਇਹੋ ਹੀ ਤਾਂ ਸਵਾਲ ਹੈ, ਇਹ ਤਾਂ ਸਵਾਲ ਹੈ ਕਿ ਕਿਸ ਤਰ੍ਹਾਂ ਉਹਨੇ। ਇਹ ਤੇ ਮੈਂ ਗੱਲ ਕਰ ਰਿਹਾ ਸੀ ਕਿ ਅੱਲਾਹ ਤਾਲਾ ਦੀ ਜ਼ਾਤ ਰੂਹਾਨੀ ਹੈ ਤੇ ਤੁਸੀਂ ਚਸਕੇ ਜਿਸਮਾਨੀ ਲੈ ਰਹੇ ਹੋ। ਅੱਛਾ ਨਜ਼ੀਰ ਸਾਹਿਬ, ਜਿਹੜੀ ਯਲਾਸ਼ ਨੇ ਮਿਰਜ਼ਾ ਸਾਹਿਬ ਨਾਲ ਰਜੂਲੀਅਤ ਕੀਤੀ ਸੀ, ਇਹ ਤੁਹਾਡੇ ਅਕੀਦੇ ਦੇ ਮੁਤਾਬਕ ਜਿਸਮਾਨੀ ਤੌਰ ਤੇ ਕੀਤੀ ਸੀ ਜਾਂ ਰੂਹਾਨੀ ਤੌਰ ਤੇ? ਤੁਹਾਡੇ ਕਿਉਂਕਿ ਤੁਹਾਡੀ ਪਸੰਦ ਜਿਸਮਾਨੀ ਹੈ ਨਾ, ਤੇ ਤੁਹਾਨੂੰ ਜਿਸਮਾਨੀ ਸਮਝ ਲੱਗ ਰਹੀ ਹੈ। ਤੁਹਾਡਾ ਮਤਲਬ ਇੱਕ ਤਰੀਕਾ ਕਾਰ ਹੈ ਨਾ, ਤੁਹਾਡੇ ਜ਼ਹਿਨ ਇਸ ਤਰ੍ਹਾਂ ਦੇ ਨੇ। ਤੇ ਅੱਲਾ ਰੂਹਾਨੀ ਹੈ ਤੇ ਉਹ ਆਪਣੇ ਰੂਹਾਨੀ ਬੰਦਾ ਨਾਲ ਅਗਰ ਕੋਈ ਮਾਮਲਾਤ ਕਰਦਾ ਹੈ ਸਾਰੇ ਰੂਹਾਨੀ ਹੁੰਦੇ ਨੇ, ਉਹ ਹਕੀਕਤ ਚ ਨਹੀਂ ਹੁੰਦੇ, ਜਿਸਮਾਨੀ ਨਹੀਂ। ਤੁਹਾਨੂੰ ਕਿਉਂਕਿ ਚਸਕਾ ਪਿਆ ਹੈ ਜਿਸਮਾਨੀ ਲਜ਼ਤਾਂ ਤੁਹਾਡੇ ਕੋਲ ਲੋਕ ਚੜੀ ਨਹੀਂ ਗੱਲ, ਤੇ ਫਿਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਨਾ। ਤੁਹਾਡੇ ਜ਼ਹਿਨ ਪਤਾ ਮੌਲਵੀ ਨੇ ਤੁਹਾਡੇ ਜ਼ਹਿਨ ਵਿੱਚ ਚਸਕੇ ਪਾ ਦਿੱਤੇ ਨੇ, ਜਿਸਮਾਨੀ ਚਸਕੇ ਲੱਗੇ ਦੇ ਨੇ ਤੁਹਾਨੂੰ, ਬਸ ਉਹ ਤੁਹਾਨੂੰ ਸਮਝ ਆਉਂਦੀ ਹੈ ਗੱਲ। ਉਸ ਤੋਂ ਇਲਾਵਾ ਰੂਹਾਨੀ ਗੱਲ ਤੁਹਾਡੇ ਕਰੀਬੋਂ ਨਹੀਂ ਗੁਜ਼ਰਦੀ। ਨਜ਼ੀਰ ਸਾਹਿਬ, ਮੈਂ ਤੁਹਾਡੀ ਗੱਲ ਤੋਂ ਸਮਝਿਆ ਕਿ ਮਿਰਜ਼ਾ ਸਾਹਿਬ ਦੀ ਜ਼ਿਹਨ ਵਿੱਚ ਰਜੂਲੀਅਤ ਤੇ ਸੈਕਸ ਹੀ ਭਰੇ ਆ। ਉਹ ਹਰ ਗੱਲਾਂ 'ਚ ਰਜੂਲੀਅਤ ਤੇ ਸੈਕਸ ਤੋਂ ਨਹੀਂ ਆ ਉਹਨਾਂ। ਕਦੇ ਖੁਦਾ ਕਦੇ ਨਹੀਂ ਮਮਾਨ ਸਾਹਿਬ, ਤੁਹਾਡੀ ਨੈਚਰ ਨਹੀਂ, ਉਹ ਰੂਹਾਨੀ ਨੇ, ਉਹ ਨਬੀ ਨੇ, ਉਹ ਰੂਹਾਨੀ ਨੇ, ਉਹਨਾਂ ਦੀ ਗੱਲ ਜਿਸਮਾਨੀ ਨਹੀਂ ਹੈਗੀ। ਮੇਰੀ ਸੁਣਨਾ, ਮੈਂ ਤੇਰਾ ਸੁਣ ਲਿਆ, ਉਹ ਮੈਂ ਜਿਸਮਾਨੀ ਰੂਹਾਨੀ ਦੀ ਗੱਲ ਹੀ ਨਹੀਂ ਕੀਤੀ ਨਾ। ਤੁਸੀਂ ਸਮਝ ਜਿਸਮਾਨੀ ਰਹੇ ਹੋ। ਮੈਂ ਤਾਂ ਜ਼ਨੀਅਤ ਦੀ ਗੱਲ ਕੀਤੀ ਵੀ ਉਹਦੇ ਗੱਲ ਸੁਣਨਾ ਮੰਡੀ ਹੁਣ। ਇਹ ਤਾਂ ਜ਼ਨੀਅਤ ਵਿੱਚ ਭਰੇ ਹੈ ਨਾ, ਜਿਹੜਾ ਰੂਹਾਨੀ ਗੱਲਾਂ ਬਿਆਨ ਕਰਦਾ। ਜ਼ਨੀਅਤ ਸੈਕਸ ਹੈ ਤੇ ਰੂਹਾਨੀ ਗੱਲਾਂ ਸੈਕਸੀ ਬਿਆਨ ਕਰ ਰਹੇ ਆ ਨਾ। अच्छा मैं जब ਤੁਹਾਨੂੰ ਇੱਕ ਹੋਰ ਤਰੀਕੇ ਨਾਲ ਸਮਝਾਉਂਦਾ ਨਾ। ਨਹੀਂ ਮਵਾਨ ਸਾਹਿਬ, ਸਾਰੇ ਭਾਈ ਸਾਰੇ ਸੁਣ ਰਹੇ ਹੋ ਤੁਸੀਂ। ਅੱਛਾ ਗੱਲ ਪੂਰੀ ਹੋਉਂਦੇ ਨਾ, ਮੇਰੀ ਗੱਲ ਪੂਰੀ ਨਹੀਂ ਹੋਈ ਇਸ ਤਰ੍ਹਾਂ, ਮੇਰੀ ਗੱਲ ਪੂਰੀ ਨਹੀਂ ਹੋਈ ਇਸ ਤਰ੍ਹਾਂ। ਕਰੋ ਜੀ, ਪੂਰੀ ਕਰੋ। ਇਹ ਗੱਲ ਇਸ ਤਰ੍ਹਾਂ ਕਿ ਮਿਰਜ਼ਾ ਕਾਦੀਆਨੀ ਨੇ ਜ਼ਿੰਦਗੀ ਵਿੱਚ ਲੋਕਾਂ ਨੂੰ ਆਖਿਆ ਕਿ ਮਿਰਜ਼ਾ ਸਾਹਿਬ ਨੇਕ ਲੋਕਾਂ ਨੇਕ ਇਲਾਮ ਹੁੰਦੇ ਨੇ, ਜ਼ਾਨੀਆਂ ਔਰਤਾਂ ਦੇ ਇਲਾਮ ਹੁੰਦੇ ਨੇ। ਮਿਰਜ਼ਾ ਸਾਹਿਬ ਮੂੰਹ ਬਣਾ ਕੇ ਰਿਹਾ ਕਿ ਇਸ ਗੱਲ ਦਾ ਜਵਾਬ ਕੋਈ ਨਹੀਂ ਦਿੱਤਾ ਇਹਨੇ। ਇਹ ਉਹਨਾਂ ਜ਼ਿੰਦਗੀ ਵਿੱਚ ਆਖਿਆ ਗਿਆ। ਇਹ ਜਿਹੀਆਂ ਗੱਲਾਂ ਜੇ ਮਿਰਜ਼ਾ ਕਾਦੀਆਨੀ ਕੀਤੀਆਂ ਨਾ, तो उसकी जिंदगी भी लोगों से आख्या, खुद मिर्जा कादियानी ने नकल की थी। किथे जी हवाला लगाओ, जरा हवाला लगाओ जी। किस गल दा? ਇਹ ਜਿਹੜੀ ਤੂੰ ਗੱਲ ਹੁਣ ਕਰ ਰਿਹਾ, ਦਾ ਹਵਾਲਾ ਲਗਾ ਇੱਥੇ। ਮੈਂ ਤੇ ਗੱਲ ਕੀਤੀ ਨਾ ਕਿ ਮਿਰਜ਼ਾ ਕਾਦੀਆਨੀ ਨੇ ਲੋਕਾਂ ਦੀ ਜ਼ਿੰਦਗੀ 'ਚ ਆਖਿਆ ਕਿ ਮਿਰਜ਼ਾ ਸਾਹਿਬ ਨੇਕ ਲੋਕਾਂ ਨੇਕ ਇਲਾਮ ਹੋਣੇ ਨੇ, ਜ਼ਾਨੀਆਂ ਔਰਤਾਂ ਦੇ ਇਲਾਮ ਹੋਣੇ ਨੇ। ਇਹਦਾ ਜਵਾਬ ਮਿਰਜ਼ਾ ਕਾਦੀਆਨੀ ਕੋਈ ਨਹੀਂ ਦਿੱਤਾ ਆ। ਅੱਛਾ, ਹੁਣ ਲੋਕਾਂ ਨੇ ਤੇ ਬਹੁਤ ਲੋਕਾਂ ਤੇ ਗਾਲਾਂ ਕੱਢਦੇ ਸਨ, ਬੁਰੇ ਭਲੇ ਕਹਿੰਦੇ ਨੇ ਨਬੀਆਂ ਨੂੰ ਬੁਰਾ, ਔਰ ਉਹਨਾਂ ਦੇ ਦਿਨ ਰਾਤ ਹੀ ਕੰਮ ਕਰਦੇ। ਫਿਰ ਉਹ ਕੀ ਕਰਦੇ? ਉਹ ਇਹਨਾਂ ਗੱਲਾਂ ਤੋਂ ਆਖਿਆ ਨੇ। ਨਹੀਂ ਮਵਾਨ ਸਾਹਿਬ, ਨਹੀਂ ਮਵਾਨ ਸਾਹਿਬ, ਮੇਰੀ ਮੁਕੰਮਲ ਹੀ ਨਹੀਂ ਹੋਈ ਗੱਲ। ਅੱਛਾ ਚਲ, ਮੇਰੀ ਗੱਲ ਮੁਕੰਮਲ ਹੀ ਨਹੀਂ ਹੋਈ। ਜਿਸ ਬੰਦੇ ਦੀ ਇਹਦੀ ਜ਼ਨੀਅਤ ਹੋਣੀ ਨਾ ਗੰਦੀ, ਜਾ ਕੇ ਪੜ੍ਹ ਖੁਸ਼ੂ ਖੁਸ਼ੂ ਦੀਆਂ ਬਾਤਾਂ ਪੜ੍ਹੇ ਨਾ ਮਿਰਜ਼ਾ ਕਾਦੀਆਨੀ ਦੀਆਂ, ਤਾਂ ਲੋਕ ਨਮਾਜ਼ ਦਾ ਬਿਆਨ ਕਰ ਰਿਹਾ ਤੇ ਮਿਸਾਲ ਦੇ ਰਿਹਾ ਰੰਡੀ ਤੇ ਮਰਦ ਦੀ, ਨੁਤਫਿਆਂ ਦੀ ਮਿਸਾਲ ਦੇ ਰਿਹਾ। ਉਹਦੇ ਜ਼ਿਹਨ ਵਿੱਚ ਇਹ ਚੀਜ਼ ਬੜੀ, ਨਿਜ਼ਾਮੇ ਨਹਾਨੀ ਬੜੀ, ਉਹਦੇ ਤਨਾਸੁਲ ਬੜੇ ਆ, ਇਹ ਚੀਜ਼ਾਂ ਉਹਦੇ ਜ਼ਿਹਨ ਵਿੱਚ ਬੜੀਆਂ ਤੇ ਇਹ ਮਿਸਾਲਾਂ ਦੇਣੀਆਂ ਆ। ਇਹ ਜੀ ਉਹਦੀ ਜ਼ਨੀਅਤ ਹੈ। ਇਹ ਅਸੂਲ ਮੈਨੂੰ ਤੂੰ ਦੱਸਿਆ, ਮੈਂ ਆਪ ਨਹੀਂ ਕਰਿਆ। ਇਹ ਤੂੰ ਦੱਸਿਆ ਕਿ ਤੁਸਾਂ ਦੀ ਜ਼ਨੀਅਤ ਇਹ ਹੈ ਜੀ, ਤੇ ਤੁਸੀਂ ਇਹ ਜੀ ਗੱਲ ਕਰਦੇ ਹੋ। ਮੈਂ ਕਹਿੰਦਾ ਮਿਰਜ਼ਾ ਕਾਦੀਆਨੀ ਦੀ ਜ਼ਨੀਅਤ ਹੈ ਜੀ, ਤਾਂ ਉਹ ਇਹ ਮਿਸਾਲਾਂ ਦਿੰਦਾ ਆ। ਹੁਣ ਅਗਲੀ ਗੱਲ ਕਰ ਆਪਣਾ। ਨਹੀਂ ਭਾਈ, ਇੱਕ ਛੋਟੀ ਜਿਹੀ ਗੱਲ ਹੈ ਵੀ ਸੁਣ ਲਵੋ। ਮੈਨੂੰ ਇੱਕ ਨਾ ਮੈਂ ਰਵਾਇਤ ਪੜ੍ਹੀ ਸੀ ਉਹਦੀ ਸੀਰਤੁਲ ਮਾਦੀ ਦੀ। ਮਿਰਜ਼ਾ ਸਾਹਿਬ ਨੇ ਐਸਾ ਹਾਥ ਦੇ ਵਿੱਚ ਜਾਂ ਕਸ਼ਫ ਦੇ ਵਿੱਚ ਕਿਹੜੀ ਸ਼ੈ ਵੇਖ ਲਈ ਸੀ ਕਿ ਉਹਨਾਂ ਨੂੰ ਲਿਟਰਲੀ ਰਿਐਲਿਟੀ ਦੇ ਵਿੱਚ ਇਤਲਾਮ ਹੋ ਗਿਆ, ਔਰ ਉਹਨਾਂ ਦਾ ਉਜ਼ਵੇ ਤਨਾਸਲ ਚੋ ਪਿਆ ਰਿਐਲਿਟੀ 'ਚ। ਇਹ ਕਿਸ ਤਰ੍ਹਾਂ ਮੁਮਕਿਨ ਹੈ? ਅੱਛਾ ਗੱਲ
ਇੱਕ ਮਿੰਟ ਗੱਲ ਸੁਣੋ ਬਈ, ਮੈਂ ਜਿਹੜੀ ਕਰ ਰਿਹਾ ਨਾ ਇੱਥੇ, ਮੈਨੂੰ ਜ਼ਰਾ ਇਹ ਗੱਲ ਸਮਝਾਣਾ। ਸਾਰੇ ਤੁਸੀਂ ਬੈਠੇ ਹੋ ਨਾ, ਇਹ ਇਬਨ ਸੀਰੀਨ ਜਿਹੜਾ ख्वाबां ਦੀ ਤਾਬੀਰ ਵਿੱਚ ਲਿਖ ਰਹੇ ਨੇ, ਖਾਬਾਂ ਨੂੰ ਫੇਰ ख्वाब ਦੀ ਗੱਲ ਹੀ ਕੋਈ ਨਹੀਂ ਹੋ ਰਹੀ, ख्वाब ਬਿਆਨ ਤੁਹਾਨੂੰ ਪੇਸ਼ ਕਰੀ। ਉਹ ਗੱਲ ਸੁਣੋ, ਗੱਲ ਨਹੀਂ ਹੋ ਰਹੀ ਉਹਦੇ ਵਿੱਚ ਤੇ ਜਿਹੜਾ ਅੱਲਾਹ ਦਾ ਤਾਲੁਕ ਹੈ ਬੰਦੇ ਨਾਲ ਕੀ ਹੈ, ਉਹ ਗੱਲ ਇੱਥੇ ਮੈਨੂੰ ਸਮਝਾਓ ਕਿ ਇਹਦੇ ਕੀ ਮਤਲਬ। ख्वाब ਦੀ ਹੋਏ, ਰੋਇਆ, ਇਲਹਾਮ ਹੋਏ, ਸਭ ਇੱਕ ਚੀਜ਼ ਨੇ ਨਾ। ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ, ਚਲੋ ਨਹੀਂ ਇੱਕ ਚੀਜ਼ ਹੈ, ਨਹੀਂ ਇੱਕ ਮਿੰਟ ਹੁਣ ਇੱਕ ਮਿੰਟ ਸੁਣ ਲਓ, ਇਹ ਵੀ ਸੁਣ ਲਓ, ਨਹੀਂ ਸੁਣਨੀ ਨਹੀਂ ਅਸਾਂ ਹਾਂ ਨਹੀਂ, ਕਿਉਂ ਨਹੀਂ ਸੁਣੋਗੇ, ਕਿਉਂ ਨਹੀਂ ਸੁਣੋਗੇ ਕਿ ਵੱਜੇਗੀ ਨਾ ਤੁਹਾਨੂੰ ਸਹੀ। ਸੁਣੋ, ਕਿਉਂ ਨਹੀਂ ਸੁਣੋਗੇ ਕਿ ਤੁਹਾਨੂੰ ਵੱਜਣ ਲੱਗੀ ਹੋ। ਨਹੀਂ ਹੁਣ ਚੁੱਪ ਕਰ ਜਾਓ, ਸੁਣੋ। ਨਹੀਂ ਹੁਣ ਸੁਣੋ ਤੇ ਮੈਨੂੰ ਜਵਾਬ ਦਿਓ। ਨਹੀਂ ਮੈਂ ਸੁਣਾ ਤਾਂ ਨਾ ਸਾਡੇ ਮੌਜੂ ਨਾਲ ਹੋਵੇ ਤੇ ਨਹੀਂ ਮੌਜੂ ਹੈ, ਉਹ ਖਤਮ। ਹੁਣ ਮੈਂ ਮੌਜੂ ਇੱਕ ਤੁਹਾਡੇ ਅੱਗੇ ਰੱਖ ਰਿਹਾ। ਗੱਲ ਸੁਣਾ ਮੇਰੀ, ਹੋਣਾ ਤਾਂ ਗੱਲ ਤੁਸੀਂ ਮੌਜੂ ਆਪਣਾ ਪੂਰਾ ਕਰ ਲਿਆ ਨਾ, ਹੁਣ ਮੈਨੂੰ ਮੌਜੂ ਕਰਨ ਦਿਓ ਪੂਰਾ। ਮੇਰਾ ਮੌਜੂ ਹੁਣ ਆ ਗਿਆ, ਤੁਸੀਂ ਆਪਣਾ ਤੁਸੀਂ ਨਹੀਂ ਕਿਉਂ ਨਹੀਂ, ਤੁਸੀਂ ਗੱਲ ਸੁਣੋ, ਤੁਸੀਂ ਵਾਰੀ ਬੋਲੋ ਹੈਲੋ ਮੇਰੀ ਗੱਲ। ਹਾਂ ਚਲੋ, ਤੁਸੀਂ ਨਈਮ ਸਾਹਿਬ, ਆमिर ਸਾਹਿਬ ਨੇ ਕਸ਼ਫ ਦੱਸਿਆ ਨਾ, ਮੈਨੂੰ ਜਰਾ ख्वाब ਹੈ ਸਮਝਾਓ ਭਾਈ। ਗੱਲ ਸੁਣੋ, ਤੁਹਾਨੂੰ ਮੈਨੂੰ ਕਸ਼ਫ ਤੁਸੀਂ ਸਮਝਾਇਆ ਨਾ, ਮੇਰੇ ਕੋਲੋਂ ਹੋ ਗਈ ਨਾ। ਹੁਣ ਮੈਂ ਤੁਹਾਡੇ ਕੋਲੋਂ ਤੁਹਾਡੇ ਬਜ਼ੁਰਗ ਦੀ ਗੱਲ ਪੁੱਛਣਾ। ਤੁਹਾਡੇ ਬਜ਼ੁਰਗ ख्वाबां ਦੀ ਤਾਬੀਰ ਦੱਸਦੇ ਨੇ, ਇਬਨ ਸੀਰੀਨ ख्वाबां ਦੇ ਤਾਬੀਰ ਦੱਸਦੇ ਕੀ ਕਹਿੰਦੇ ਨੇ। ਮਿਰਜ਼ਾ ਕਾਦੀਆਨੀ ਦੀ ਗੱਲ ਹੋ ਰਹੀ है। हजरत इब्ने सीरीन रहमतुल्लाह अलैह फरमाया, कोई नहीं कोई ख्वाब में देखे कोई नहीं, एक जिक्र ही कोई नहीं होना था कि उसकी औरतों जैसी शर्मगाह है। ओए मिर्जा कादियानी की बात मोड़ो, दलील है कि दलील और आजिज होगा। अगर बंदा देखे कि उसकी शर्मगाह औरत की तरह है तो क्या होगा? दलील है कि दलील और आजिज होगा। और अगर देखिए उसके साथ किसी ने जमा किया है, अभी सुन लो, उसने कहा कि अगर कोई देखे कि उसके साथ किसी ने जमा किया है। गल ख्वाब दी नहीं हो रही, कशफ दी गल हो रही, कशफ दी गल कर। दलील है कि उससे हाजत पूरी होगी। ताबीर क्या है? अगर किसी ने किसी के साथ ਤੈਨੂੰ ਆਖਿਆ ख्वाबां ਦੀ ਗੱਲ ਨਾ ਕਰ, ख्वाबां ਦੀ ਗੱਲ ਅਸੀਂ ਨਹੀਂ ਕਰ ਰਹੇ, ਅਸੀਂ कशफ दी क्यों करते हो? कशफ ਦੀ ਗੱਲ ਕरें, कशफ ਦੀ क्यों खाली कशफ दी होगी, हुण ख्वाब दी करांगे। ख्वाब ਦੀ ਕਿਉਂ ਕਰੇ? ख्वाब ਦਾ ਸਵਾਲ ਹੀ ਨਹੀਂ ਹੈ, ख्वाब ਦੇ ਬਾਰੇ ਸਵਾਲ ਹੀ ਨਹੀਂ। ਅੱਛਾ ਗੱਲ ਸੁਣ, ਚੱਲ ख्वाब ਦੀ ਕਰਨੀ ਹੈ ਨਾ, ਚੱਲ ਖਲੋ ਜਾ ਗੱਲ ਸੁਣ ख्वाब ਦੀ ਕਰਨੇ ਆ, ख्वाब ਦੀ ਕਰ ਲੋ ਜੀ। ਇਬਨ ਸੀਰੀਨ ਦਾ ਇੱਕ ਮਿੰਟ ਖਲੋ ਜਾ ਨਾ। ਇਬਨ ਸੀਰੀਨ ਦਾ ख्वाबां ਦੀ ਰੋਇਆ ਦਾ ਕੋਈ ਐਸਾ ਵਾਕਿਆ ਬਿਆਨ ਕਰ ਕਿ ਮਦਈਏ ਨਬੂਵਤ ਨੇ ਆਖਿਆ ਹੋਵੇ ਕਿ ਮੈਂ ਟ੍ਰੇਨ ਵਿੱਚ ਰੇਲ ਗੱਡੀ 'ਚ ਜਾ ਰਿਹਾ ਸੀ ਤੇ ਮੈਨੂੰ ख्वाब ਵਿੱਚ ਕੋਈ ਐਸੀ ਚੀਜ਼ ਨਜ਼ਰ ਆਈ ਹੈ ਕਿ ਮੈਂ ਉੱਥੇ ਚੋ ਗਿਆ ਵਾਂ, ਇਤਲਾਮ ਹੋ ਗਿਆ ਮੈਨੂੰ। ਉਹ ਹਾਂ ਨਹੀਂ ਗੱਲ ਸੁਣ, ਹੁਣ ਹੋ ਗਈ ਨਾ, ਤੁਸੀਂ ਮੇਰੇ ਸਾਹਮਣੇ ख्वाब ਵਿੱਚ ਇਹ ਹੁਕਮ ਹੋਇਆ ਸੀ। ख्वाब ਦੀ ਤੇ ਗੱਲ ਹੀ ਨਹੀਂ ਕੀਤੀ ਅਸੀਂ, ख्वाब ਦੀ ਗੱਲ ਨਹੀਂ ਕੀਤੀ ਅਸੀਂ, ਕਸ਼ਫ ਦੀ ਯਾਰ ਗੱਲ ਕੀਤੀ ਹੈ ਆ ਯਾਰ। ख्वाब ਦੀ ਅਸੀਂ ਤੇਰੇ ਅੱਗੇ ख्वाब ਦਾ ਕੋਈ ਸਵਾਲ ਰੱਖਿਆ? ਨਹੀਂ ਤੁਸੀਂ ਜਿਹੜਾ ਰੱਖਿਆ ਹੋਗੀ ਗੱਲ। ਹੁਣ ਮੈਂ ਤੁਹਾਡੇ ਅੱਗੇ ਉਹ ਕਿੱਥੇ ਗਈ ਹੈ? ਕੀ ਹੋ ਗਿਆ? ਕੀ ਨਤੀਜਾ ਨਿਕਲਿਆ? ਨਾ ਬਸ ਅਬ ਉਹ ਸਾਰੀ ਪੜ ਲਿਆ, ਐਵੇਂ ਹੀ ਹੋ ਗਈ ਗੱਲ ਖਤਮ ਹੋ ਗਈ। ਇਹ ਨਹੀਂ ਹੋਈ ਤਰੇ ਵਾਰੀ ਨਵੀਂ ਮੱਝ ਕਰਾਣੀ ਪੈਂਦੀ, ਤਰੇ ਵਾਰੀ ਉੱਥੇ। ਨਹੀਂ ਹੁਣ ख्वाब ਤੇ ਗੱਲ ਕਰਾਂਗੇ। ਹੁਣ ਮੈਨੂੰ ख्वाब ਦਿੱਤਾ, ਦੱਸੋ ਤਰੇ ਵਾਰੀ ਮੱਝ ਨਵੀਂ ਕਰਾਈ ਹੈ ਨਾ ਤੇ ਤਾਂ ਜਾ ਕੇ ਕੰਮ ਹੁੰਦਾ। ਇੱਕ ਅੱਧੀ ਵਾਰੀ ਕਿੱਥੇ ਹੋ ਗਈ ਅੱਧੀ ਵਾਰੀ ਕਿੱਥੇ। अगर अच्छा वो फरमाने ने अगर दो औरतें देखें, मैं तेन कहना ख्वाब की गल ना कर, जे ख्वाब की दिखानी है तो फिर मर्द की दिखा। जिस मर्द का नबूवत का दावा हो रेल गड्डी च जा रहा हो तो वाकिया हो जाए ख्वाब हो जाता। हुण आमिर साहब हुण जुरत कर लो, हुण सुन लो, हुण ख्वाब मैं क्या ख्वाब वाकिया हो सकता ख्वाब च? नहीं मैं कहता ख्वाब विच नबूवत दा दावा कीता होवे ते ख्वाब च रेल गड्डी च बाहर रेल गड्डी च ਤੁਸੀਂ ਕਸ਼ਫ ਸਮਝਿਆ ਨਾ, ਮੇਰੇ ਸਾਹਮਣੇ ਕਸ਼ਫ ਦੀ ਗੱਲ ਕੀਤੀ ਹੈ ਨਾ। ਹੁਣ ਜੁਰਤ ਕਰੋ ਮੁਸਲਮਾਨੋ, ਜੁਰਤ ਕਰੋ। ਅੱਛਾ ਨਜ਼ੀਰ ਕੀ ਹੈ ਕਿ ਹੋ ਸਕਦਾ ਹੈ? ਮੈਂ ਕਹਿੰਦਾ ਤੁਹਾਡੇ ਬਜ਼ੁਰਗ ਹੁਣ ਜਿਹੜੇ ख्वाब ਦੱਸ ਰਹੇ ਨੇ ਮੈਨੂੰ, ख्वाब ਵਿੱਚ ख्वाब ਦੀ ਸ਼ਲਵਾਰ ਗਿੱਲੀ ਹੋ ਸਕਦੀ ਹੈ? ख्वाब ਵਿੱਚ ਹੋ ਰਿਹਾ कि अगर दो औरतें एक शर्मगाह है, एक औरत दो औरतों की गल नहीं सुन ना, एक औरत की गल कर रहे ना, दो औरतों की। नजीरे बदमाशी ना करया कर, फिर सानू माइक ला के उच्चा बोलना पैंदा है। जदों तेरी मिहनत कीती है 3 वारी 4 वारी कि ਅਸੀਂ ख्वाब ਦੀ ਗੱਲ नहीं कर रहे, ਅਸੀਂ ख्वाब ਦੀ ਗੱਲ नहीं कर रहे। मैं कर रहा ना भाई, मैनू समझाओ। हुण तुसीं कशफ समझ लिया ना,
ਹੁਣ ਮੈਨੂੰ ਕੋਈ ਅੱਛਾ ਮੇਰੇ ਸਾਡੇ ਸਾਹਮਣੇ ਅਗਰ ਪੇਸ਼ ਕਰਨਾ ਹੀ ਨਾ ਤੇ ਕੁਰਾਨ ਦਾ ਖਾਬ ਪੇਸ਼ ਕਰ ਜਾਂ ਹਦੀਸ ਦਾ ਪੇਸ਼ ਕਰ। ਇਹ ਕਿਤਾਬਾਂ ਜਿਹੜੀਆਂ ਤੂੰ ਪਿਆ ਪੜ੍ਹਨਾ ਹੈ ਨਾ, ਇਹਨਾਂ ਨੂੰ ਅਸੀਂ ਜਾਣਦੇ ਹੀ ਨਹੀਂ ਤੇ ਮੰਨਦੇ ਹੀ ਨਹੀਂ। ਕਿਉਂ? ਤੁਹਾਡੇ ਬਾਬੇ ਨੇ ਲਿਖ ਕੇ ਨਾ ਅਗਰ ਬਾਬੇ ਕਿਸੇ ਨੇ ਲਿਖ ਛੜਿਆ, ਅਸੀਂ ਕਿਸੇ ਬਾਬੇ ਨੂੰ ਮੰਨਦੇ ਨਹੀਂ, ਅਸੀਂ ਸਿਰਫ ਕੁਰਾਨ ਔਰ ਹਦੀਸ ਨੂੰ ਮੰਨਣ ਵਾਲੇ। ਹਾਂ ਹੁਣ ਤੁਸੀਂ ਕੁਰਾਨ ਹਦੀਸ ਤੇ ਚਲੇ ਗਏ ਹੋ। ਅੱਗੇ ਵੀ ਅਸੀਂ ਅੱਜ ਤੱਕ ਇੱਥੇ ਕਿਸੇ ਬੰਦੇ ਨੇ ਆਖਿਆ ਹੋਵੇ ਕਿ ਬਾਬਿਆਂ ਦੀਆਂ ਕਿਤਾਬਾਂ ਦੇ ਹਾਰ ਹੁਣ ਅਸੀਂ ਸਹੀ ਮੰਨੇ ਆ, ਦੱਸ ਕਿਹੜੇ ਬੰਦੇ ਨੇ? ਚਲੋ ਜੀ ਕੁਰਾਨ ਵਿੱਚ ਖਾਬ ਬਿਆਨ ਕਰ। ਸਮਝਾਓ ਜੀ। ਹਾਂ ਮੈਨੂੰ ਕੁਰਾਨ ਵਿੱਚ ਸਮਝਾਓ ਜੀ। ਕੁਰਾਨ ਵਿੱਚ ਜਿਹੜੀ ਮੂਮਿਨ ਦੀ ਹਾਲਤ ਦੱਸੀ ਗਈ ਹੈ ਔਰ ਉਹ ਕਿਹਦੇ ਨਾਲ ਉਹਦੀ ਮਿਲਾਇਆ ਗਿਆ, ਉਹਨੂੰ ਮਿਲਾਇਆ ਗਿਆ ਹੈ ਮੂਮਿਨ ਦੀ ਹਾਲਤ। ਹਾਂ ਮੂਮਿਨ ਦੀ ਹਾਲਤ ਕਿਸ ਤਰ੍ਹਾਂ ਹੈ? ਕਿੱਥੇ ਗੱਲ ਹੈ? ਕਿੱਥੇ ਗੱਲ ਹੈ? ਹਜ਼ਰਤ ਮਰੀਮ ਦੀ ਹਾਲਤ, ਹਜ਼ਰਤ ਆਸੀਆ ਦੀ ਜਿਹੜੀ ਹਾਲਤ ਹੈ ਉਹਦੇ ਨਾਲ ਮੂਮਿਨ ਦੀ ਹਾਲਤ। ਮੂਮਿਨ ਦੀ ਹਾਲਤ ਉਹ ਗੱਲ ਸੁਣ ਮੈਨੂੰ ਸਮਝਾਓ ਤੇ ਇਹਦਾ ਕੀ ਇਹਦੇ ਵਿੱਚ ਮੇਰੀ ਗੱਲ ਸੁਣ ਲੈ ਨਜ਼ੀਰੇ, ਤੂੰ ਹੁਣ ਖਾਬ ਦੀ ਗੱਲ ਕਰਨ ਲੱਗਾ ਸੈਂ। ਕੁਰਾਨ ਦੇ ਵਿੱਚ ਇਹ ਖਾਬ ਹੀ ਲਿਖਿਆ? ਨਹੀਂ ਹਾਲਤ ਹੈ ਨਾ। ਤੁਸੀਂ ਕਿਹਾ ਕੁਰਾਨ ਔਰ ਹਦੀਸ ਤੋਂ ਗੱਲ ਕਰਦੇ ਆ। ਉਹ ਕੁਰਾਨ ਔਰ ਹਦੀਸ ਨੂੰ ਖਾਬ ਬਿਆਨ ਕਰ ਜਾਂ ਕਸ਼ਫ ਬਿਆਨ ਕਰ। ਮੈਂ ਕਹਿੰਦਾ ਕਿ ਚਲੇ ਮੈਂ ਤੁਸੀਂ ਕੁਰਾਨ ਔਰ ਹਦੀਸ ਵਿੱਚ ਕੁਰਾਨ ਔਰ ਹਦੀਸ ਵਿੱਚ ਖਾਬ ਜਾਂ ਕਸ਼ਫ ਹੈ ਹੀ ਤੇ ਲਾਇਆ ਨਹੀਂ, ਤੇ ਇਹ ਜਿਹੜਾ ਕਸ਼ਫ ਸਾਹਮਣੇ ਲੱਗਿਆ ਇਹਦਾ ਕੋਈ ਦੱਸ ਸਾਨੂੰ। ਨਹੀਂ ਉਹ ਤਾਂ ਠੀਕ ਹੈ ਭਾਈ, ਮੈਂ ਕਹਿ ਰਿਹਾ ਅਸੀਂ ਖਾਬ ਪਹਿਲੀ ਤਾਂ ਗੱਲ ਅਸੀਂ ਕਸ਼ਫ ਦੀ ਗੱਲ ਪੇ ਕਰਦੇ ਸਾਂ, ਤੂੰ ਡੰਡੇ ਨਾਲ ਚੀਕਾ ਮਾਰ ਕੇ ਤੂੰ ਆਖਿਆ ਮੈਂ ਖਾਬ ਦੀ ਕਰਨੀ। ਮੈਂ ਕਿਹਾ ਜੇ ਖਾਬ ਦੀ ਕਰਨੀ ਹੈ ਸੁਣ ਲੈ, ਜੇ ਖਾਬ ਦੀ ਕਰਨੀ ਹੈ ਜਾਂ ਕੁਰਾਨ ਚੋਂ ਕਰ ਜਾਂ ਹਦੀਸ ਚੋਂ ਕਰ। ਹਜ਼ਰਤ ਯੂਸਫ ਅਲੈਹਿਸਲਾਮ ਨੇ ਜਿਹੜਾ ਖਾਬ ਦੇਖਿਆ ਸੀ, ਹਾਂ ਠੀਕ ਹੈ, ਉਹਦਾ ਕੀ ਉਹਨਾਂ ਨੇ ਦੇਖਿਆ ਕੀ ਤੇ ਉਹਦਾ ਮਤਲਬ ਕੀ ਸੀ? ਹਾਂ ਉਹਨਾਂ ਨੇ ਖਾਬ ਦੇਖਿਆ ਕਿ ਉਹਨਾਂ ਨੂੰ ਚੰਦ ਤੇ ਸੂਰਜ ਤੇ ਸਿਤਾਰੇ ਸਜਦਾ ਕਰ ਰਹੇ ਨੇ। ਹਾਂ ਉਹਨਾਂ ਨੇ ਸਾਰੀ ਜ਼ਿੰਦਗੀ ਕਦੀ ਨਹੀਂ ਕੀਤਾ ਉਹਨਾਂ ਨੂੰ ਸਜਦਾ। ਉਹ ਜਦੋਂ ਚੰਦ ਤਾਰਿਆਂ ਨੂੰ ਸਜਦਾ ਕਰਦਿਆਂ ਵੇਖਿਆ ਤੇ ਉਹਨਾਂ ਨੇ ਹੈਰਾਨ ਹੋ ਕੇ ਤੇ ਆਪਣੇ ਵਾਲਿਦ ਸਾਹਿਬ ਨੂੰ ਖਾਬ ਸੁਣਾਇਆ ਕਿ ਮੈਂ ਰਾਤੀ ਖਾਬ ਚ ਵੇਖਿਆ ਕਿ ਮੈਨੂੰ ਤਾਰੇ ਤੇ ਚੰਦ ਸਜਦਾ ਕਰ ਰਹੇ ਨੇ। ਸ਼ਿਰਕ ਨਹੀਂ ਹੈਗਾ ਨਾ, ਸ਼ਿਰਕ ਨਹੀਂ ਹੈਗਾ, ਸ਼ਿਰਕ ਨਹੀਂ ਹੈਗਾ। ਪੈਗੰਬਰ ਵਿਸ਼ਵਾਇਆ ਨੇ, ਅੱਲਾਹ ਦੇ ਪੈਗੰਬਰ ਹੈ। ਆਹੋ ਜ਼ਾਹਿਰ ਉਹ ਆਪ ਵੀ ਪੈਗੰਬਰ ਹੈ, ਉਹਨਾਂ ਦੇ ਵਾਲਿਦ ਵੀ ਪੈਗੰਬਰ ਹੈ। ਨਹੀਂ ਸਿਰਫ ਵਾਲਿਦ ਕਹਿਣੇ ਨਾਲ ਨਾ, ਸਿਰਫ ਵਾਲਿਦ ਦਾ ਦਰਜਾ ਬਿਆਨ ਹੋਣਾ ਹੈ ਤੇ ਜਿਸ ਗੱਲ ਪੈਗੰਬਰ ਦੀ ਹੋਣੀ ਤਾਂ ਕੁਝ ਮਾਨੀ ਵੀ ਰੱਖਦੀ ਹੈ। ਜੀ ਹਜ਼ਰਤ ਯਾਕੂਬ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਬਿਆਨ ਨਾ ਕਰਨਾ ਆਪਣੇ ਭਰਾਵਾਂ ਅੱਗੇ, ਕਿਉਂਕਿ ਖੁਦਾਈ ਦਾ ਦਾਵਾ ਨਹੀਂ ਹੈਗਾ। ਵੈਸੇ ਬਜ਼ਾਹਿਰ ਖੁਦਾਈ ਦਾ ਦਾਵਾ ਨਹੀਂ। ਨਹੀਂ ਇਹਦੇ ਚ ਕੋਈ ਦਾਵਾ ਖੁਦਾਈ ਦਾ ਨਹੀਂ। ਖਾਬ ਦੇ ਵਿੱਚ ਸੂਰਜ ਤੋਂ ਹੈ, ਅਗਰ ਖਾਬ ਦੇ ਵਿੱਚ ਚੰਨ ਨੇ, ਖਾਬ ਦੇ ਵਿੱਚ ਸੁਣ ਤਾਂ ਲੋ ਨਾ, ਅਗਰ ਖਾਬ ਦੇ ਵਿੱਚ ਮੁਸਲਮਾਨੋ, ਅਗਰ ਖਾਬ ਦੇ ਵਿੱਚ ਅਗਰ ਖਾਬ ਦੇ ਵਿੱਚ ਚੰਨ ਤੁਹਾਨੂੰ ਸਜਦਾ ਕਰ ਰਿਹਾ ਹੈ, ਤਾਰੇ ਤੁਹਾਨੂੰ ਸਜਦਾ ਕਰ ਰਹੇ ਨੇ ਤੇ ਇੱਥੇ ਸ਼ਿਰਕ ਦਾ ਫਤਵਾ ਨਹੀਂ ਲੱਗਦਾ। ਨਾ ਅਸੀਂ ਕਦੇ ਕਿਸੇ ਤੇ ਲਾਇਆ, ਨਾ ਅਸੀਂ ਕਦੇ ਕਿਸੇ ਤੇ ਲਾਇਆ। ਕਿਹਦੇ ਤੇ ਲਾਇਆ ਇਸ ਫਤਵਾ? ਨਹੀਂ ਬਜ਼ਾਹਿਰ ਤੇ ਹੈ ਕਿ ਅਗਰ ਇਹ ਤੇ ਕੂਵਤ ਐਸੀ ਹੈ ਚੰਦ ਸਿਤਾਰੇ ਸਜਦਾ ਕਰਨ ਇੱਕ ਬੰਦੇ ਨੂੰ, ਉਹ ਤੇ ਖੁਦਾਈ ਹੈ ਨਾ ਕਿਸਮ। ਨਹੀਂ ਤੁਸੀਂ ਕਹਿੰਦੇ ਹੋ ਖੁਦਾਈ, ਸਾਡੀ ਨਜ਼ਰ ਤੇ ਇਹਦੇ ਚ ਕੋਈ ਖੁਦਾਈ ਦਾ ਜ਼ਿਕਰ ਨਹੀਂ ਹੈ, ਕੋਈ ਨਹੀਂ ਹੈ। ਅੱਛਾ ਖੂਬਸੂਰਤ ਖਾਬ ਹੈ, ਇਹ ਤਾਂ ਖੂਬਸੂਰਤ ਖਾਬ ਹੈ। ਇਹ ਖੂਬਸੂਰਤ, ਇਹਦਾ ਮਤਲਬ ਕੀ ਸੀ ਜੀ ਖਾਬ ਦਾ? ਇਹਦਾ ਮਤਲਬ ਜਦੋਂ ਜ਼ਾਹਿਰ ਹੋਇਆ, ਇਹਦੀ ਤਾਬੀਰ ਇਹ ਜ਼ਾਹਿਰ ਹੋਈ ਕਿ ਉਹਨਾਂ ਦੇ ਜਿਹੜੇ ਭਾਈ ਸਨ ਤੇ ਉਹਨਾਂ ਦੇ ਵਾਲਿਦ ਜਦੋਂ ਉਹਨਾਂ ਨੂੰ ਮਿਲਣ ਆਏ ਮਿਸਰ ਦੇ ਵਿੱਚ, ਜਦੋਂ ਇਹ ਮਿਸਰ ਦੇ ਬਾਦਸ਼ਾਹ ਬਣ ਗਏ ਸਨ, ਉਹ ਆਏ ਇਹਨਾਂ ਨੂੰ ਮਿਲਣ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਸਾਹਮਣੇ ਤਾਜ਼ੀਮੀ ਸਜਦਾ ਕੀਤਾ। ਤਾਜ਼ੀਮ ਵਾਸਤੇ ਉਦੋਂ ਸਜਦੇ ਦੀ ਇਜਾਜ਼ਤ ਹੈ ਸੀ, ਤਾਜ਼ੀਮੀ ਸਜਦੇ ਦੀ, ਅੱਜ ਕੱਲ ਨਹੀਂ ਹੈ। ਹੁਣ ਨਬੀ ਪਾਕ ਦੀ ਜਦੋਂ ਸ਼ਰੀਅਤ ਆ ਗਈ ਨਹੀਂ ਤੇ ਉਦੋਂ ਇਸ ਖਾਬ ਦੀ ਇਹ ਤਬੀਰ ਜ਼ਾਹਿਰ ਹੋਈ ਸੀ ਕਿ ਸਜਦਾ ਉਹਨਾਂ ਨੇ ਆ ਕੇ ਭਾਈਆਂ ਨੇ ਕੀਤਾ ਉਹਨਾਂ ਦੇ ਸਾਹਮਣੇ, ਤੇ ਇਹ ਉਸ ਖਾਬ ਦੀ ਤਬੀਰ ਜ਼ਾਹਿਰ ਹੋਈ ਸੀ ਜਿਹੜਾ ਤਾਰਿਆਂ ਨੇ ਸਜਦਾ ਕੀਤਾ ਸੀ, ਯਾਨੀ ਕਿ ਉਹਨਾਂ ਦੇ ਭਾਈਆਂ ਨੇ ਸਜਦਾ ਕੀਤਾ। ਇਹਦੇ ਚ ਕੋਈ ਐਸੀ ਗੱਲ ਅਜੀਬੋ ਗਰੀਬ ਤੇ ਨਹੀਂ, ਉਹਦੀ ਤਾਬੀਰ ਉਹ ਬਣੀ ਸੀ। ਹਾਂਜੀ ਤੇ ਜਿਹੜਾ ਮਤਲਬ ਖਾਬ ਉਹਨਾਂ ਨੇ ਦੇਖਿਆ ਉਹਦੀ ਤਾਬੀਰ ਹੋਈ, ਤੇ ਜਿਹੜਾ ਕਸ਼ਫ ਦੇਖੋ ਉਹਦੀ ਕੋਈ ਤਾਬੀਰ ਨਹੀਂ ਹੁੰਦੀ। ਕਸ਼ਫ ਦੀ ਤਾਂ ਕੋਈ ਤਾਬੀਰ ਨਹੀਂ, ਕਸ਼ਫ ਤੇ ਬੇਦਾਰੀ ਦਾ ਆਲਮ ਹੁੰਦਾ ਨਾ, ਬੇਦਾਰੀ ਦਾ ਆਲਮ ਹੁੰਦਾ ਕਸ਼ਫ। ਜਿਸ ਤਰ੍ਹਾਂ ਤੁਸੀਂ ਟਿਕਟਾਕ ਤੇ ਗੱਲ ਪੇ ਕਦੇ ਦੀ ਕੋਈ ਤਬੀਰ ਹੈ? ਨਹੀਂ ਬੇਦਾਰੀ ਦਾ ਆਲਮ ਕੀ ਮਕਸਦ ਇਹ ਨਹੀਂ ਹੁੰਦਾ। ਬੇਦਾਰੀ ਦਾ ਆਲਮ ਹੁੰਦਾ ਹੈ ਕਿ ਤੁਹਾਡਾ ਇੱਕ ਕਨੈਕਸ਼ਨ ਮੁਨਕਤਾ ਹੋ ਜਾਂਦਾ ਹੈ ਤੇ ਇਹ ਮੰਜ਼ਰ ਜਿਹੜਾ ਤੁਸੀਂ ਬਜ਼ਾਰ ਦੇਖ ਰਹੇ ਹੋ ਹਟ ਕੇ ਤੇ ਦੂਸਰਾ ਮੰਜ਼ਰ ਤੁਹਾਨੂੰ ਦਿਖਾਈ ਦਿੰਦਾ ਹੈ, ਫਿਰ ਤੁਸੀਂ ਦੂਜੀ ਦੁਨੀਆ ਚਲੇ ਜਾਂਦੇ। ਮੰਜ਼ਰ
ਕੋਈ ਹੋਰ ਵੀ ਹਾਂ, ਦਿਖਾਈ ਦੇ ਉਸ ਸਕਦਾ, time- ਮੈਂ ਕਦੋਂ ਕਹਿ ਰਿਹਾ ਨਹੀਂ ਦਿਖਾਈ ਦੇ ਸਕਦਾ, ਹਾਂਜੀ। ਲੇਕਿਨ ਤੁਸੀਂ ਜਾਗ ਰਹੇ ਹੁੰਦੇ ਹੋ, ਸੋਏ ਨਹੀਂ ਹੁੰਦੇ, ਸੁੱਤੇ ਨਹੀਂ ਹੁੰਦੇ। ਹਾਂਜੀ, ਜਾਗਦੇ ਆ ਤੁਹਾਡੀ ਹਾਲਤ ਚੇਂਜ ਹੋ ਜਾਂਦੀ ਹੈ, ਮਤਲਬ ਜਾਗਦੇ ਹੀ ਇੱਕਦਮ ਮਿਰਜ਼ਾ ਤੁਸੀਂ- ਸਾਹਿਬ ਦੀ ਹਾਲਤ ਹੋਈ ਹੈ ਨਾ ਜਿਹੜੀ ਸਾਹਮਣੇ ਲਿਖੀ ਹੈ। ਕਿ ਉਹ ਤੁਹਾਨੂੰ ਦੂਸਰਾ ਮੰਜ਼ਰ ਨਜ਼ਰ ਆ ਜਾਂਦਾ ਹੈ। ਇਹ ਦੂਸਰਾ ਮੰਜ਼ਰ ਮਿਰਜ਼ਾ ਸਾਹਿਬ ਨੂੰ ਨਜ਼ਰ ਆਇਆ ਹੈ। ਹਾਂ, ਜਾਗਦੇ ਅਗਰ ਉੱਥੇ ਜਾਗਦੇ ਤੁਸੀਂ ਆਮਿਰ ਸਾਹਿਬ ਉੱਥੇ ਤੁਸੀਂ ख्वाब ਦੀ ਤਾਬੀਰ ਕਰ ਰਹੇ ਹੋ, ਉਹ ਜਿਹੜਾ ਦਿਖਾ ਚੰਦ ਤਾਰੇ ਸਜਦਾ ਨਹੀਂ ਕਰਦੇ, ਇਨਸਾਨ ਨੂੰ ਕਰਦੇ ਨੇ, ਉਹਦੀ ਤਾਬੀਰ ਬਣੀ ਹੈ ਨਾ। ਇੱਥੇ ਵੀ ਅਗਰ ਕੋਈ ਮਸਲਾ ਕਸ਼ਫ ਵਿੱਚ ਹੋ ਰਿਹਾ ਹੈ, ਇਹਦੀ ਵੀ ਤਾਬੀਰ ਕੋਈ ਨਹੀਂ ਹੈ। ਉਹਦੇ ਤੁਸੀਂ ਇਹ ਕਸ਼ਫ ਹੈ, ਜਿਸਮਾਨੀ ਲੈ ਰਹੇ ਹੋ, ਉਹ ਹੱਲ ਕਿਉਂ ਨਹੀਂ ਜਿਸਮਾਨੀ ਲੈਂਦੇ ਬਈ? ਉੱਥੇ ਸਜਦੇ ਅੱਛਾ ਮੇਰੀ ਗੱਲ ਸੁਣ ਲੈ ਯਾਰ, ਇਹ ਮਿਰਜ਼ਾ ਸਾਹਿਬ ਨਾਲ ਅਗਰ ਵਾਕਿਆ ਹੋਇਆ ਹੈ ਤੇ ਚੱਲ ਇਹਦੀ ਦੱਸ ਕੀ ਤਾਬੀਰ ਹੈ? ਉਹ ਕੀ ਤਾਬੀਰ ਹੈ? ਐਵੇਂ ਜਿਹੜੀ ਹੁਣ ਅੱਗੇ ਪੜ੍ਹ ਕੇ ਸੁਣਾਈ ਹੈ, ਉਹਦੀ ਤਾਬੀਰ ਕੀ ਹੈ? ਨਹੀਂ ਅਗਲੇ ਸਫੇ ਇਹਦੀ ਕੀ ਤਾਬੀਰ ਹੈ? ਇਹ ਜਿਹੜੀ ਇਹ ਲਾਸ਼ ਨੇ ਗੇਮ ਪਾਈ, ਇਹਦੀ ਕੀ ਤਾਬੀਰ ਹੈ? ਉਹ ਤੁਸੀਂ ਇਹ ਸਫਾ ਜਿਹੜਾ ਤੁਸੀਂ ਹੁਣ ਪੜ੍ਹ ਕੇ ਸੁਣਾਇਆ ਸੀ ਨਾ, ਚਾਰ ਲੈਣਾ ਪੜੀਆਂ ਸਨ ਤੇ ਅੱਗੇ ਤਾਬੀਰ ਐਸੀ ਤੋਂ ਅੱਗੇ ਤੁਸੀਂ ਛੱਡ ਦਿੱਤੀ ਤਾਬੀਰ, ਨਹੀਂ ਪੜ੍ਹੀ ਮੈਂ ਜਿਹੜੀ ਤੁਹਾਨੂੰ ਪੜ੍ਹ ਕੇ ਸੁਣਾਈ। ਉਹ ਭਾਈ ਕਸ਼ਫ ਇਹ ਸਾਹਮਣੇ ਲਿਖਿਆ ਪਿਆ, ਟੰਗਿਆ ਪਿਆ, ਇਹਦੀ ਕੀ ਤਾਬੀਰ ਹੈ? ਕਰਕੇ ਦੇ ਦੇ, ਤੂੰ ਦੇ ਦੇ ਵੀ ਇਹਦੀ ਤਾਬੀਰ ਹੈ ਵੇ। ਮੈਂ ਤੁਹਾਨੂੰ ਫਿਰ ਹੁਣ ਦੱਸ ਰਿਹਾ ਸਾਂ ਕਿ ਇਹ ਜਿਹੜੀਆਂ ख्वाबां ਐ ਸਨ, ਇਹਦੀਆਂ ਤਾਬੀਰਾਂ ਸਨ। ਤੁਹਾਨੂੰ ਉਸ ख्वाब ਦੀ ਤਾਬੀਰ ਆ ਗਈ ਹੈ ਨਾ ਤੁਹਾਡੇ ਕੋਲ, ਇਹ ਤੇ ख्वाब ਦੀ ਵੀ ਤਾबीर देखो, दसो ना। हजरत इब्राहिम करमानी रहमल्ला फरमाने का औरत देखी कि उसकी शर्मगार लोहे या तांबे की है, दलील है कि मुरादों के पाने से नाउम्मीद होगी। और अगर औरत अपनी शर्मगार लोहे दी या तांबे की अच्छा अगर किसी मतलब है, अगर किसी बंदे ने एहो जी कोई ख्वाब या ਉਹਦੀ ਤਾਬੀਰ ਲਿਖੀ ਹੈ ਨਾ, ਤੇ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਇਹ ਕੁਰਾਨ ਹਦੀਸ ਨਹੀਂ ਹੋ ਸਕਦਾ। ਇੰਜ ਹੋਵੇ, ਮੁਮਕਿਨ ਹੈ ਕਿਸੇ ਨੇ ਦੇਖਿਆ ਹੋਵੇ ਤੇ ਉਹਦੀ ਇਹ ਤਾਬੀਰ ਆਈ ਹੋਵੇ, ਇਹ ਸਾਡੇ ਵਿੱਚ ਹੁਜਤ ਨਹੀਂ ਹੈ। ਅਗਰ ਕਿਸੇ ਨੇ ਇਸ ਤਰ੍ਹਾਂ ਦਾ ਕੋਈ ख्वाब ਦੇਖਿਆ ਔਰ ਉਹਦੀ ਕੋਈ ਤਾਬੀਰ ਇਸ ਤਰ੍ਹਾਂ ਦੀ ਉਹਨੇ ਬਿਆਨ ਕੀਤੀ ਹੈ ਤੇ ਤਾਂ ਵੀ ਇਹ ਉਹਦਾ ਜ਼ਾਤੀ ਤਜਰਬਾ ਹੈ। ਸ਼ਾਇਦ ਸਾਡੇ ਦੋ ਬੰਦੇ ਵੇਖਨੇ, ਦੋਹਾਂ ਦੀ ਤਾਬੀਰ ਮੁਖਤਲਿਫ ਹੁੰਦੀ ਹੈ। ਜੀ ਜੀ, ਚਾਰ ਬੰਦੇ ਇੱਕੋ ख्वाब ਵੇਖਣ, ਦੋਵਾਂ ਦੀ ਤਾਬੀਰ ਮੁਖਤਲਿਫ ਹੋਤੀ ਉਹਨਾਂ ਦੀ। हाँ यही कह रहे ना, एक मामला होता है ना, फिर मकसद होता है कि हकीकत नहीं होता, मामला हो जाता है तो हकीकत तुसी मामूल नहीं कर सकते, ये कर सकते ख्वाब होया बज़ाहिर हकीकत के मामूल नहीं होंगे। ठीक है, एक मिनट यार, एक मिनट कहिए खुद क्या है कि ख्वाब रोया कशफ इलाम हकीकत मामूल नहीं होंगे। ये बशीरुद्दीन महमूद हकीकत मुस्लिम मौत क्यों मनते हो? ते इलाम होया सी मिर्जा कादयानी, वो हकीकत क्यों करते हो? सा वो हकीकत मामूल ही नहीं होता। बशीरुद्दीन महमूद हम मुस्लिम मौत क्यों मनने हो? मिर्जा कादयानी मसीह मौत क्यों मनने हो? तुसें इलाम होया है, इलाम हकीकत नहीं होना। इहदी ताबीरां करनियां पैसन तुहानूं, हुण इहदी ताबीरां करो। 20 फरवरी 1886 ਦੇ ਇਸ਼ਤਿਹਾਰ ਜਿਹੜੇ ਲਮਾਤ ਨਾਲ ਹਾਸ਼ੀਆ ਲਿਖੇ ਆ ਨਾ, ਉਹਦੀ ਤਾਬੀਰ ਕਰ, ਮੈਨੂੰ ਦੱਸ ਕੇ ਤਾਬੀਰ ਬਣਦੀ ਹੈ। ਹੁਣ ਮੁਸਲਿਮ ਮੌਤ ਤੇ ਬਣਦਾ ਨਹੀਂ, ਉਹ ਤੇ ਹਕੀਕਤ ਬਲਾਗ ਤੇ ਬਣਦਾ ਹੈ। ਤਾਬੀਰ ਕਰੇ ਤਾਂ ਅੜ ਵੀ ਨਹੀਂ ਉਸ ਤੂੰ। ਗੱਲ ਸੋਚ ਸਮਝ ਕੇ ਕਰਿਆ ਕਰ, ਜੇ ਨਾ ਇਲਮ ਹੋਵੇ ਤੇ ਚੁੱਪ ਕਰ ਰਿਹਾ ਕਰ। ਚਲੋ ਨਹੀਂ इस्लाम मसीह में और मिर्जा कादयानी नाम होया अदारा आवाम सफा 291 ते लिखे है कि मसीह इब्न मरियम फौत हो चुका है, बात लेकिन मुवाफक होकर तू आया। इसने तबीर करके दसना मकेब है के तबीर इसदी कौन बंदा नवा आया मैं आपको इस्लामी मसीह बोलता हूँ, सबको भी मेरे भाई जो बैठे हुए हैं, यू आर अंडर द गॉड्स लॉ। क्या बोलते हैं आप हमें? इस्लामी मसीह बोलता हूँ। इस्लामी मसीह क्या होता है? इस्लामी मसीहा जो आप जिसको ईसाई बोलते हैं, एंड जो आपने मसाया बन के बैठे हुए हैं ना यार आप नीचे, और कौन मसाया बन के बैठे हुए हैं? बहरहाल डिडंट आई से बहरहाल आई मीन भाई इस्लामी मसीह और मसाया क्या बात आप कर रहे हैं? कौन है आप? आपने उसको मसाया बनाया हुआ कि नहीं है? किसको मसाया बनाया हुआ है? मिर्जा गुलाम आपने मोहम्मद को क्या बनाया हुआ है? मिर्जा गुलाम अहमद कादियानी को? नहीं, मोहम्मद कादियानी को नहीं है। कादियानी मोहम्मद सल्लल्लाहु अलैहि वसल्लम की तो हम बात ही यहाँ पर नहीं कर रहे। कोई कर रहा है बंदा मोहम्मद सल्लल्लाहु अलैहि वसल्लम की बात? पता नहीं कौन बीमार आदमी है। अच्छा जी साहब, मिर्जा साहब का इल्हाम होया है कि
मसीह इब्न मरियम फौत हो चुका है, वादे के मुवाफिक होकर तू आया है। ये इल्हाम दे अल्फाज में बयान कीते ने। तबलीग सानू दसो कि तबलीग होएगी ਇਹਦੀ। नहीं हाँ प्यारे भाई, एक तो होंदी है ना खबर है, एक खबर दी जाती है, एक पेशगोई होंदी है, एक जिहड़ी है ताबीर तरफ एक गल दी जाती है। हुण जिहड़ा हदीस मुबारक विच आया है कि मसीह इब्न मरियम जब नाजिल होएगा, दो फरिश्तियां दे कंधे ते हाथ रखे और दो ज़र चादरां पैनियां होणगियां, तो की उतो चादरां लैके कपड़े लैके आएगा नाल? नहीं ते ये तो खबर है ना, सानू खबर है। बस यही गल है ना, इत्थे ते खबर है ना सीधी, खबर भी है ते नाल ताबीर भी है, खबर भी है ते नाल ताबीर भी है। यानी मिर्जा कदयानी है जो ऐलान होया कि वादे के मुवाफिक होकर तू आया है, मसीह इब्न मरियम फौत हो चुका है, खबर दी थी कि मिर्जा कदयानी है, खबर भी है तेरी ताबीर भी होनी है। नहीं ये तो खबर है ना, ऐसे खुदा ताला खबर दे रहे हैं ईसा इब्न मरियम फौत हो गए ने, ईसा इब्न मरियम फौत हो गए ने ते ओदे ਜਿਹੜਾ ਹੈ ਜਿਹਦੇ ਆਉਣ ਦੀ ਖਬਰ ਸੀ ਉਹ ਤੂੰ ਹੈ। ਮੈਂ ਜਿਹੜੀ ਗੱਲ ਪੁੱਛੀ ਨਾ ਵੀ ਤੂੰ ਇੱਥੇ ਦੋ ਗੱਲਾਂ ਬਿਆਨ ਕੀਤੀਆਂ ਨੇ ਕਿ 2014 ਦੀ ਤਬਦੀਰ ਹੋਏਗੀ, ਤੇ ਮੈਂ ਪਿਆ ਪੁੱਛਦਾ ਕਿ ਈਸਾ ਅਲੈਹਿਸਲਾਮ ਫੌਤ ਹੋ ਗਏ ਨੇ, ਇਹਦੀ ਤਬਦੀਰ ਕੀ ਹੋਏਗੀ? ਇਹ ਤਾਂ ਉਹ ਵੀ ਖਬਰ ਹੈ ਤੇ ਇਹ ਵੀ ਖਬਰ ਹੈ, ਦੋਏ ਖਬਰਾਂ ਨੇ। नहीं नहीं ये मैं भाई जब कहा कि फौत हो गए हैं ते फौत ਉਹਦੇ ਚ ਕੋਈ ਤਾਬੀਰ ਤਰलब वाली ਗੱਲ ਹੀ ਕੋਈ नहीं, फौत हो गए ने। नहीं मैं जी ਗੱਲ ਪੁੱਛੀ ਵੀ ਮਿਰਜ਼ਾ ਕਦयानी ਦਾ ਨਾਮ ਹੋਇਆ ਨਾ, ਖਬਰ ਦਿੱਤੀ ਗਈ ਮਿਰਜ਼ਾ ਕਦयानी ਇਲਹਾਮ ਨਜ਼ਰੀਆ ਕਿ ਈਸਾ ਇਬਨ ਮरियम फौत हो गए ने। हाँ बस खबर है फौत हो गए। ਇਸੇ ਤਰ੍ਹਾਂ ਖਬਰ ਦਿੱਤੀ ਗਈ ਹੈ ਕਿ ਈਸਾ ਅਲੈਹਿਸਲਾਮ 2014 ਚ ਨਾਜ਼ਿਲ ਹੋਣਗੇ। ਤੁਸੀਂ ਕਹਿੰਦੇ ਉਹਦੀ ਤਬਦੀਰ ਹੈ ਤੇ ਦੀ ਤਬਦੀਰ ਨਹੀਂ ਹੈ, ਅਸੂਲ ਸਮਝਾਓ ਜ਼ਰਾ। ਦੋ ਖਬਰਾਂ ਜੇ ਇੱਕ ਹੀ ਤੇ ਤਬਦੀਰ ਲੱਗਦੀ ਤੇ ਇੱਕ ਹੀ ਤੇ ਨਹੀਂ ਲੱਗਦੀ, ਕਿਉਂ ਨਹੀਂ ਲੱਗਦੀ? मतलब है कि जिस चीज ते लगनी है तो लगेगी, जिस चीज से नहीं लगनी है असूल दसो ना, तफरीक ना असूल दसो ना के वे कि उस क्यों नहीं लगदी? हाँ तो अल्लाह ताला जिस तरह खबर देंदा है ना, उस गल ते जो है उसे तानू मामला है कि इससे ताबीर लगेगी, इससे नहीं लगेगी। अच्छा गल इंज ना कि किस कानून ने तहत तुसी खबर इस खबर ताबीर लाने कि 2014 ते तू मुराद तबदीर लेंदे हो? मैं असूल दस जरा। तुसी असूल दस दो भी ये गलत है। मैं तो सीधे 2014 ही मुराद लाना, मैं तो असूल बदलना ही ना थे। तुसा दा असूल है ना, दो खबर ने, खबर दो ने। एक खबर है कि 2014 ईसा अलैहिस्सलाम नाज़िल होंगे, नबी करीम अलैहिस्सलाम की पाक जुबान को सा खबर मिली है, ठीक है। नबी करीम ने फरमाया कि मसीह अलैहिस्सलाम आसमान तो 2014 दे नाल नाज़िल होंगे, वाला बवाला मिर्जा साहब दे कॉल दे, ए मिर्जा साहब दा कॉल जे, ठीक है ना। ये नबी करीम ने सानू खबर दी है। हुण तुसीं दसो सानू कि मिर्जा साहब की दूजी खबर साडे कोल ये लिखी है कि मसीह इब्न मरियम फौत हो चुका है, वादे के मुवाफिक होकर तू आया है। दो खबर हो गई। हुण जिहड़ा असूल तुसीं 2014 दे तबदीर वाला लासो ना, वो इस इल्हाम उत्ते भी लासा सी, इस खबर ते भी लासा लाओ। उस असूल के लाना ने? जिहड़ी तबदीर ओहदी बयान करसो, इस इल्हाम दी तबदीर बयान करनी पैसी ने। वो करो जी, तुसी किस तरह कर दे? मैं तो तबीर करता ही कोई ना, मने को पूछना है तबीर तू क्या करना, तबीर तू असूल तुसा लाना है, मना तो असूल ही नहीं है ना। मैं तो जिन खबर मनना भाई। तुसी ऐसे गल सुनो, सानू ते वक्त दे इमाम ने आके, हकम अदल ने आके, मामूर मिनल्ला ने आके, खुदा दी तरफों आए वजूद ने आके गल समझाई है ना। असि दोनों दी गल जेडी उन्होंने दसी है मैं असूल पूछया ना, मैं नहीं पूछा क्या समझाइए, मैं असूल पूछया। हां बस साडे को उन्होंने असूल दसया ना वाला के असूल है, एदा मतलब है ऐसी खुदा ताला ने उन्होंने दसया ना, समझाया 2014 मुराद के थी, मतलब 2014 के मुराद दसी ने बीमारी दसी ने, उन्हें दो बीमारियां होंगी। केड़ी बीमारी? मतलब है ज़र चादर, एक चादर, दो चादर, तो मतलब उन्होंने दो बीमारियां होंगी। ਕਿਹੜੀਆਂ ਬਿਮਾਰੀਆਂ ਹੋਣਗੀਆਂ? ਜਦੋਂ ਉਹ ਨਾਜ਼ਿਲ ਹੋਣਗੇ ਤੇ ਉਹਨਾਂ ਨੂੰ ਦੋ ਬਿਮਾਰੀਆਂ ਦੇ ਨਾਲ ਉਹ ਨਜ਼ੂਲ ਕਰਨਗੇ। ਕਿਹੜੀਆਂ ਦੋ ਬਿਮਾਰੀਆਂ ਦੇ ਨਾਲ? ਬਿਮਾਰੀਆਂ ਵੀ ਦੱਸੀਆਂ ਨੇ ਕੋਈ ਨਹੀਂ? ਨਹੀਂ ਦੱਸੀਆਂ ਨੇ ਨਾ ਮੇਰੇ ਸਾਹਮਣੇ, ਆਪਣੀ ਉਹਨਾਂ ਨੂੰ ਦੋ ਬਿਮਾਰੀਆਂ ਨਹੀਂ ਸਨ। ਉਹਨਾਂ ਨੂੰ ਕਿਹੜੀਆਂ? ਇੱਕ ਉਤਲੇ ਧਾੜੇ ਚ, ਇੱਕ ਤਲਵੇਂ ਧਾੜੇ ਚ। ਉਹ ਉਤਲੇ ਧਾੜੇ, ਤਲੇ ਧਾੜੇ ਚ। ਉਤਲੇ ਧਾੜੇ ਚ ਕਿਹੜੀ ਬਿਮਾਰੀ ਸੀ, ਤਲਵੇਂ ਧਾੜੇ ਚ ਕਿਹੜੀ ਸੀ? मतलब ਤੁਹਾਨੂੰ ਹੁਣ ਕੋਈ ਡਾਕਟਰ ਦੀ ਰਿਪੋਰਟ ਲਾ ਕੇ ਦਸੀਏ ਤੇ ਉਹਨਾਂ ਲਿਖਿਆ ਨਹੀਂ, ਪੜਿਆ ਤੁਸੀਂ ਕੋਈ ਨਹੀਂ ਪੜਿਆ? ਕਿਹੜੀ ਬਿਮਾਰੀ ਤੁਸੀਂ ਮੁਰਾਦ ਲੈ ਰਹੇ ਹੋ? ਸਾਨੂੰ ਵਜ਼ਾਹਤ ਦੱਸੋ ਨਾ, ਬਿਮਾਰੀਆਂ ਤੁਸੀਂ ਲੈ ਤੇ ਲਈਆਂ ਨੇ, ਕਿਹੜੀਆਂ ਦੋ ਬਿਮਾਰੀਆਂ ਨੇ? ਬਈ ਉਤਲੇ ਧਾੜੇ ਚ ਉਹਨਾਂ ਨੂੰ ਜਿਹੜਾ ਹੈ ਸਰ ਦਰਦ ਦੀ ਸੀ, ਤੇ ਇੱਕ ਉਹਨਾਂ ਨੂੰ ज़ियाबतीस ਜਿਹੜੀ ਸੀ, और दो बीमारियां ਉਹਨਾਂ ਦੇ ਮੁਸਤਕਿਲ ਲੱਗੀਆਂ ਦੀਆਂ ਸਨ। ਕਿਹੜੀਆਂ ਦੋ ਬਿਮਾਰੀਆਂ? ਚਲੋ ਦੱਸ ਰਹੇ ਹਾਂ, ज़ियाबतीस एक बीमारी ਉਹਨਾਂ ਨੂੰ।
कि जबत इसकी होनी मां तो पता ही नहीं, मां को समझा ना, डॉक्टरी जुबान ना बोल, पंजाबी आम बंदा मां पंजाबी जुबान ही समझा ना। ਇਹ ਫਿਰ ਕੋਈ ਡਾਕਟਰ ਲੱਭੋ ਬਈ ਇੱਥੇ ਕੋਈ ਬੈਠੇ ਐਡਾ ਮਤਲਬ ਇਮਰਾਨ नहीं मिर्जा साहब नहीं मान लिखा, ਮਤਲਬ ਇਮਰਾਨ ਜਿਹੜਾ ਹੈ ਨਾ ਇਹ ਦੱਸੇਗਾ दसो नहीं समझदार बंदा हैगा। क्यों घटने पे बिना दसने नहीं ਬਾਹਰ ਲੋਕ ਤੁਸੀਂ ਹੁਣ ਦੇਖੋ ਨਾ ਇੱਕ ਗੱਲ ਤੋਂ ਦੂਸਰੀ ਗੱਲ ਤੀਸਰੀ ਗੱਲ ਚੌਥੀ ਗੱਲ ਜਾਣਾ ਉਹ ਮਕਸਦ ਹੋ ਗਿਆ ਨਾ। ਗੱਲ ਸਮਝਣੇ ਤੇ ਕੀਤਾ ਹੈ ਨਾ, ਤੁਸੀਂ ਉਹ ਗੱਲ ਸਮਝਾਣੇ ਵੀ ਨਹੀਂ, ਉਹ ਪੜਦੇ ਵੀ ਪਾਣੇ ਆ, ਨਹੀਂ ਮੈਂ ਸਮਝਾਣਾ ਵੀ ਨਾ। ਹੁਣ ਉੱਥੇ ਉਹਦੇ ਤਾਬੀਰ ਤੇ ਹੀ ਰਹੋ ਨਾ, ਚਲੋ ਤਾਬੀਰ ਹੋ ਗਈ ਵੀ ਬਿਮਾਰੀਆਂ ਜਿਹੜੀ ਵੀ ਬਿਮਾਰੀ ਹੋਏ ਦੋ ਹੋਣਗੀਆਂ ਨੇ ਬਿਮਾਰੀਆਂ ਉਹਨੂੰ ਮਾਮਲਾ ਕਰ ਦੋ। वजीर साहब सीधी तरह असल शर्म क्यों असल आती है? जो आपने देखो शादी बीमारी सी। पुराने हैं जी एक ਉਹ ਭਾਈ ਕਹਿ ਰਹੇ ਨਾ ਕਿ ਸਿੱਧਾ ਦੱਸ ਦਿਓ ਨਾ ਵੀ ਇੱਕ ਪਿਸ਼ਾਬ ਦੀ ਬਿਮਾਰੀ ਸੀ। ਡਾਇਬੀਟੀਜ਼ ਜਿਹੜਾ ਉਹਦੇ ਕੀ ਹੁੰਦਾ ਪਿਸ਼ਾਬ ਕਸਰਤ ਨਾਲ। ਵੈਸੇ ਤੁਸੀਂ ਵਜ਼ੀਰ ਸਾਹਿਬ ਭੁੱਲ ਗਏ ਹੋ, ਮਿਰਜ਼ਾ ਸਾਹਿਬ 3 ਬਿਮਾਰੀਆਂ ਦੱਸੀਆਂ, ਚਾਦਰਾਂ 2 ਸੀ, ਬਿਮਾਰੀਆਂ 3 ਸੀ। ਨਹੀਂ 3 ਬਿਮਾਰੀਆਂ 2 ਬਿਮਾਰੀਆਂ। ਮਿਰਜ਼ਾ ਸਾਹਿਬ ਦੇ ਕਲਾਮ ਚ ਤਹਰੀਫ ਨਾ ਕਰੋ, 3 ਦੱਸੀਆਂ ਉਹਨਾਂ ਨੇ। ਕੀ ਹੈ ਲਗਾਓ ਉਹਨਾਂ ਦਾ ਦੌਰਾਨੇ ਸਰ ਦੀ, ਹਾਂਜੀ ਇੱਕ ਪੇਚਸ ਦੀ ਤੇ ਇੱਕ ਮੂਤਰ ਦੀ, ਇਹ 3 ਦੱਸੀਆਂ ਨੇ। ਉਹਨਾਂ ਨੇ ਤਾਂ ਲਿਖ ਛੱਡੀਆਂ, ਮੈਂ ਤੁਹਾਨੂੰ ਦੱਸ ਦਿਆਂ ਕਿਉਂ ਸ਼ਰਮ ਆਂਦੀ। ਉਹ ਚਲੋ ਵਹੀ ਤੇ ਮੈਨੂੰ ਮੈਂ ਅਵਾਨ ਸਾਹਿਬ ਨੂੰ ਕਹਿ ਰਿਹਾ ਸ਼ਰਮਾਨ ਦੀ ਕੀ ਗੱਲ ਹੈ। ਜ਼ਿਆਦ ਦੀ ਪਿਸ਼ਾਬ ਦੀ ਬਿਮਾਰੀ ਸੀ। बीमारी ते वो है कोई बुरी गल ते नहीं होती, बीमारी ते अच्छी गल भी है। अच्छा मिर्जा साहब वाली बुरी गल होती है। अच्छा की नहीं ममान साहब तुसी दसो कि कुरान करीम कहंदा है ਉਹ ਗੱਲ ਮੁਕੰਮਲ ਹੋ ਨਾ, ਉਹ ਗੱਲ ਤਾਂ ਮੁਕੰਮਲ ਪੂਰੀ ਸਮਝਾਇਆ ਵੀ ਕਰੋ ਨਾ, ਮੈਂ ਸਮਝਾਉਂਦਾ ਬੰਦੇ। ਹਾਂ ਉਹ ਚਾਦਰਾਂ ਦੋਏ ਜ਼ਰਦ ਨੇ, ਇੱਕੋ ਜਿਹੀਆਂ 2 ਚਾਦਰਾਂ ਨੇ, ਠੀਕ ਹੈ ਨਾ। 21 ਚਾਦਰ ਦੀ ਤੁਸੀਂ ਤਬਦੀਰ ਕੀਤੀ ਹੈ ਮਿਰਜ਼ਾ ਕਾਦੀਆਨੀ ਕੇ ਲਗਾਤਾਰ ਟੱਟੀਆਂ ਹੋਣਗੀਆਂ। 2 ਚਾਦਰ ਦੀ ਸਰ ਦਰਦ ਕਿੰਜ ਹੋ ਗਈ, 2 ਚਾਦਰਾਂ ਇੱਕੋ ਜਿਹੀਆਂ ਤੱਕੋ 2 ਤਬਦੀਰਾਂ ਲੱਗ ਕਿਉਂ ਹੋ ਗਈਆਂ ਨੇ। ਅੱਛਾ ਉਹ ਜਿਹੜੀ ਗੱਲ ਮਕਸਦ ਜਿਹੜਾ ਸਮਝਣ ਦੇ ਅਸੀਂ ਹੁਣ ਤੁਸੀਂ ਦੂਸਰੀ ਤਰਫ ਚਲੇ ਗਏ ਹੋ ਨਾ ਕਿ ਦੂਸਰੀ ਤਰਫ ਕੀ ਗਿਆ ਵੀ, दूसरी तरफ केड़ी चादर 2 एको जी ज़ात लगदियां। अच्छा नहीं मवान साहब किसी ऐसे पैगंबर ਨੂੰ ਕੋਈ ਐਸੀ ਬਿਮਾਰੀ ਵੀ ਐਸੀ ਕਿ ਲੋਕ ਉਹਦੇ ਕਰੀਬ ਨਹੀਂ ਸੀ ਜਾਂਦੇ। ਮਾੜਾ ਐਸਾ ਵਾਸਤੇ ਨਹੀਂ, ਮੈਂ ਤਾਂ ਤਬੀਰ ਤੇ ਗੱਲ ਕਰਨਾ ਵੀ ਤਬੀਰ ਦੀ ਮੈਨੂੰ ਅਸੂਲ ਸਮਝਾਓ, ਤਬੀਰ ਕੀ ਨਹੀਂ ਬਿਮਾਰੀ ਤੁਹਾਨੂੰ ਜ਼ਿਆਦਾ ਮਸਲਾ ਹੋ ਰਿਹਾ ਨਾ। ਕੋਈ ਨਬੀਆਂ ਚੋਂ ਐਸਾ ਨਬੀ ਗੁਜ਼ਰਿਆ ਜਿਹਦੀ ਬਹੁਤ ਇਸ ਤਰ੍ਹਾਂ ਦੀ ਬਿਮਾਰੀ ਸੀ ਕਿ ਲੋਕ ਕਰੀਬ ਨਹੀਂ ਸੀ ਜਾਂਦੇ। मैं तो ਗੱਲ ਹੀ ਨਹੀਂ ਕਰ ਰਿਹਾ, ਉੱਥੇ ਗੱਲ ਹੋਈ ਤੁਸੀਂ ਜਵਾਬ ਦੇ ਲਾਂਗਾ। ਉੱਥੇ ਤੁਹਾਡਾ ਇਲਮ ਖਤਮ ਹੋ ਗਿਆ, ਹੁਣ ਤੁਹਾਡਾ ਇਲਮ ਖਤਮ ਹੋ ਗਿਆ। ਚੱਲ ਰਿਹਾ ਨਾ, ਤੁਸੀਂ ਐਸੇ ਲਿਖ ਦਿਓ ਕਿ ਮੈਂ ਤਾਂ ਵੀਰ ਦਾ ਜਵਾਬ ਨਾ ਦੇ ਸਕਦਾ ਮਿਰਜ਼ਾ ਕਾਦੀਆਨੀ ਨਹੀਂ, ਫਿਰ ਉੱਥੇ ਗੱਲ। ਮੈਂ ਕਹਿੰਦਾ ਮਿਰਜ਼ਾ ਸਾਹਿਬ ਕੋਲ ਤੇ ਦੁਨੀਆ 3 ਲੱਖ ਲੋਕਾਂ ਨੇ ਉਹਨਾਂ ਜ਼ਿੰਦਗੀ ਵਿੱਚ ਬੈਤ ਕੀਤੀ ਹੈ, ਉਹਨਾਂ ਦੇ ਹੱਥ ਤੇ ਹੱਥ ਰੱਖ ਕੇ ਬੈਤ ਕੀਤੀ ਹੈ। ਉਹਨਾਂ ਦੇ ਕੋਲ ਜਾਂਦੇ ਸਨ, ਮਿਲਦੇ ਸਨ, ਮੁਸਾਫਾ ਕਰਦੇ ਸਨ, ਉੱਠਦੇ ਸਨ, ਬੈਠਦੇ ਸਨ, ਚਿਹਰਾ ਦੇਖਦੇ ਸਨ, ਬਰਕਤ ਪਾਉਂਦੇ ਸਨ। ਤੁਹਾਡੀ ਕਿਤਾਬਾਂ ਚ ਇੱਕ ਨਬੀ ਦੇ ਬਾਰੇ ਲਿਖਿਆ ਕਿ ਲੋਕ ਉਹਦੇ ਕਰੀਬ ਨਹੀਂ ਸੀ ਜਾਂਦੇ। ਉਹ ਕਿਹੜਾ ਨਬੀ ਹੈ ਜ਼ਰਾ ਦੱਸੋ ਕਿਉਂ? ਮੈਂ ਜਿਹੜੀ ਗੱਲ ਪੁੱਛੀ ਹੈ ਜਲੀਲੁਲ ਕਦਰ ਨਬੀ ਸੀ, ਅੱਲਾਹ ਤਾਲਾ ਦਾ ਜਲੀਲੁਲ ਕਦਰ ਨਬੀ ਸੀ, ਤੇ ਉਹਦੇ ਕੋਲ ਲੋਕ ਕਰੀਬ ਨਹੀਂ ਸੀ ਜਾਂਦੇ ਵੀ ਉਸਨੇ ਇਧਰ ਕਿਹੜਾ ਵਾਸਤਾ, ਉਸੇ ਕੋਈ ਤਬੀਰ ਦੀ ਗੱਲ ਹੋ ਰਹੀ ਹੈ। ਅਗਰ ਤੁਸੀਂ ਗੱਲ ਸੁਣ, ਤੁਸੀਂ ਬਿਮਾਰੀ ਨਾਲ ਚਸਕੇ ਲੈਣੇ ਨੇ ਨਾ, ਫਿਰ ਉਸ ਨਬੀ ਦਾ ਜ਼ਰਾ ਜ਼ਿਕਰ ਕਰਕੇ ਦਿਖਾਓ ਜਿਹਦੇ ਕੋਲ ਮਿਰਜ਼ਾ ਸਾਹਿਬ ਦੇ ਕੋਲ ਤੇ ਕੋਈ ਬੰਦਾ ਜੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਕਰੀਬ ਨਹੀਂ ਕਿ ਉਹਦੇ ਕਰੀਬ ਨਹੀਂ ਸੀ ਲੋਕ ਜਾਂਦੇ। ਉਹ ਕਿਹੜਾ ਨਬੀ ਹੈ? ਨਜ਼ੀਰ ਸਾਹਿਬ ਗੱਲ ਇੰਜ ਨਾ ਕਿ ਜਿਸ ਵੇਲੇ ਬੰਦਾ ਕੋਈ ਗੱਲ ਕਰਦਾ ਨਾ ਤਾਂ ਉਸਦੀ ਫਿਰ ਵਜ਼ਾਹਤ ਕਰਨੀ ਪੈਂਦੀ ਹੈ। ਤੁਸੀਂ ਮੇਰੇ ਕੋ ਆਖਿਆ ਕਿ 2014 ਦੀ ਅਸੀਂ ਤਬਦੀਰ ਲੈਂਦੇ ਆ, ਮੈਂ ਨਾ ਮੈਨੂੰ ਤੁਸੀਂ ਤਬਦੀਰ ਵੀ ਉਹ ਮੇਰੀ ਗੱਲ ਤੇ ਹੋਣ ਦੇਣਾ ਪੂਰੀ ਵਿੱਚ ਮੁੱਝ ਪਹਿਲੇ ਹੋ ਗਈ ਨਹੀਂ ਹੋਈ ਨਾ। ਹੁਣ ਤੂੰ ਤਾਂ ਬੋਲਿਆ ਨਾ, ਮੈਂ ਚੁੱਪ ਕਰਕੇ ਸੁਣ ਲਈਏ, ਤੂੰ ਗੱਲ ਮੇਰੀ ਸੁਣੀ ਤੇ ਮੇਰੇ ਸਵਾਲ ਐਡਰੈਸ ਕਰਕੇ ਜਵਾਬ ਦੇ। ਹੁਣ ਤੁਸੀਂ ਕਿਹਾ ਜੀ 2014 ਤੋਂ ਮੁਰਾਦ 2 ਬਿਮਾਰੀਆਂ ਨੇ, ਉਸ ਇੱਕ ਬਿਆਨ ਕੀਤੀ, ਤੁਸੀਂ ਨਹੀਂ ਬਿਆਨ ਕੀਤੀ, ਰਸੂਲ ਭਾਈ ਆ ਕੇ ਦੱਸੀ, ਤੁਸੀਂ ਇਨਕਾਰ ਵੀ ਨਹੀਂ ਕੀਤਾ ਕਿ ਇੱਕ ਬਿਮਾਰੀ ਹੈ ਪੇਚਸ ਦੀ ਤੇ ਇੱਕ ਬਿਮਾਰੀ ਹੈ ਮੂਤਰ ਦੀ ਤੇ ਇੱਕ ਬਿਮਾਰੀ ਦੌਰਾਨ ਸਰ ਦਰਦ ਦੀ। ਮੇਰਾ ਤੇ ਸਵਾਲ ਇਹ ਵੇ ਕਿ ਚਾਦਰਾਂ 2 ਇੱਕੇ ਰੰਗ ਦੀਆਂ ਨੇ, ਜ਼ਰਦ ਨੇ 2, ਇਹ ਬਿਮਾਰੀਆਂ 2 ਤਬਦੀਲ ਮੁਖਤਲਿਫ ਕਿਉਂ ਹੋ ਗਈਆਂ ਨੇ? ਪੇਚਸ ਦੀ ਚਲੋ ਸਮਝ ਆਂਦੀ, ਰੰਗ ਜ਼ਰਦ ਹੋਏਗਾ ਤਾਂ ਹੋਏਗਾ ਨਾ, ਇਹ ਦੌਰਾਨੇ ਸਾਰਾ ਦੀ ਕਿਹੜੀ ਤਬਦੀਲ ਬਣ ਗਈ? 2 ਇੱਕ ਹੀ ਚੀਜ਼ਾਂ ਦੀਆਂ 2 ਤਬਦੀਲਾਂ ਕਿਉਂ ਬਣ ਗਈਆਂ ਇੱਕੀ ਰੰਗੇ ਦੀਆਂ? ਇਹ ਸਵਾਲ ਹੈ ਮੇਰਾ, ਇਹਨੂੰ ਐਡਰੈਸ ਕਰੋ ਭਾਈ। ਜਿਹੜਾ ਜ਼ਰਦ ਰੰਗ ਹੈ ਬਿਮਾਰੀ ਹੈ, 2 ਚਾਦਰਾਂ ਤੋਂ ਮੁਰਾਦ 2 ਬਿਮਾਰੀਆਂ ਨੇ, ਬਸ ਗੱਲ ਖਤਮ ਹੋ ਗਈ। ਹੁਣ ਅਸੀਂ ਕੀ ਤੁਸੀਂ ਇੱਕ 2 ਚਾਦਰਾਂ ਨੇ ਤੇ ਬਿਮਾਰੀਆਂ ਰੰਗ ਇੱਕ ਹੈ ਤੇ ਬਿਮਾਰੀਆਂ 2 ਨੇ, ਸਾਲਾ ਵੀ ਝੂਠਾ। ਮਤਲਬ ਤੁਸੀਂ ਜਿਹੜਾ ਨਾ ਉਹਦਾ ਹਲਵਾ ਕੱਢਦੇ ਹੋ ਨਾ, ਗੱਲ ਦਾ ਹਲਵਾ ਕੱਢਣਾ ਹੁੰਦਾ ਜਾਂ ਨਹੀਂ ਮੰਨਣੀ ਗੱਲ,
ਤੇ ਉਹਦੇ 1000 ਤੁਸੀਂ ਫਿਰ ਅੱਗੇ ਹੁਜਤਾਂ ਹੁੰਦੀਆਂ ਨੇ। ਇਹ ਤੁਹਾਡੀਆਂ ਸਾਰਿਆਂ ਦੀ ਗੱਲਾਂ ਕਰ ਮਤਲਬ ਕਿ ਜਦੋਂ ਮਿਰਜ਼ਾ ਸਾਹਿਬ ਨੂੰ ਤੁਸੀਂ ਨਹੀਂ ਮੰਨਣਾ, ਵਕਤ ਦੇ ਇਮਾਮ ਦਾ ਇਨਕਾਰ ਕੀਤਾ ਹੈ ਤੇ ਲੱਖ ਹਜ਼ਾਰ ਹੁਜਤਾਂ ਨੇ ਤੁਹਾਡੇ ਕੋਲ, 1000 ਤੁਹਾਡੇ ਹੀਲੇ ਬਹਾਨੇ ਨਾ ਮੰਨਣ ਦੇ ਔਰ ਇਨਕਾਰ ਕਰਨ ਦੀਆਂ ਗੱਲਾਂ ਨੇ। ਉਹਦੇ ਚ ਕਰ ਲਓ ਬਈ। ਮੈਂ ਜਿਹੜੀ ਤੁਹਾਡੇ ਗੱਲ ਕੀਤੀ ਹੈ, ਤੁਸੀਂ ਜਿਹੜੇ ਬਿਮਾਰੀ ਨਾਲ ਜਾਂ ਇਹਨਾਂ ਨਾਲ ਹੰਸੀ ਮਜ਼ਾਕ ਠੱਠਾ, ਮਤਲਬ ਤੁਹਾਡਾ ਕੀ ਤੁਹਾਡੇ ਕੀ ਇਲਮ, ਤੁਹਾਡੀ ਕੀ ਗੱਲਾਂ, ਤੁਹਾਡੇ ਕੀ ਈਮਾਨ, ਔਰ ਤੁਸੀਂ ਗੁਜ਼ਰੀਆਂ ਗੱਲਾਂ ਨੇ। ਇੱਕ ਨਬੀ ਨੂੰ ਐਸੀ ਅੱਲਾਹ ਤਾਲਾ ਨੇ ਬਿਮਾਰੀ ਲਾਈ ਸੀ ਕਿ ਲੋਕ ਕਰੀਬ ਨਹੀਂ ਸੀ ਜਾਂਦੇ, ਤੁਹਾਡੀ ਕਿਤਾਬਾਂ 'ਚ ਲਿਖਿਆ ਹੈ। ਤੇ ਤੁਸੀਂ ਮਿਰਜ਼ਾ ਸਾਹਿਬ ਨਾਲ ਕੈਸੇ ਹੰਸੀ ਮਜ਼ਾਕ ਠੱਠਾ ਕਰ ਰਹੇ ਹੋ? ਜਿਹੜਾ ਇੱਕ ਬਿਮਾਰੀ ਤੇ ਖੁਦਾ ਦੀ ਤਰਫੋਂ ਹੈ, ਖੁਦਾ ਦੀ ਤਰਫੋਂ ਹੈ। ਤੁਹਾਡਾ ਇਮਾਮ ਇਹ ਕਿਹੜਾ ਇਮਾਮ ਹੈਗਾ 24 ਘੰਟਿਆਂ 'ਚ 100 ਵਾਰੀ ਪਿਸ਼ਾਬ ਜਿਹੜਾ ਬੰਦਾ ਕਰੇ 15 ਮਿੰਟਾਂ ਬਾਅਦ ਇੱਕ ਪਿਸ਼ਾਬ? हदीस मुबारक लिखिया था मतलब गेड़ा ही लाई रखदे सी। हदीस मुबारक मोहम्मद मुस्तफा सल्लल्लाहु अलैहि वसल्लम दे मुंह मुबारक च उन्हां दी बीमारी दसी गई सी। गल सुन ला, मिर्जा साहब ने नहीं आखिया ए गल मोहम्मद मुस्तफा सल्लल्लाहु अलैहि वसल्लम ने उम्मत नूं दसी। ओ नहीं झूठ मारी जांदे अपनी तरफ, हदीस नहीं है, नबी तो झूठ बोली जाना है। मसीह इब्ने मरियम नाजिल होंगे, दो बीमारियां हैं, हदीस नहीं है कि की है। नहीं मां जा तैनू मेरा प्यारे ने किसी दी से दो बीमारियां काट के दे दे जाके। चादरा जेड़ियां बीमारी है ना, केड़ी हदीस है? नबी करीम ने नहीं फरमाया ना, हदीस का जिसे दो बीमारियां का जिक्र है। तू कोई बीमारी बड़ा करे उसका मतलब नबी करीम ने फरमाया है। ओ देखो ओ नबी सल्लल्लाहु अलैहि वसल्लम ने दसिया ना, ते ओदी ताबीर फिर अल्लाह दे भेजे हुए नबी करीम ने किथे फरमाया? किस गल मैं तबीर ओ मैं ऐसे गल दे तबीर पूछ रहा कि नबी करीम ने फरमाया कि तुसी उसदी तबीर करो लगो। मिर्जा कादियानी खुदा फरमाया कि तू मसीह इब्ने मऊद है, इसदी तबीर क्यों नहीं करदे हो? एदा जवाब नहीं देना, तू तबीर क्यों नहीं करदे हो? एक किस चीज की तबीर नहीं करता कि मसीह इब्ने मरियम फौत हो जाएगा, वादे के मुवाफिक होकर तू आया, इसदी तबीर क्यों नहीं करदे हो? इदी सीधी गल है, खबर है, इदी तबीर की होनी है भाई? वो भी सीधी खबर है, इसदी तबीर क्यों होनी है? की सीधी खबर है? ईसा अलैहिस्सलाम आएंगे तो लिबास ना पाया होएगा ना, कोई तो लिबास होएगा ना। नहीं मवान साहब, शुरू कर दोगे? नहीं मवान साहब, कुरान करीम कह रहा है कि ईसा इब्ने मरियम जेड़े ने वो फौत हो गए ने, ते तुसी कहोगे वो नजूल करनगे, एदा की मतलब? एदी ताबीर नहीं हो सकती? नहीं, फिर वो तो गाली खबर खत्म होगी ना। जब हाँ कुरान जब फरमा रहा है कि वो कुरान फरमा रहा है नजीर साहब और मिर्जा साहब भी मर गया, हुण करो फिर तबीर। ਉਹ ਤੇ ਸਾਰੇ ਨਬੀ ਮਰ ਜਾਂਦੇ ਨੇ, ਕੋਈ ਰਹਿ ਜਾਂਦਾ ਹੈ? ਨਹੀਂ ਮਿਰਜ਼ਾ ਸਾਹਿਬ ਵੀ ਮਰ ਗਿਆ ਨੇ, ਹੁਣ ਕਰੋ ਉਹਦੇ ਇਲਹਾਮ ਦੀ, ਹੁਣ ਤਬੀਰ ਕਿਉਂ ਨਹੀਂ ਕਰਦੇ? ਨਹੀਂ ਮੈਂ ਕਹਿ ਰਿਹਾ ਕਿ ਉਹਦੀ ਤਾਬੀਰ ਕੁਰਾਨ ਕਰੀਮ ਫਰਮਾ ਰਿਹਾ ਕਿ ਈਸਾ ਇਬਨ ਮਰੀਮ ਜਿਹੜੇ ਫੌਤ ਹੋ ਗਏ ਨੇ। अच्छा फिर मिर्जा गुलाम कादिर ने मर गया ना, गुलाम कादिर ने हदीस च आ रहा है कि वो नज़ूल फरमा रहे ने। हुण दसो ठीक है, हुण इहदी ताबीर होएगी कि नहीं होएगी? इहदी इस गल दी ताबीर होएगी कि नहीं होएगी? नहीं होएगी, नहीं होएगी। क्यों बाज़ाहिर च लवोगे? नहीं बाजार विच असि छोड़ ही देवां। गल सुनो ना मंडी, जिसले असि ये मनांगे ना कि ईसा अलैहिस्सलाम फौत हो गए तो असि ना हदीसां छोड़ देवांगे कि हदीसां कुरान नाल टकरांदियां ने। कुरान जिस बंदे फौत होने का कहता है ਉਹਦੇ ਬਾਰੇ ਆਣੇ ਦੀ ਖਬਰ ਹੋਏਗੀ ਨਾ, तो हदीस कुरान नाल टकरांदी तो असि छोड़ देवांगे। नहीं टकरा नहीं रही है भाई। हाँ जी बिल्कुल नहीं टकरा रही है, हदीस बिल्कुल नहीं टकरा रही। हदीस में क्या लिखे है? नहीं तुसी कुरान नाल किस तरह कह रहे हो टकरा रही है? हदीस में क्या लिखे है? ईसा इब्न मरियम हो, कुरान कहता है वो फौत हो गए, तुसी हदीस कहंदी ईसा इब्न मरियम ने आना है। हुण दसो किहड़ी गल सच्ची, कुरान सच्चा या हदीस हो? कुरान इस गल कुरान भी सच्चा है, हदीस भी सच्ची है। अच्छा ईसा इब्न मरियम ने नाज़िल भी होना है तो फौत भी हो गए ने? हाँ जी। अच्छा हाँ ਇਹ ਗੱਲ ਤੁਹਾਨੂੰ ਸਮਝ ਆ ਜਾਂਦੀ ਨਾ, ਪਰ ਕੁਰਾਨ ਕਹਿ ਰਿਹਾ ਹੈ ਕਿ ਉਮਤ ਮੂਸੀਆ ਇਸ ਰਸੂਲ ਨੂੰ ਜਿਹੜਾ ਜਿਸ ਤਰ੍ਹਾਂ ਫਿਰੌਨ ਦੀ ਤਰ੍ਹਾਂ ਮੂਸਾ ਨੂੰ ਭੇਜਿਆ ਗਿਆ ਹੈ, ਕੁਰਾਨ ਜ਼ਿਕਰ ਕਰ ਰਿਹਾ ਨਾ ਉਮਤ ਮੁਹੰਮਦੀਆ ਤੇ ਉਮਤ ਮੂਸੀਆ ਦੀ ਮੁਮਾਸਲਤ ਬਿਆਨ ਕੀਤੀ ਜਾ ਰਹੀ ਹੈ ਕਿ ਉਹਦੀ ਮੂਸਾ अलैहिस्सलाम ਦੀ ਤੇ ਉਹੀ ਗੱਲ ਹੋ ਗਈ ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਅਵਾ ਵੀ ਨਹੀਂ ਕੀਤਾ ਤੇ ਨਬੀ ਵੀ 1400 ਸਾਲ ਬਾਅਦ ਈਸਾ अलैहिस्सलाम ਆਏ ਸਨ। मसीह इब्ने मरियम 1400 साल बाद ईसा अलैहिस्सलाम तो आए सन। इधर भी मोहम्मद मुस्तफा सल्लल्लाहु अलैहि वसल्लम तो बाद 1400 साल बाद ਇਹ ਵਾਅਦਾ ਜਿਹੜਾ ਕੀਤਾ ਗਿਆ ਸੀ, ਇੱਥੇ ਵੀ ਮਸੀਹ ਇਬਨ ਮਰੀਮ ਨੇ ਨਾਜ਼ਿਲ ਹੋਣਾ ਹੈ। ਮੁਰਾਦ ਉਹ ਕੁਰਾਨ ਨਾਲ ਹੈ, ਹਦੀਸ ਨਹੀਂ ਟਕਰਾ ਰਹੀ ਭਾਈ, ਕੁਰਾਨ ਦੇ ਮੁਤਾबिक किसे लिखा है कि वादा किया गया 1400 साल बाद मसीह आएगा? कुरान तो वफात का जिक्र करता है।
ਉਹ ਨਹੀਂ, ਉਹ ਮੁਮਾਸਲਤ ਜਿਹੜੀ ਉਮਤ ਦੀ ਮੁਮਾਸਲਤ ਦਿੱਤੀ ਗਈ ਹੈ, ਉਹ ਸਮਝੋ ਉਸ ਗੱਲ ਨੂੰ। ਕਿੱਥੇ ਮੁਮਾਸਲਤ ਦਿੱਤੀ ਗਈ ਹੈ? ਕੁਰਾਨ ਕਹਿ ਰਿਹਾ ਕਿ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਫਰਮਾ ਰਿਹਾ ਕਿ ਇਸੇ ਤਰ੍ਹਾਂ ਰਸੂਲ ਹੈ ਜਿਸ ਤਰ੍ਹਾਂ ਮੂਸਾ ਦੀ ਤਰਫ ਜਿਸ ਤਰ੍ਹਾਂ ਫਿਰੌਨ ਦੀ ਤਰਫ ਮੂਸਾ ਨੂੰ ਭੇਜਿਆ ਗਿਆ ਹੈ। ਅੱਛਾ, ਫਿਰ ਤੇ ਇਹ ਉਮਤ ਦੀ ਮੁਮਾਸਲਤ ਦੋਵਾਂ ਉਮਤਾਂ ਦੀ ਮੁਮਾਸਲਤ ਕਰਾਰ ਦਿੱਤੀ ਗਈ ਹੈ, ਬੇਸ਼ੱਕ ਉਸੇ ਤਰ੍ਹਾਂ ਹੋਇਆ ਹੈ। ਉਹ ਤੱਕੋ ਨਾ ਮੁਮਾਸਲਤ ਤਾਂ ਬਣਨੀ ਨਾ ਕਿ ਗੱਲ ਇੰਜੇ ਕਿ ਮੁਮਾਸਲਤ ਤਾਂ ਬਣੀ ਮੂਸਾ अलैहिस्सलाम ने दौर च हारून अलैहिस्सलाम अल्लाह ताला दे नबी है ते नबी करीम ने मुमासलत ही नफी कर छड़ी। उन्हें आख्या कि हज़रत अली है कि तू मने से मतलब मूसा अलैहिस्सलाम है तो हारून की तरह, लेकिन मने बाद नबी कोई नहीं, उन्होंने मुमासलत ही तोड़ दी है। तुसीं मुमासलत जोड़ने लग गए, पहले सारी टुटी पई है मुमासलत। नहीं भाई, ओदी जेड़ी ईसा अलैहिस्सलाम दा आना है ना 1400 साल बाद, एक नबी दा आना ओदी उम्मत दी इस्लाह लई, उम्मत मूसिया दी सुनो ना, उम्मत मूसिया दी इस्लाह करन लई ईसा इब्ने मरियम नाजिल होए सन कि नहीं? अच्छा, ते इधर मोहम्मद मुस्तफा सल्लल्लाहु अलैहि वसल्लम दी उम्मत विच भी जदों गुमराही फैलेगी ते उन्होंने वापस हिदायत ते कौन ले आएंगे? जेड़ा मसीह दा वादा किया गया है, मामूर मिन अल्लाह हकम वदल, मसीह इब्ने मरियम नाजिल होंगे, इस उम्मत की भी वो इस्लाह कर लेंगे। हां जी, ये तो हो गया ना ਤੁਹਾਡਾ ਬਿਆਨ। ਹੁਣ ਮੈਨੂੰ ਇਸ ਬਿਆਨ ਉੱਤੇ मेरा नहीं है, मेरा बयान नहीं है भाई, मेरा बयान। ਉਹ ਗੱਲ ਤਾਂ ਸੁਣੋ ਨਾ, ਉਹ ਨਜ਼ੀਰ ਸਾਹਿਬ, ਇਹ ਤਾਂ ਨਾ ਕੋਈ ਆਇਤ ਪੇਸ਼ ਕੀਤੀ ਨਾ ਕੋਈ ਹੋਰ ਗੱਲ ਪੇਸ਼ ਕੀਤੀ। ਤੇ ਮੇਰਾ ਸਵਾਲ ਇਤਨਾ ਹੈ ਕਿ ਜਿਹੜੀ ਸਾਂ ਗੱਲ ਮੁਮਾਸਲਤ ਦੀ ਬਿਆਨ ਕੀਤੀ ਹੈ 1400 ਸਾਲ ਬਾਅਦ ਮਸੀਹ ਆਏਗਾ, ਇਹਦੇ ਉੱਤੇ ਮੈਨੂੰ ਕੁਰਾਨ ਦੀ ਦਲੀਲ ਦਿਓ ਕਿ ਇਸ ਮੁਮਾਸਲਤ ਦੀ ਵਜ੍ਹਾ 1400 ਸਾਲ ਬਾਅਦ ਮਸੀਹ ਨੇ ਆਣਾ ਹੈ। ਕੁਰਾਨ ਦੀ ਆਇਤ ਪੇਸ਼ ਕਰੋ। एक मिनट जी, फिर तो मैं आयत लाभ लैन। अच्छा नज़ीर साहब, तुसी जेड़ा फार्मूला दस्या भी कुरान पाक दे मुताबिक तुसी कहंदे हो कि ईसा अलैहिस्सलाम फौत हो गए ने ते हदीसां कहंदियां ने उन्होंने आना वे, ते ओ हदीसां भी तुसी मननियां ते कुरान भी मनना। अच्छा चलो, ये तो तुसी एक अपना जेड़ा दजल खिलारिया आ, लेकिन ए ते दसो ना भी ओ ईसा इब्ने मरियम दे नां ते किसी होर बंदे ने आना सी, ओ मिर्जा गुलाम कादियानी किंज बन गया? ए किथे लिखिया कि ओ मिर्जा गुलाम कादियानी ने आना, या मिर्जे दा विच की लिंक बनया? मिर्जा किंज बन गया जी? ओ ईसा अलैहिस्सलाम जी फौत हो जान ते फिर मिर्जा साहब किंज ईसा इब्ने मरियम बनदे? ए नहीं समझ आंदी सन। किधरे को लिखा है कुरान हदीस दे विच कि भाई वो चूंकि फौत हो गया लिहाजा ओदी जगह ते मसीह गुलाम अहमद बिन चिराग बीबी ने आना? ऐं तो कोई भी पकड़ के अपने ते फिट कर लो, देखो जी ईसा अलैहिस्सलाम फौत हो गया लिहाजा साडे वाला मसीह हो गया जी। भाई भी तो ऐं नहीं करदे ने। डॉक्टर साहब हदीस मुबारक भी है ना कि उधर क्या ही अच्छा हाल होगा तुम्हारा है मुसलमानों जब तुम में इब्ने मरियम नाजिल होगा और वो तुम्हारा इमाम होगा तुम्ही में से। नहीं हदीस की लिखा था वो इमाम होगा तुम्ही में से। इमाम मिर्जा कादियानी है, एदा की सबूत आ? ए हदीस ही है ना भाई, तो हदीस च मिर्जा दा नाम लिखिया? हां जी। किथे लिखिया? हां जी, ये मिर्जा गुलाम कादियानी है, तो मुराद ये किंज तुसी साबित कर? बोल जी अगर ना तो बड़ा औखा ढक के रखिया लोका शुगर पर सुना तू और थोड़े सवाल करके ने साथ सटे। ओ अल्लाह जी, मैं तो लोका शुगर पर सुना है तो मुझे चलो सुन लम थोड़ी देर इधर। नहीं मैं तो आराम नाल ही गल कर रहा सी, मैं तो खुश भी नहीं। सवाल इतना भारी कीते नहीं होती अको तू बाहर शो उसा रख दो रोक के भी रखना है नाल थोड़ा जा दो लतीफे सुना सटे यारो। अच्छा जी, अच्छा रजाई बड़े जल्द दे दो बीमारियां बयान कर रहे पेचस ते पेशाब दी बीमारियां सी दो, दस दे भी शर्म आंदी बड़े जरकदे नहीं। ਉਹ ਪੁੱਛੋ ਬਿਮਾਰੀਆਂ ਕਿਹੜੀਆਂ ਇਹ ਤੂੰ ਜਰਾ ਕੋਣਾ ਨਹੀਂ ਤੂੰ ਗੱਲ ਵਿਗੜ ਲੈਣੀ ਹੈ। ਇਹ ਨਹੀਂ ਦੱਸਿਆ, ਇਹ ਤਾਂ ਦੋਰੀਆਂ ਕਢਾਈਆਂ ਨੇ ਸਮੂਹ ਵਿੱਚ ਹੁਣ। अस्सलाम वालेकुम जी। वालेकुम सलाम। क्या हाल है जनाब, ठीक हो सारे?